एनी टाइम। थैंक यू जी। ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਇਹ ਜੋ ਲਾਈਵ ਕਲਾਸ ਚੱਲ ਰਹੀ ਹੈ, ਇਸ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਸਾਂਝੀ ਕੀਤੀ ਜਾਂਦੀ ਹੈ। 26 ਨੰਬਰ ਸ਼ਲੋਕ ਤੱਕ ਕੱਲ ਤੱਕ ਵਿਚਾਰ ਜਿਹੜੀ ਹੋ ਚੁੱਕੀ ਸੀ। ਅੱਜ ਅਸੀਂ 27 ਨੰਬਰ ਸ਼ਲੋਕ ਤੋਂ ਵਿਚਾਰ ਸ਼ੁਰੂ ਕਰਾਂਗੇ, ਜਿੰਨੇ ਵੀ ਸ਼ਲੋਕਾਂ ਦੀ ਵਿਚਾਰ ਅਸੀਂ ਕਰ ਸਕੇ। ਔਰ ਇਹਦੇ ਵਿੱਚ ਇਹ ਕਿ ਸਾਨੂੰ ਬਹੁਤਾ ਭੱਜਣ ਦੀ ਲੋੜ ਨਹੀਂ ਕਿ ਅਸੀਂ ਇੰਨੇ ਸ਼ਲੋਕ ਜ਼ਰੂਰ ਖਤਮ ਹੀ ਕਰਨੇ ਨੇ। ਗੱਲ ਹੈ ਕਿ ਅਸੀਂ ਇੱਕ ਇੱਕ ਸ਼ਲੋਕ ਨੂੰ, ਇੱਕ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਸਮਝੀਏ ਔਰ ਉਹਦੇ ਮੁਤਾਬਕ ਅਸੀਂ ਜੀਵਨ ਜੀਵੀਏ। ਤੇ ਜੋ ਪਾਵਨ ਬਾਣੀ ਦੇ ਅੰਦਰ ਸਾਨੂੰ ਮੰਜ਼ਿਲ ਦੱਸੀ ਗਈ ਹੈ ਨਾ, ਅਸੀਂ ਉਸ ਮੰਜ਼ਿਲ ਤੇ ਪਹੁੰਚੀਏ, ਉਸ ਟਾਈਪ ਦੀ ਸਾਡੀ ਜ਼ਿੰਦਗੀ ਬਣ ਸਕੇ। ਅਸੀਂ ਆਪਣੀ ਪਰਸਨਲ ਜੋ ਲਾਈਫ ਹੈ ਉਹਦੇ ਵਿੱਚ, ਫੈਮਿਲੀ ਲਾਈਫ ਜਾਂ ਸੋਸ਼ਲ ਲਾਈਫ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰ ਸਕੀਏ। ਔਰ ਜੋ ਵੀ ਗੁਰਬਾਣੀ ਦੇ ਵਿੱਚ ਜੀਵਨ ਦੱਸਿਆ ਗਿਆ ਨਾ, ਉਹ ਬਹੁਤ ਸੌਖਾ ਔਰ ਆਸਾਨ ਹੈ। ਬੜੇ ਆਸਾਨ ਤਰੀਕੇ ਦੇ ਨਾਲ ਘਰ ਦੇ ਅੰਦਰ ਜ਼ਿੰਦਗੀ ਜੀਂਦੇ, ਆਪਣੇ ਘਰ ਦੇ ਫਰਜ਼ਾਂ ਨੂੰ ਪੂਰਿਆਂ ਕਰਦੇ ਤੇ ਅਸੀਂ ਰੱਬ ਦੇ ਅੰਦਰ ਲੀਨ ਹੋ ਸਕਦੇ ਹਾਂ। ਰੱਬ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਹਰ ਇਨਸਾਨ ਦੇ ਅੰਦਰ ਅਸੀਂ ਦੇਖ ਸਕਦੇ ਹਾਂ। ਜੀਵਨ ਮੁਕਤੀ ਨੂੰ ਬੜੇ ਸੁਖੈਨ ਢੰਗ ਦੇ ਨਾਲ ਪਾ ਸਕਦੇ ਹਾਂ। ਗੁਰੂ ਜੀ ਨੇ ਇਹਨਾਂ ਪਾਵਨ ਸ਼ਲੋਕਾਂ ਦੇ ਵਿੱਚ ਸਾਨੂੰ ਇਹੀ ਕੁਝ ਸਮਝਾਇਆ ਹੈ। ਆਓ ਬੜੇ ਪਿਆਰ ਨਾਲ ਵਿਚਾਰ ਕਰਨ ਦਾ ਯਤਨ ਕਰੀਏ। 27 ਨੰਬਰ ਸ਼ਲੋਕ ਹੈ, ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਇਹਦੇ ਉਚਾਰਨ ਵਿੱਚ ਜੋ ਤੇ ਥੋੜਾ ਜਿਹਾ ਵਿਸ਼ਰਾਮ ਲਗਾਣਾ। ਜੋ ਸੁਖ ਕੋ ਚਾਹੇ ਸਦਾ, ਇਹਨੂੰ ਚਾਹੇ ਨਹੀਂ ਪੜਨਾ, ਚਾਹੇ ਪੜਨਾ ਹੈ, ਕਿਉਂਕਿ ਦੁਲਾਵਾਂ ਨੇ। ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ, ਕਿ ਇਹ ਮਨੁੱਖ ਜੇ ਤੂੰ ਸदैवी ਸੁਖ ਚਾਹੁੰਦਾ ਹੈ ਤਾਂ ਫਿਰ ਰੱਬ ਦੀ ਸ਼ਰਨ ਵਿੱਚ ਆ, ਰੱਬ ਦੀ ਸ਼ਰਨ ਵਿੱਚ ਪਿਆਰੋ। ਹੁਣ ਇਹ ਚੀਜ਼ ਅਸਲ ਦੇ ਅੰਦਰ ਸਮਝਣ ਵਾਲੀ ਹੈ। ਪਹਿਲੀ ਗੱਲ ਤੇ ਸੁਖ ਕੀ ਹੈ? ਦੇਖੋ, 4 ਕਿਸਮ ਦੇ ਸੁਖ ਨੇ, ਮੋਟੀ ਮੋਟੀ ਜੇ ਅਸੀਂ ਬਿਆਨ ਕਰੀਏ। ਸਭ ਤੋਂ ਪਹਿਲਾ ਹੈ ਸਰੀਰਕ ਸੁਖ। ਸਰੀਰਕ ਸੁਖ ਬੰਦੇ ਨੂੰ ਉਦੋਂ ਮਿਲਦਾ ਹੈ ਜਦੋਂ ਰੋਟੀ, ਕੱਪੜਾ, ਮਕਾਨ ਦੀਆਂ ਇਹਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ, ਉਦੋਂ ਇਹਨੂੰ ਸਰੀਰਕ ਸੁਖ ਮਿਲਦਾ ਹੈ। ਪਰ ਅਸੀਂ ਵੇਖਦੇ ਹਾਂ ਆਮ ਬੰਦੇ ਦੇ ਕੋਲ ਰੋਟੀ, ਕੱਪੜਾ, ਮਕਾਨ ਦੀ ਬਹੁਤਾਤ ਹੈ। ਕਾਰਾਂ ਨੇ, ਬੰਗਲੇ ਨੇ, ਕੋਠੀਆਂ ਨੇ, ਧੀਆਂ ਪੁੱਤਰ, ਜ਼ਮੀਨ ਜਾਇਦਾਦ, ਬਹੁਤ ਕੁਛ ਹੈ। ਪਰ ਬੰਦਾ ਫਿਰ ਵੀ ਸੁਖੀ ਨਹੀਂ ਹੈ। ਚਿੰਤਤ ਹੀ ਦਿਸੇ ਸਭ ਕੋਈ ਵਾਲੀ ਅਵਸਥਾ ਹੈ। ਜਿਹੜਾ ਬੰਦਾ ਫੁੱਟਪਾਥ ਤੇ ਬੈਠਾ ਹੈ, ਉਹਦਾ ਤੇ ਸਾਨੂੰ ਪਤਾ ਹੈ ਕਿ ਇਸ ਬੰਦੇ ਕੋਲ ਰੋਟੀ, ਕੱਪੜਾ, ਮਕਾਨ ਨਹੀਂ ਤਾਂ ਦੁਖੀ ਹੈ। ਪਰ ਅਸੀਂ ਵੱਡੇ ਵੱਡੇ ਮਕਾਨਾਂ ਵਿੱਚ ਵੀ ਦੁਖੀ ਹਾਂ। ਉਹਦਾ ਰੀਜ਼ਨ ਕੀ ਹੈ? ਜਦੋਂ ਅਸੀਂ ਦੂਜੇ ਬੰਦੇ ਤੋਂ ਪੁੱਛਦੇ ਹਾਂ ਨਾ, ਤਾਂ ਦੂਜਾ ਬੰਦਾ ਕਹਿੰਦਾ ਵੀ ਮੇਰੇ ਕੋਲ ਪ੍ਰੋਪਰਟੀ ਤਾਂ ਬਹੁਤ ਹੈ, ਪਰ ਮੈਨੂੰ ਦੁੱਖ ਹੈ ਕਿ ਮੈਂ ਪੜ੍ਹਿਆ ਹੋਇਆ ਨਹੀਂ, ਕਾਸ਼ ਮੈਂ ਪੜ੍ਹਿਆ ਹੁੰਦਾ। ਤਾਂ ਇਹਦਾ ਮਤਲਬ ਦੂਜਾ ਸੁੱਖ ਹੈ ਬੌਧਿਕ ਸੁੱਖ, ਜੋ ਸਾਨੂੰ ਗਿਆਨ ਹਾਸਲ ਕਰਨ ਦੇ ਨਾਲ ਆਉਂਦਾ ਹੈ। ਜਿਸ ਕੋਲ ਗਿਆਨ ਦੀ ਕਮੀ ਹੈ ਤਾਂ ਸਾਡੇ ਕੋਲ ਬੌਧਿਕ ਸੁੱਖ ਜਿਹੜਾ ਹੈ ਉਹ ਨਹੀਂ ਮਿਲ ਪਾਏਗਾ। ਤਾਂ ਦੂਜਾ ਸੁੱਖ ਬੰਦੇ ਦੇ ਬੌਧਿਕ ਸੁੱਖ ਵਾਸਤੇ ਇਹਨੂੰ ਗਿਆਨ ਚਾਹੀਦਾ। ਤੇ ਜਦੋਂ ਅਸੀਂ ਤੀਜੇ ਬੰਦੇ ਤੋਂ ਪੁੱਛੀਏ ਕਿ ਭਾਈ ਸਾਹਿਬ ਤੁਹਾਡਾ ਕੀ ਹਾਲ ਹੈ, ਤੁਹਾਡੀ ਕੀ ਕੰਡੀਸ਼ਨ ਹੈ, ਤਾਂ ਉਹ ਕਹਿੰਦਾ ਹੈ ਕਿ ਮੇਰੇ ਕੋਲ ਧਨ ਦੌਲਤ ਵੀ ਬਹੁਤ ਹੈ, ਮੇਰੇ ਕੋਲ ਗਿਆਨ ਵੀ ਬਹੁਤ ਹੈ, ਮੈਂ 3, 4, 5 ਮਾਸਟਰ ਡਿਗਰੀਆਂ ਕੀਤੀਆਂ ਹੋਈਆਂ ਨੇ, ਗਿਆਨ ਦੀ ਕੋਈ ਕਮੀ ਨਹੀਂ, ਕਿਸੇ ਵੀ ਟੌਪਿਕ ਤੇ ਮੈਂ ਬੋਲ ਸਕਦਾ ਹਾਂ, ਪਰ ਮੇਰਾ ਮਨ ਅਸ਼ਾਂਤ ਹੈ। ਉਹਨੂੰ ਪੁੱਛੇ ਕਿ ਤੈਨੂੰ ਕੀ ਪ੍ਰੋਬਲਮ ਹੈ? ਉਹ ਕਹਿੰਦਾ ਮੇਰੀ ਪ੍ਰੋਬਲਮ ਇਹ ਹੈ ਕਿ ਮੈਨੂੰ ਇਸ ਸਮਾਜ ਵਿੱਚੋਂ, ਦੁਨੀਆ ਚੋਂ ਸੱਚਾ ਪਿਆਰ ਨਹੀਂ ਮਿਲਿਆ, ਆਦਰ ਨਹੀਂ ਮਿਲਿਆ, ਸਤਿਕਾਰ ਨਹੀਂ ਮਿਲਿਆ। ਔਰ ਇਹ ਸਮੱਸਿਆ ਸਾਡੇ ਅੱਜ ਦੇ ਆਮ ਮਨੁੱਖ ਦੀ ਹੈ, ਕਿਉਂਕਿ ਸੱਚਾ ਪਿਆਰ, ਸੱਚੀ ਪ੍ਰੀਤ ਇੰਝ ਲੱਗਦਾ ਜਿਵੇਂ ਖਤਮ ਜੀ ਹੋ ਗਈ ਹੋਵੇ। ਇਸੇ ਲਈ ਗੁਰੂ ਜੀ ਕਹਿੰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਿੱਥੇ ਸਵਾਰਥ ਹੈ, ਲੱਭ ਲੋਭ ਹੈ, ਜਿੱਥੇ ਭਾਵਨਾਵਾਂ ਮਾੜੀਆਂ ਨੇ, ਉਹ ਪਿਆਰ ਝੂਠਾ ਹੁੰਦਾ ਹੈ। ਔਰ ਇਹ ਹਰ ਮਨੁੱਖ ਦੀ ਤਾਂਘ ਹੈ, ਹਰ ਮਨੁੱਖ ਦਾ ਹੱਕ ਵੀ ਹੈ, ਫਰਜ਼ ਵੀ ਹੈ ਕਿ ਉਹਨੂੰ ਪਿਆਰ ਮਿਲੇ, ਉਹ ਦੂਜਿਆਂ ਦੇ ਨਾਲ ਪਿਆਰ ਕਰੇ, ਸਤਿਕਾਰ ਦੇਵੇ ਔਰ ਸਤਿਕਾਰ ਲਵੇ। ਤਾਂ ਇੱਥੇ ਸਾਨੂੰ ਪ੍ਰੋਬਲਮ ਆਉਂਦੀ ਹੈ ਪ੍ਰੇਮ ਦੀ। ਤੇ ਪ੍ਰੇਮ ਜਦੋਂ ਸਾਨੂੰ ਮਿਲਦਾ ਹੈ, ਉਦੋਂ ਸਾਡੀ ਮਾਨਸਿਕ ਭੁੱਖ ਮਿਟਦੀ ਹੈ, ਮਾਨਸਿਕ ਦੁੱਖ ਦੂਰ ਹੁੰਦਾ ਹੈ, ਸਾਨੂੰ ਮਾਨਸਿਕ ਸੁੱਖ ਮਿਲਦਾ ਹੈ। ਤੇ ਜੇ ਕਿਸੇ ਚੌਥੇ ਬੰਦੇ ਤੋਂ ਪੁੱਛੀ ਵੀ ਤੇਰੇ ਕੋਲ, ਤੇਰਾ ਕੀ ਹਾਲ ਹੈ, ਉਹ ਕਹਿੰਦਾ ਵੀ ਮੇਰੇ ਕੋਲ ਪ੍ਰੋਪਰਟੀ ਵੀ ਬਹੁਤ ਹੈ, ਮੇਰੇ ਕੋਲ ਗਿਆਨ ਵੀ ਬੜਾ ਹੈ, ਮੈਂ ਪੜ੍ਹਿਆ ਵੀ ਬਹੁਤ,
ਤੇ ਮੈਨੂੰ ਪਿਆਰ ਸਤਿਕਾਰ ਵੀ ਮਿਲਦਾ ਹੈ। ਮੇਰੇ ਬੱਚੇ ਨੇ, ਨੂੰਹਾਂ ਪੁੱਤਰ ਪੋਤਰੇ ਨੇ, ਮੇਰੇ ਰਿਸ਼ਤੇਦਾਰ ਨੇ, ਸਾਰੇ ਬੜਾ ਪਿਆਰ ਕਰਦੇ ਨੇ, ਜਿੱਥੇ ਜਾਣਾ ਸਤਿਕਾਰ ਮਿਲਦਾ ਹੈ। ਪਰ ਫਿਰ ਵੀ ਇੰਝ ਜਾਪਦਾ ਵੀ ਮੇਰੀ ਜ਼ਿੰਦਗੀ ਖਾਲੀ ਖਾਲੀ ਹੈ, ਕੁਛ ਵੀ ਨਹੀਂ, ਜੀਵਨ ਅਸਾਰ ਜਿਹਾ ਲੱਗਦਾ ਹੈ। ਹੁਣ ਇਸ ਬੰਦੇ ਨੂੰ ਪੁੱਛੀਏ ਕਿ ਇਹਨੂੰ ਕੀ ਪ੍ਰੋਬਲਮ ਹੈ, ਤਾਂ ਇਹ ਸਾਡੀ ਆਤਮਿਕ ਭੁੱਖ ਹੈ। ਜਦੋਂ ਅਸੀਂ ਆਪਣੀ ਨਿੱਕੀ ਜਿਹੀ ਸੋਚ ਨੂੰ ਇਸ ਵਿਸ਼ਾਲ ਸੋਚ ਦੇ ਅੰਦਰ ਮਿਲਾ ਦਿੰਦੇ ਆ ਨਾ, ਜਦੋਂ ਸਾਡਾ ਆਪਣਾ ਆਪਾ ਉਸ ਵਿਸ਼ਾਲ ਪ੍ਰਭੂ ਦੇ ਅੰਦਰ ਮਿਲ ਜਾਂਦਾ ਹੈ, ਉਦੋਂ ਬੰਦਾ ਪਰਮ ਸ਼ਾਂਤ ਹੋ ਜਾਂਦਾ ਹੈ। ਜਿਵੇਂ ਇੱਕ ਬੂੰਦ ਸਾਗਰ ਵਿੱਚ ਮਿਲ ਕੇ ਸਮੁੰਦਰ ਹੋ ਜਾਂਦੀ ਹੈ, ਫਿਰ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ। ਤਾਂ ਇਹ ਨੇ 4 ਕਿਸਮ ਦੇ ਸੁੱਖ। ਹੁਣ ਦੇਖੋ ਇੱਥੇ ਜੋ ਗੱਲ ਮੇਨ ਆ ਰਹੀ ਹੈ, ਜੋ ਸੁੱਖ ਕੋ ਚਾਹੇ ਸਦਾ। ਜੇ ਤੂੰ ਸਦਾ ਚਾਹਨਾ ਹੈ ਕਿ ਇਹ ਸਾਰੇ ਸੁੱਖ ਸदैव ਟਿਕੇ ਰਹਿਣ, ਤੂੰ ਪਰਮ ਸ਼ਾਂਤ ਹੋਵੇਂ, ਤਾਂ ਉਹਦੇ ਵਾਸਤੇ ਇੱਕ ਸਾਧਨ ਦੱਸ ਰਹੇ ਨੇ, ਸ਼ਰਨ ਰਾਮ ਕੀ ਲੈ। ਰੱਬ ਦੀ ਸ਼ਰਨ ਲੈ। ਰੱਬ ਦਾ ਮਤਲਬ ਰਮਿਆ ਹੋਇਆ ਰਾਮ। ਇੱਥੇ ਦੇਖੋ ਰਾਮ ਸ਼ਬਦ ਵਰਤ ਰਹੇ ਨੇ। ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ। ਹਾਂਜੀ, ਮੇਰੀ ਆਵਾਜ਼ ਪਹੁੰਚ ਰਹੀ ਨਾ ਤੁਹਾਡੇ ਸਾਰਿਆਂ ਕੋਲ? ਹਾਂਜੀ, ਠੀਕ। ਤਾਂ ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ, ਉਹਦੀ ਸ਼ਰਨ ਦੇ ਅੰਦਰ ਆ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਰਾਮ ਦੀ ਸ਼ਰਨ ਵਿੱਚ ਜਾਣ ਦਾ ਮਤਲਬ ਕੀ ਹੈ। ਰਾਮ ਦੀ ਸ਼ਰਨ ਵਿੱਚ, ਰੱਬ ਦੀ ਸ਼ਰਨ ਵਿੱਚ ਜਾਣ ਦਾ ਮਤਲਬ ਹੈ ਕਿ ਰੱਬ ਦੇ ਭਾਣੇ ਔਰ ਰਜ਼ਾ ਨੂੰ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ ਜੀਣੀ, ਰੱਬ ਦੇ ਗੁਣਾਂ ਦੇ ਧਾਰਨੀ ਹੋਣਾ, ਸੱਚ ਨੂੰ ਅਪਣਾ ਲੈਣਾ। ਤਾਂ ਜਦੋਂ ਬੰਦਾ ਸੱਚ ਨੂੰ ਅਪਣਾਏਗਾ, ਉਦੋਂ ਇਹਨੂੰ 4 ਕਿਸਮ ਦੇ ਸੁੱਖ ਮਿਲਣਗੇ। ਗੁਰਮਤ ਗਿਆਨ ਨੂੰ ਅਪਣਾਏਗਾ ਤਾਂ ਇਹਨੂੰ ਸਮਝ ਆਏਗੀ ਕਿ ਸਰੀਰਕ ਸੁੱਖ ਵਾਸਤੇ ਮੈਨੂੰ ਚਾਹੀਦੇ ਨੇ ਪਦਾਰਥ। ਤਾਂ ਗੁਰੂ ਜੀ ਨੇ ਉਹਦੇ ਵਾਸਤੇ ਸਾਨੂੰ ਦਿੱਤੀ 10 ਨਵਾਂ ਦੀ ਕਿਰਤ ਕਮਾਈ ਕਰ, ਤੇ 10 ਨਵਾਂ ਦੀ ਕਿਰਤ ਕਮਾਈ ਕਰਕੇ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰ। ਰੱਬ ਦੇ ਨੇਮਾਂ ਦੇ ਅੰਦਰ, ਕੁਦਰਤ ਦੇ ਜੋ ਨੇਮ ਨੇ, ਲਾ ਆਫ ਨੇਚਰ ਹੈ, ਉਹਦੇ ਅੰਦਰ ਆਪਣਾ ਤੂੰ ਸਾਧਨ ਪੈਦਾ ਕਰ। ਦੂਜਾ ਹੈ ਬੌਧਿਕ ਸੁੱਖ। ਤਾਂ ਬੌਧਿਕ ਸੁੱਖ ਵਾਸਤੇ ਰੱਬ ਨੇ ਸਾਨੂੰ ਬਹੁਤ ਵੱਡਾ ਦਿਮਾਗ ਦਿੱਤਾ ਹੈ। ਜਿਵੇਂ ਮੈਂ ਪਿਛਲੀ ਕਲਾਸ ਵਿੱਚ ਵੀ ਕਿਹਾ ਸੀ ਕਿ 1500 ਕਰੋੜ ਕੰਪਿਊਟਰ ਦੀ ਹਾਰਡ ਡਰਾਈਵ ਦੀ ਜਿੰਨੀ ਮੈਮਰੀ ਹੈ, ਉਨੀ ਸਾਡੇ ਕੱਲੇ ਕੱਲੇ ਬੰਦੇ ਦੇ ਦਿਮਾਗ ਦੀ ਮੈਮਰੀ ਹੈ। ਯਾਨੀ ਸਾਡੇ ਕੋਲ ਏਡਾ ਵੱਡਾ ਦਿਮਾਗ ਹੈ। ਅਸੀਂ ਇੱਕ ਚੀਜ਼ ਯਾਦ ਕਰਦੇ ਹਾਂ ਤਾਂ 10 ਚੀਜ਼ਾਂ ਹੋਰ ਯਾਦ ਕਰਨ ਲਈ ਸਾਡੀ ਮੈਮਰੀ ਵਿੱਚ ਜਗ੍ਹਾ ਬਣਦੀ ਜਾਂਦੀ। ਯਾਨੀ ਏਡਾ ਵੱਡਾ ਦਿਮਾਗ ਹੈ। ਤਾਂ ਇਹਨੂੰ ਯੂਜ਼ ਕਰ, ਗਿਆਨ ਹਾਸਲ ਕਰ। ਤੂੰ ਸਾਇੰਸ ਪੜ੍ਹ, ਫਿਜ਼ਿਕਸ ਪੜ੍ਹ, ਕੈਮਿਸਟਰੀ ਪੜ੍ਹ, ਧਰਮ ਦੀਆਂ ਪੁਸਤਕਾਂ ਪੜ੍ਹ, ਗੁਰਬਾਣੀ ਪੜ੍ਹ, ਜਿੰਨਾ ਮਰਜ਼ੀ ਗਿਆਨ ਹਾਸਲ ਕਰ ਲੈ। ਗੁਰੂ ਦੇ ਦੱਸੇ ਰਾਹ ਤੇ ਤੁਰ ਔਰ ਗਿਆਨ ਹਾਸਲ ਕਰਕੇ ਬੌਧਿਕ ਸੁੱਖ ਪਾ। ਤੀਜਾ ਸੁੱਖ ਹੈ ਮਾਨਸਿਕ ਸੁੱਖ, ਪ੍ਰੇਮ। ਹੁਣ ਦੇਖੋ, ਤੁਸੀਂ ਜਿੰਨੇ ਵੀ ਵੀਰ ਭੈਣਾਂ ਹੋ ਜਾਂ ਬਾਕੀ ਦਾ ਸਮਾਜ ਹੈ, ਤੁਹਾਡੇ ਕੋਲੋਂ ਮੈਨੂੰ ਪ੍ਰੇਮ ਤਾਂ ਹੀ ਮਿਲ ਸਕਦਾ ਹੈ ਜੇ ਮੈਂ ਤੁਹਾਡਾ ਕੋਈ ਸਹਿਯੋਗ ਕਰਦਾ, ਤੁਹਾਡੇ ਮੈਂ ਸੁੱਖਾਂ ਦੇ ਵਿੱਚ ਸ਼ਾਮਲ ਹੋਵਾਂ। ਤੇ ਜੇ ਮੈਂ ਤੁਹਾਡੇ ਘਰਾਂ ਦੇ ਸ਼ੀਸ਼ੇ ਤੋੜਾਂ, ਤੁਹਾਡੇ ਖਿਲਾਫ ਬੋਲਾਂ, ਤਾਂ ਮੈਨੂੰ ਪ੍ਰੇਮ ਥੋੜਾ ਮਿਲੇਗਾ, ਆਦਰ ਥੋੜਾ ਮਿਲੇਗਾ। ਇਸ ਲਈ ਜੇ ਮੈਂ ਸਮਾਜ ਤੋਂ ਪ੍ਰੇਮ ਚਾਹੁੰਦਾ ਹਾਂ ਤਾਂ ਮੈਨੂੰ ਸਮਾਜ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਮੈਨੂੰ ਵੀ ਦੂਜਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਹਦੇ ਵਾਸਤੇ ਗੁਰੂ ਜੀ ਨੇ ਸਾਨੂੰ ਸਾਧਨ ਦਿੱਤਾ ਹੈ ਸੇਵਾ ਦਾ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ। ਸੇਵਾ ਦਾ ਮਤਲਬ ਕਿਸੇ ਦੂਜੇ ਦਾ ਸਹਿਯੋਗ ਕਰੋ। ਤੇ ਚੌਥਾ ਹੈ ਆਤਮਿਕ ਸੁੱਖ। ਇਹਦਾ ਭਾਵ ਹੈ ਕਿ ਆਪਣੇ ਆਪੇ ਨੂੰ ਗਵਾ ਦੇਣਾ, ਆਪਣੀ ਵੱਖਰੀ ਹੋਂਦ ਨੂੰ ਖਤਮ ਕਰਨਾ, ਆਪਣੀਆਂ ਜੋ ਭਾਵਨਾਵਾਂ ਨੇ, ਆਪਣੀਆਂ ਭਾਵਨਾਵਾਂ ਨੂੰ ਸਾਰੀ ਦੁਨੀਆ ਦੀਆਂ ਭਾਵਨਾਵਾਂ ਦੇ ਵਿੱਚ ਮਿਲਾ ਦੇਣਾ। ਭਾਵ ਕਿ ਆਪਣੀ ਈਗੋ ਨੂੰ ਖਤਮ ਕਰਕੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ, ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ। ਜਦੋਂ ਅਸੀਂ ਇਹ ਚੀਜ਼ਾਂ ਅਪਣਾ ਲਵਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋ ਜਾਏਗਾ। ਤਾਂ ਹੁਣ ਇੱਥੇ ਸਾਨੂੰ ਸਮਝ ਆਈ ਕਿ ਜੋ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲਹੇ। ਕਿ ਇਹ ਮਨੁੱਖ, ਜੇ ਤੂੰ ਸदैवी ਆਤਮਿਕ ਖੇੜਾ ਔਰ ਆਤਮਿਕ ਆਨੰਦ ਚਾਹੁੰਦਾ ਹੈ ਤਾਂ ਫਿਰ ਤੂੰ ਰੱਬ ਦੀ ਸ਼ਰਨ ਲੈ। ਯਾਨੀ ਰੱਬੀ ਗੁਣਾਂ ਦਾ ਧਾਰਨੀ ਹੋ ਔਰ ਰੱਬ ਦੀ ਰਜ਼ਾ ਦੇ ਅੰਦਰ ਤੁਰਨ ਦਾ ਯਤਨ ਕਰ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਸਾਨੂੰ ਕਰਦੇ ਨੇ, ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇਹ। ਇਹ ਜੋ ਮਨੁੱਖਾ ਦੇਹੀ ਹੈ, ਇਹ ਜੋ ਤੈਨੂੰ ਸਰੀਰ ਮਿਲਿਆ ਹੈ, ਇਹ ਜੋ ਸਰੀਰ ਹੈ ਇਹ ਬੜਾ ਦੁਰਲਭ ਹੈ। ਇੱਥੇ ਦੁਰਲਭ ਦਾ ਮਤਲਬ ਬੜਾ ਕੀਮਤੀ ਹੈ। ਇਹਦੀ ਸਾਰ ਨੂੰ ਸਮਝ, ਇਹਨੂੰ ਅਜਾਈ ਨਾ ਗਵਾ। ਦੇਖੋ, ਇਹ ਚੀਜ਼ ਨੂੰ ਸਮਝਣਾ ਹੋਏ ਨਾ, ਦੁਰਲਭ ਦੇਹ ਨੂੰ,
ਤਾਂ ਕੀਮਤੀ ਹੈ ਸਰੀਰ ਬੜਾ, ਪਰ ਅਸੀਂ ਇਹ ਸਰੀਰ ਨੂੰ, ਇਸ ਜੀਵਨ ਨੂੰ ਕੌਡੀਆਂ ਦੇ ਭਾਰ ਰੋਲਨੇ ਆ ਪਏ। ਭਗਤ ਕਬੀਰ ਜੀ ਦਾ ਪਾਵਨ ਬਚਨ ਹੈ ਨਾ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਜਨਮ ਹੀਰਿਆਂ ਵਰਗਾ ਕੀਮਤੀ ਹੈ, ਯਾਨੀ ਇਹਦੇ ਵਿੱਚ ਅਸੀਂ ਹੀਰੇ ਇਕੱਠੇ ਕਰ ਸਕਦੇ ਹਾਂ, ਪਰ ਅਸੀਂ ਇਹਨੂੰ ਕੌਡੀਆਂ ਦੇ ਭਾਰ ਰੋਲ ਰਹੇ ਹਾਂ। ਕਿਵੇਂ ਰੋਲ ਰਹੇ ਹਾਂ? ਦੇਖੋ, ਹੀਰੇ ਕੀ ਨੇ? ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ। ਇਹ ਅਸੀਂ ਆਪਣੀ ਇਸ ਜ਼ਿੰਦਗੀ ਵਿੱਚ ਪੈਦਾ ਕਰਕੇ ਇਹਨੂੰ ਅਮੁੱਲਕ ਬਣਾ ਸਕਦੇ ਹਾਂ, ਇਹਨੂੰ ਅਮੁੱਲਕ ਬਣਾ ਸਕਦੇ ਹਾਂ। ਪਰ ਬੰਦਾ ਕੀ ਕਰਦਾ ਪਿਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਦਾਜ, ਦਹੇਜ, ਲੜਾਈ, ਦੰਗੇ, ਫਸਾਦ, ਇਹਨਾਂ ਦੇ ਵਿੱਚ ਗਵਾਈ ਜਾ ਰਿਹਾ। ਤਾਂ ਇਸ ਕੀਮਤੀ ਮਨੁੱਖਾ ਜਨਮ ਨੂੰ ਸਮਝ, ਇਹ ਬੜਾ ਕੀਮਤੀ ਹੈ। ਤੇਰਾ ਜੀਵਨ ਬੜਾ ਕੀਮਤੀ ਹੋ ਸਕਦਾ ਹੈ, ਤੂੰ ਸੁਖੀ ਔਰ ਸ਼ਾਂਤ ਰਹਿ ਸਕਦਾ ਹੈ, ਤੂੰ ਆਤਮਕ ਆਨੰਦ ਮਾਣ ਸਕਦਾ ਹੈ, ਤੂੰ ਰੱਬ ਵਰਗਾ ਹੋ ਸਕਦਾ ਹੈ। ਇਸ ਚੀਜ਼ ਨੂੰ ਤੂੰ ਸਮਝ ਔਰ ਰੱਬ ਦੀ ਸ਼ਰਨ ਵਿੱਚ ਰਹੋ, ਭਾਵ ਕਿ ਕੁਦਰਤ ਦੇ ਜੋ ਨੇਮ ਨੇ ਇਹਨਾਂ ਮੁਤਾਬਕ ਜ਼ਿੰਦਗੀ ਜੀ। ਔਰ ਰੱਬ ਦੀ ਸ਼ਰਨ ਦਾ ਮਤਲਬ ਰੱਬ ਦੇ ਗੁਣਾਂ ਦਾ ਧਾਰਨੀ ਹੋ। ਅਗਲੇ ਸ਼ਲੋਕ ਵਿੱਚ ਗੁਰਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ, ਮਾਇਆ ਕਾਰਨ ਧਾਵਹੀਂ ਮੂਰਖ ਲੋਗ ਅਜਾਨ, ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਧਾਵਹੀਂ ਦਾ ਮਤਲਬ ਦੌੜੇ ਫਿਰਦੇ ਨੇ, ਬਹੁਵਚਨ ਸ਼ਬਦ ਹੈ, ਕਿਉਂਕਿ ਅੱਗੇ ਮੂਰਖ ਲੋਗ ਔਰ ਅਜਾਨ, ਇਹਨਾਂ ਤਿੰਨਾਂ ਹੀ ਸ਼ਬਦਾਂ ਦੇ ਥੱਲੇ ਔਂਕੜ ਨਹੀਂ ਹੈ। ਇਹ ਮੁਕਤੇ ਸ਼ਬਦ ਨੇ, ਤੇ ਜਦੋਂ ਵੀ ਕਿਸੇ ਨਾਉਨ ਦਾ ਆਖਿਰਲਾ ਅਕਸ਼ਰ ਮੁਕਤਾ ਹੁੰਦਾ ਹੈ, ਕਰੀਬ ਕਰੀਬ ਉਹ ਬਹੁਵਚਨੀ ਸ਼ਬਦ ਹੁੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਮੂਰਖ ਬੇਸਮਝ ਬੰਦੇ ਨਿਰੀ ਮਾਇਆ ਦੇ ਪਿੱਛੇ ਹੀ ਭਟਕਦੇ ਫਿਰਦੇ ਨੇ, ਮਾਇਆ ਦੇ ਪਿੱਛੇ ਦੌੜ ਰਹੇ। ਇਹ ਚੀਜ਼ ਹੁਣ ਸਮਝਣ ਵਾਲੀ ਹੈ। ਦੋ ਚੀਜ਼ਾਂ ਨੇ, ਇੱਕ ਮਾਇਆ ਔਰ ਇੱਕ ਮੂਰਖ। ਜੋ ਇਨਸਾਨ ਮਾਇਆ ਦੇ ਪਿੱਛੇ ਦੌੜ ਰਿਹਾ ਹੈ, ਉਹ ਬੰਦਾ ਮੂਰਖ ਹੈ। ਹੁਣ ਸਭ ਤੋਂ ਪਹਿਲਾਂ ਇਹ ਚੀਜ਼ ਸਮਝਣ ਵਾਲੀ ਹੈ ਕਿ ਮੂਰਖ ਕਿਹਨੂੰ ਕਹਿੰਦੇ ਨੇ, ਕਿਉਂਕਿ ਇਹ ਚੀਜ਼ ਸਾਨੂੰ ਸਮਝ ਵਿੱਚ ਆ ਜਾਏ ਤੇ ਅਸੀਂ ਆਪਣਾ ਵੀ ਸੈਲਫ ਐਨਾਲਿਸਿਸ ਕਰ ਲਈਏ ਕਿ ਕਿਤੇ ਅਸੀਂ ਵੀ ਤੇ ਮੂਰਖਾਂ ਦੀ ਕੈਟੇਗਰੀ ਵਿੱਚ ਨਹੀਂ ਹੁੰਦੇ। ਦੇਖੋ, ਮੂਰਖ ਕਿਹਨੂੰ ਕਹਿੰਦੇ ਨੇ? ਮੂਰਖ ਦੋ ਸ਼ਬਦਾਂ ਤੋਂ ਬਣਿਆ ਹੈ। ਮੂੰਹ ਰੱਖ, ਜਿਨਨੇ ਕੇਵਲ ਮੂੰਹ ਰੱਖਿਆ ਹੈ ਉਹ ਮੂਰਖ ਹੈ, ਯਾਨੀ ਜ਼ਬਾਨ ਚਲਾਉਂਦਾ ਹੈ। ਮੇਰੀ ਤਰ੍ਹਾਂ ਜ਼ਬਾਨ ਬੜੀ ਚੱਲਦੀ ਹੈ, ਗੱਲਾਂ ਬੜੀਆਂ ਕਰਦਾ ਹੈ, ਪਰ ਉਹਨਾਂ ਕੰਮਾਂ ਤੇ ਅਮਲ ਨਹੀਂ ਕਰਦਾ, ਸੱਚ ਤੇ ਅਮਲ ਨਹੀਂ ਕਰਦਾ। ਦਇਆ ਦੀਆਂ ਗੱਲਾਂ ਕਰਦਾ ਹੈ, ਪ੍ਰੇਮ ਦੀਆਂ ਗੱਲਾਂ ਕਰਦਾ ਹੈ, ਪਰ ਅਮਲ ਨਹੀਂ ਕਰਦਾ, ਸਿਰਫ ਗੱਲੀ ਬਾਤੀ ਕੜਾ ਬਣਾਉਂਦਾ। ਮੂਰਖ, ਉਹਨੇ ਮੂੰਹ ਹੀ ਮੂੰਹ ਰੱਖਿਆ ਹੈ, ਜ਼ਬਾਨ ਹੀ ਜ਼ਬਾਨ ਰੱਖੀ ਹੈ, ਕਥਨੀ ਹੈ ਕਰਨੀ ਨਹੀਂ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਯਾਨੀ ਜੋ ਕੇਵਲ ਕਥਨੀ ਕਰਦਾ ਹੈ, ਜੋ ਕਥਨੀ ਔਰ ਕਰਨੀ ਦਾ ਪੂਰਾ ਨਹੀਂ, ਉਹ ਬੰਦਾ ਮੂਰਖਾਂ ਦੀ ਕੈਟੇਗਰੀ ਵਿੱਚ ਆਉਂਦਾ ਹੈ। ਕਹਿੰਦਾ ਕੁਛ ਹੋਰ ਹੈ, ਕਰਦਾ ਕੁਛ ਹੋਰ ਹੈ। ਦੂਜਾ ਹੈ ਮੂਰਖ, ਜਿਹਨੇ ਮੂੰਹ ਹੀ ਮੂੰਹ ਰੱਖਿਆ ਹੈ, ਕਿ ਕੇਵਲ ਖਾਣ ਹੀ ਰੱਖਿਆ। ਅਸੀਂ ਕਹਿੰਦੇ ਬੰਦੇ ਨੇ ਮੂੰਹ ਹੀ ਰੱਖਿਆ, ਸਾਰੀ ਪ੍ਰੋਪਰਟੀ ਖਾ ਹੀ ਗਿਆ, ਬਣਾਇਆ ਉਹਨੇ ਸਾਰੀ ਉਮਰ ਕੁਛ ਨਹੀਂ। ਮੂਰਖ ਦਾ ਮਤਲਬ ਜਿਹਨੇ ਮੂੰਹ ਰੱਖਿਆ ਹੈ, ਖਾਣ ਰੱਖਿਆ ਹੈ, ਖਾਈ ਜਾ ਰਿਹਾ ਹੈ, ਕਰ ਕੁਛ ਨਹੀਂ ਰਿਹਾ, ਬੇਗਾਨੇ ਹੱਕ ਖਾਈ ਜਾਂਦਾ। ਕਈ ਲੋਕ ਇੰਨੇ ਭੁੱਖੇ ਹੁੰਦੇ ਨੇ, ਉਹ ਦੂਜਿਆਂ ਦੇ ਸੁੱਖ ਵੀ ਖਾ ਜਾਂਦੇ ਨੇ, ਦੂਜਿਆਂ ਦੇ ਹੱਕ ਵੀ ਨਿਗਲ ਜਾਂਦੇ ਨੇ। ਤਾਂ ਉਹ ਬੰਦਾ ਮੂਰਖ ਹੈ, ਜਿਹਨੇ ਕੇਵਲ ਖਾਣ ਰੱਖਿਆ ਹੈ, ਲੇਕਿਨ ਕਰਦਾ ਕੁਛ ਨਹੀਂ। ਦੇਖੋ, ਇਹ ਚੀਜ਼ ਸਮਝਣ ਵਾਲੀ ਹੈ। ਇਸ ਸਮਾਜ ਦੇ ਅੰਦਰੋਂ ਧੀਆਂ, ਪੁੱਤਰ, ਭੈਣ, ਭਰਾ, ਜ਼ਮੀਨ, ਜਾਇਦਾਦ, ਧਨ ਦੌਲਤ, ਸਾਨੂੰ ਕਿੰਨਾ ਕੁਛ ਮਿਲਿਆ ਹੈ। ਇੰਨਾ ਕੁਛ ਅਸਾਂ ਸਮਾਜ ਚੋਂ ਲਿਆ। ਹੁਣ ਜੇ ਸਾਨੂੰ ਕੋਈ ਪੁੱਛੇ ਕਿ ਤੁਸੀਂ ਸਮਾਜ ਨੂੰ ਕੀ ਦਿੱਤਾ ਹੈ, ਤੁਹਾਡੀ ਇਸ ਸਮਾਜ ਨੂੰ ਕੀ ਦੇਣ ਹੈ, ਕੋਈ ਸਾਇੰਸ ਦੀ ਖੋਜ ਕਰਕੇ ਦਿੱਤੀ ਹੈ, ਜਾਂ ਕਿਸੇ ਦਾ ਕੋਈ ਸਹਿਯੋਗ ਕੀਤਾ ਹੈ, ਜਾਂ ਕੋਈ ਧਰਮ ਦੀ ਦੁਨੀਆ ਵਿੱਚ ਬਹੁਤ ਵੱਡੀ ਮੱਲ ਮਾਰੀ ਹੈ, ਜਾਂ ਕਿਸੇ ਭੁੱਖੇ ਨੂੰ ਰੁਝਾਇਆ ਹੈ, ਜਾਂ ਕੀ ਦੇਣ ਹੈ, ਤੁਹਾਡੀ ਕੀ ਦੇਣ ਹੈ। ਤੇ ਜਦੋਂ ਅਸੀਂ ਆਪਣੇ ਜੀਵਨ ਵੱਲ ਵੇਖਾਂਗੇ, ਯਾਰ ਦੇਣ ਤੇ ਸਾਡੀ ਕੁਛ ਵੀ ਨਹੀਂ, ਤੇ ਇਹਦਾ ਮਤਲਬ ਅਸੀਂ ਮੂਰਖਾਂ ਦੀ ਕੈਟੇਗਰੀ ਵਿੱਚ ਆ ਗਏ। ਸਿਰਫ ਖਾਣ ਹੀ ਰੱਖਿਆ ਹੈ, ਹੋਰ ਕੁਛ ਨਹੀਂ। ਤੀਜਾ ਮੂਰਖ ਕਹਿੰਦੇ ਨੇ ਮੂੰਹ ਰੱਖ,
ਜਿਹੜਾ ਬੰਦਾ ਮੂੰਹ ਨਹੀਂ ਕਰਦਾ। ਤੁਹਾਡੇ ਸਾਹਮਣੇ ਤੁਹਾਡੀ ਸਿਫਤ, ਵਾਹ ਜੀ ਵਾਹ ਪ੍ਰਧਾਨ ਜੀ ਤੁਸੀਂ ਬੜੇ ਚੰਗੇ ਬੰਦੇ ਹੋ, ਕਿਆ ਬਾਤ, ਤੁਹਾਡੇ ਵਰਗਾ ਤੇ ਬੰਦਾ ਹੀ ਕੋਈ ਨਹੀਂ। ਤੁਸੀਂ ਆਏ, ਤੁਹਾਡੀ ਸਿਫਤ, ਤੇ ਤੁਸੀਂ ਗਏ, ਦੂਜਾ ਬੰਦਾ ਆ ਗਿਆ, ਉਹਨੂੰ ਕਹਿਣ ਲੱਗੇ ਵਾਹ ਜੀ ਵਾਹ ਤੁਸੀਂ ਕਿੰਨੇ ਵਧੀਆ ਬੰਦੇ ਹੋ ਪ੍ਰਧਾਨ, ਤੇ ਕੁਛ ਵੀ ਨਹੀਂ। ਜਿਹੜਾ ਪਹਿਲੋਂ ਬੰਦਾ ਗਿਆ ਉਹ ਤੇ ਬਿਲਕੁਲ ਕੱਖ ਵੀ ਨਹੀਂ, ਤੇ ਨਕੰਮਾ ਹੈ। ਸੱਚ ਨੂੰ ਸੱਚ ਨਾ ਕਹਿਣਾ, ਝੂਠ ਨੂੰ ਝੂਠ ਨਾ ਕਹਿਣਾ ਮੌਕੇ ਤੇ, ਉਹਨੂੰ ਕਹਿੰਦੇ ਨੇ ਮੂੰਹ ਰੱਖ। ਜਿਹੜਾ ਮੂੰਹ ਰੱਖ ਨਹੀਂ ਕਰਦਾ ਹੈ, ਜਿਹੜਾ ਬੰਦਾ ਆ ਗਿਆ ਉਹਦੀ ਚਾਪਲੂਸੀ ਕਰਨ ਲੱਗ ਗਿਆ, ਔਰ ਸੱਚ ਨੂੰ ਸੱਚ ਨਾ ਕਿਹਾ, ਸ਼ਹੀਦ ਨੂੰ ਸ਼ਹੀਦ ਨਹੀਂ, ਸੰਤ ਨੂੰ ਸੰਤ ਨਹੀਂ, ਸਾਧ ਨੂੰ ਸਾਧ ਨਹੀਂ, ਚੰਗੇ ਨੂੰ ਚੰਗਾ ਨਹੀਂ, ਮਾੜੇ ਨੂੰ ਮਾੜਾ ਨਹੀਂ। ਭਾਵ ਕਿ ਜਿਹੜਾ ਚੰਗਾ ਹੈ ਉਹਨੂੰ ਚੰਗਾ ਨਹੀਂ ਕਹਿਣਾ, ਮਾੜੇ ਨੂੰ ਮਾੜਾ ਨਹੀਂ ਕਹਿਣਾ, ਸੱਚ ਨੂੰ ਸੱਚ ਨਹੀਂ ਕਹਿਣਾ, ਝੂਠ ਨੂੰ ਝੂਠ ਨਹੀਂ ਕਹਿਣਾ, ਮੂੰਹ ਰੱਖਣੀ ਕਰਨੀ, ਚਾਪਲੂਸੀਆਂ ਕਰਨੀਆਂ, ਉਹ ਬੰਦਾ ਮੂਰਖਾਂ ਦੀ ਕੈਟੇਗਰੀ ਵਿੱਚ ਆਉਂਦਾ ਹੈ। ਤਾਂ ਇਹਨੂੰ ਕਹਿੰਦੇ ਨੇ ਮੂੰਹ ਰੱਖ, ਜਿਹੜਾ ਕਥਨੀ ਔਰ ਕਰਨੀ ਦਾ ਪੂਰਾ ਨਹੀਂ, ਜਿਨਨੇ ਕੇਵਲ ਖਾਨ ਹੀ ਖਾਨ ਰੱਖਿਆ ਹੈ, ਔਰ ਜਿਹੜਾ ਕਥਨੀ ਕਰਨੀ ਦਾ ਪੂਰਾ ਨਹੀਂ, ਔਰ ਜਿਹੜਾ ਚਾਪਲੂਸੀਆਂ ਵਗੈਰਾ ਕਰਦਾ ਹੈ, ਮੂਰਖਾਂ ਦੀ ਕੈਟੇਗਰੀ ਵਿੱਚ। ਇੱਕ ਮੂਰਖ ਦੀ ਨਿਸ਼ਾਨੀ ਹੋਰ ਹੈ। ਮੂਰਖ ਬੰਦਾ ਬੋਲਦਾ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਕੀ ਬੋਲ ਰਿਹਾ, ਮੇਰੇ ਬੋਲਣ ਦਾ ਰਿਜ਼ਲਟ ਕੀ ਨਿਕਲੇਗਾ। ਮੂਰਖ ਬੰਦਾ ਖਾ ਰਿਹਾ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਕੀ ਖਾ ਰਿਹਾ। ਮੂਰਖ ਬੰਦਾ ਚੱਲ ਰਿਹਾ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਕਿੱਧਰ ਚੱਲ ਰਿਹਾ। ਵੇਖਿਆ ਨਾ, ਪਾਗਲ ਕਈ ਵਾਰੀ ਸੜਕ ਦੇ ਉੱਤੇ ਵਿਚਾਰੇ ਤੁਰੇ ਫਿਰਦੇ ਨੇ, ਪਤਾ ਹੀ ਨਹੀਂ ਕਿੱਧਰ ਜਾ ਰਹੇ ਆ, ਕੀ ਪਾ ਰਹੇ ਆ, ਕੀ ਖਾ ਰਹੇ ਆ, ਕੁਛ ਵੀ ਨਹੀਂ ਪਤਾ। ਮੂਰਖ ਦੀ ਇਹ ਨਿਸ਼ਾਨੀ ਹੈ ਕਿ ਜੋ ਉਹ ਕਰਮ ਕਰ ਰਿਹਾ ਹੈ ਉਹਦਾ ਰਿਜ਼ਲਟ ਕੀ ਨਿਕਲੇਗਾ, ਉਹਦੇ ਬੋਲਾਂ ਦਾ ਰਿਜ਼ਲਟ ਕੀ ਨਿਕਲੇਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਬੇਸਮਝ ਲੋਕ ਨੇ ਨਾ, ਉਹ ਮਾਇਆ ਦੇ ਪਿੱਛੇ ਦੌੜ ਰਹੇ ਨੇ। ਤੇ ਇੱਥੇ ਮਾਇਆ ਨੂੰ ਸਮਝ ਲੈਣਾ। ਇੱਕ ਤਾਂ ਨੇ ਪਦਾਰਥ ਕੀ, ਕੇਵਲ ਪਦਾਰਥ ਹੀ ਇਕੱਠੇ ਕਰਨੇ, ਤੇ ਇਨਸਾਨੀਅਤ ਨੂੰ ਗਵਾ ਦੇਣਾ। ਕਬੀਰ ਦੀਨ ਗਵਾਇਆ ਦੁਨੀ ਸਿਓ, ਪਦਾਰਥ ਆ ਜਾਣ ਤੇ ਧਰਮ ਵੀ ਜਾਂਦਾ ਹੈ ਤੇ ਚਲਾ ਜਾਏ। ਦੇਖੋ ਗੁਰੂ ਨਾਨਕ ਦੇਵ ਜੀ ਦੁਕਾਨ ਤੇ ਬੈਠਦੇ ਨੇ ਮੋਦੀ ਖਾਨੇ ਤੇ, ਤਾਂ ਉਹਨਾਂ ਦਾ ਦੁਕਾਨ ਵੀ ਗੁਰਦੁਆਰਾ ਬਣ ਜਾਂਦਾ ਹੈ, ਦੁਕਾਨ ਵੀ ਧਰਮ ਬਣ ਜਾਂਦੀ ਹੈ। ਤੇ ਅਸੀਂ ਗੁਰਦੁਆਰਿਆਂ ਨੂੰ ਵੀ ਦੁਕਾਨਾਂ ਬਣਾ ਲਿਆ, ਮੰਦਿਰਾਂ ਨੂੰ ਦੁਕਾਨਾਂ ਬਣਾ ਲਿਆ, ਧਰਮ ਅਸਥਾਨਾਂ ਨੂੰ ਦੁਕਾਨਾਂ ਬਣਾ ਬੈਠੇ। ਤਾਂ ਰਿਜ਼ਲਟ ਕੀ ਉਹਦਾ ਹੋਏਗਾ, ਇਹ ਚੀਜ਼ ਸੋਚਣ ਵਾਲੀ ਹੈ। ਤਾਂ ਜ਼ਰੂਰਤ ਹੈ ਕਿ ਗੁਰੂ ਜੀ ਕਹਿੰਦੇ ਨੇ ਇੱਥੇ ਮਾਇਆ ਦਾ ਮਤਲਬ ਕਿ ਪਦਾਰਥ ਸਾਡੇ ਵਾਸਤੇ ਜ਼ਰੂਰੀ ਨੇ, ਪਰ ਉਹਨਾਂ ਪਦਾਰਥਾਂ ਵਾਸਤੇ ਜ਼ਮੀਰ ਵੇਚ ਦੇਣੀ, ਦੀਨ ਇਮਾਨ ਗਵਾ ਦੇਣਾ, ਇਨਸਾਨੀਅਤ ਖਤਮ ਕਰ ਦੇਣੀ, ਬੇਗਾਨੇ ਹੱਕ ਖਾਈ ਜਾਣੇ, ਠੱਗੀਆਂ ਮਾਰਨੀਆਂ, ਇਹ ਕਦੇ ਵੀ ਚੰਗਾ ਕੰਮ ਨਹੀਂ। ਕਿਉਂਕਿ ਗੁਰੂ ਜੀ ਕਹਿੰਦੇ ਨੇ ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਤਦਾਰਾ ਤੇ ਆਨ ਲੁਟਾਵੇ। ਠੱਗੀਆਂ ਨਹੀਂ ਮਾਰਨੀਆਂ, 10 ਨਵਾਂ ਦੀ ਕਿਰਤ ਕਮਾਈ ਕਰਨੀ ਹੈ, ਪਹਿਲੀ ਗੱਲ। ਦੂਜੀ ਗੱਲ ਹੈ, ਮਾਇਆ ਇੱਕ ਬਿਰਤੀ ਦਾ ਨਾਮ ਹੈ। ਉਹ ਬਿਰਤੀ ਜੋ ਸਾਨੂੰ ਇੱਕ ਦੂਜੇ ਵਿੱਚ ਰੱਬ ਨਹੀਂ ਵੇਖਣ ਦਿੰਦੀ, ਉਹ ਸਾਡੀ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਔਰ ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਸ ਸੋਚ ਨੂੰ ਮਾਇਆ ਕਹਿੰਦੇ ਨੇ। ਤੇ ਉਸ ਸੋਚ ਦੇ ਕਾਰਨ ਇਹ ਬੰਦਾ ਕੇਵਲ ਪਦਾਰਥਾਂ ਦੇ ਪਿੱਛੇ ਹੀ ਦੌੜਿਆ ਫਿਰਦਾ ਹੈ, ਇਨਸਾਨੀਅਤ ਗਵਾ ਲੈਂਦਾ ਹੈ, ਔਰ ਆਪਣੇ ਜੀਵਨ ਨੂੰ ਕੀ ਕਰ ਲੈਂਦਾ ਹੈ। ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਨ। ਸਿਰਾਨ ਦਾ ਮਤਲਬ ਬੀਤ ਜਾਂਦਾ ਹੈ, ਗੁਜ਼ਰ ਜਾਂਦਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਹੇ ਭਾਈ, ਪ੍ਰਭੂ ਦੇ ਭਜਨ ਤੋਂ ਬਿਨਾ ਸਾਰੀ ਜ਼ਿੰਦਗੀ ਵਿਅਰਥ ਬੀਤ ਜਾਂਦੀ ਹੈ। ਪ੍ਰਭੂ ਦਾ ਭਜਨ ਦਾ ਮਤਲਬ ਹੈ ਉਹਦੀ ਸਿਫਤ ਸਲਾਹ ਕਰਨੀ। ਭਜਨ ਦਾ ਜਾਂ ਭਗਤੀ ਦਾ ਮਤਲਬ ਇਹ ਨਹੀਂ ਕਿ ਮਾਲਾ ਫੜ ਕੇ ਇੱਕ ਥਾਂ ਤੇ ਬਹਿ ਜਾਓ ਤੇ ਮਾਲਾ ਫੇਰੀ ਜਾਓ। ਭਗਤੀ ਦਾ ਮਤਲਬ ਇਹ ਨਹੀਂ ਕਿ ਕਿਤੇ ਇਸ ਤਰ੍ਹਾਂ ਸਮਾਧੀਆਂ ਲਾ ਲਓ। ਇਹਨਾਂ ਚੀਜ਼ਾਂ ਦਾ ਗੁਰੂ ਜੀ ਨੇ ਜਪਜੀ ਸਾਹਿਬ ਜੀ ਦੀਆਂ ਆਰੰਭਕ ਪੰਕਤੀਆਂ ਵਿੱਚ ਹੀ ਖੰਡਨ ਕਰ ਦਿੱਤਾ ਹੈ। ਚੁੱਪੈ ਚੁੱਪ ਨਾ ਹੋ ਗਈ, ਜੇ ਲਾਏ ਰਹਾ ਲਿਵਤਾਰ। ਜੇ ਮੈਂ ਲਗਾਤਾਰ ਸਮਾਧੀ ਵੀ ਲਾਈ ਰੱਖਾਂ ਤਾਂ ਵੀ ਮਨ ਚੁੱਪ ਨਹੀਂ ਕਰਦਾ, ਮਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਜਿਹੜੀ ਨਹੀਂ ਜਾਂਦੀ। ਤਾਂ ਜੋ ਸਿੱਖ ਭਗਤੀ ਹੈ, ਜੋ ਸਿੱਖ ਗੁਰੂ ਸਾਹਿਬਾਨ ਗਿਆਨੀ ਜੀ, ਆਪ ਜੀ ਦੀ ਆਵਾਜ਼ ਬੰਦ ਹੋ ਗਈ। ਉਹਨਾਂ ਨੂੰ ਗਾਣ ਠੀਕ ਹੈ, ਕਰੋ। ਬਾਰ ਹੋ ਰਹੀ ਹੈ। ਅੱਛਾ, ਆਵਾਜ਼ ਫਿਰ ਇੰਟਰਨੈਟ ਦੀ ਪ੍ਰੋਬਲਮ ਆ ਰਹੀ ਹੋਣੀ, ਬਾਕੀ ਤਾਂ ਠੀਕ ਹੈ ਸਾਰਾ। ਹੁਣ ਠੀਕ ਹੈ ਜੀ। ਹਾਂ, ਥੋੜਾ ਜਿਹਾ ਨਾ ਉਹ ਆਪਣਾ ਇੰਟਰਨੈਟ ਸਲੋ ਹੈਗਾ। ਨਹੀਂ ਜੀ, ਕੋਈ ਨਹੀਂ, ਕਰੋ ਹੁਣ ਠੀਕ ਹੈ। ਹਾਂਜੀ, ਤੇ ਆਪਣਾ ਕਹੋ ਨਾਨਕ ਬਿਨ ਹਰ ਭਜਨ,
ਇੱਥੇ ਭਜਨ ਗਾਣ ਦਾ ਮਤਲਬ ਜਾਂ ਗੁਣ ਗਾਣ ਦਾ ਮਤਲਬ ਇਹ ਨਹੀਂ ਕਿ ਢੋਲਕੀ ਗਲ ਚ ਪਾ ਕੇ ਗਾਣਾ ਇਹਨੇ। ਗੁਣ ਗਾਣ ਦਾ ਮਤਲਬ ਹੈ ਕਿ ਗੁਣਾਂ ਦੇ ਧਾਰਨੀ ਹੋਣਾ ਹੈ, ਮਨ ਵਚਨ ਔਰ ਕਰਮ ਕਰਕੇ। ਮਨ ਵਚਨ ਔਰ ਕਰਮ ਕਰਕੇ ਯਾਨੀ ਸਾਡੀ ਮੈਂਟੈਲਿਟੀ ਦੇ ਅੰਦਰ ਵੀ ਸੱਚ ਹੋਵੇ, ਸਾਡੇ ਬੋਲ ਵੀ ਸੱਚੇ ਹੋਣ ਔਰ ਸਾਡਾ ਵਿਹਾਰ ਵੀ ਸੱਚਾ ਹੋਵੇ। ਗੁਰੂ ਜੀ ਕਹਿੰਦੇ ਨੇ ਜਦੋਂ ਤੱਕ ਤੂੰ ਮਨ ਵਚਨ ਔਰ ਕਰਮ ਕਰਕੇ ਰੱਬੀ ਗੁਣਾਂ ਦੇ ਨਾਲ ਨਹੀਂ ਜੁੜਦਾ, ਉਦੋਂ ਤੱਕ ਤੇਰੀ ਜ਼ਿੰਦਗੀ ਇਹ ਵਿਅਰਥ ਗਵਾਚੇਗੀ। ਚਾਹੇ ਤੇਰੇ ਕੋਲ ਕਿੰਨੇ ਪਦਾਰਥ ਹੋਣ। ਦੇਖੋ ਹੁਣ ਸਾਡੇ ਕੋਲ, ਅਸੀਂ ਵੇਖਦੇ ਹਾਂ ਦੁਨੀਆ ਵਿੱਚ ਕਿੰਨੇ ਲੋਕਾਂ ਦੇ ਕੋਲ ਵੱਡੇ ਵੱਡੇ ਘਰ ਨੇ, ਪਰ ਘਰਾਂ ਦੇ ਵਿੱਚ ਕਲੇਸ਼ ਹੈ, ਭਰਾ ਦੀ ਭਰਾ ਨਾਲ ਨਹੀਂ ਬਣਦੀ, ਇੱਕ ਦੇਸ਼ ਦੂਜੇ ਦੇਸ਼ ਦੇ ਉੱਤੇ ਹਮਲਾਵਰ ਹੈ, ਇੱਕ ਧਰਮ ਦੂਜੇ ਧਰਮ ਦਾ ਵੈਰੀ ਹੈ, ਇੱਕ ਜਾਤ ਦੂਜੀ ਜਾਤ ਦੇ ਨਾਲ, ਯਾਨੀ ਕਿੰਨਾ ਕੁਛ ਖਲਜਗਣ ਬੰਦੇ ਨੇ ਖਿਲਾਰ ਲਿਆ। ਕਿਉਂ? ਕਿਉਂਕਿ ਇਹ ਮਨ ਵਚਨ ਕਰਮ ਕਰਕੇ ਗੁਣਾਂ ਦਾ ਧਾਰਨੀ ਨਹੀਂ ਰਿਹਾ। ਜੇ ਗੁਣਾਂ ਦਾ ਧਾਰਨੀ ਨਹੀਂ ਹੋਏਗਾ ਤਾਂ ਤੇਰੀ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੋ ਜਾਣਗੇ, ਤੇਰਾ ਜੀਵਨ ਬੇਕਾਰ ਹੋ ਜਾਏਗਾ। ਹੁਣ ਕਿੰਨਾਂ ਦਾ ਜੀਵਨ ਬੇਕਾਰ ਹੋ ਰਿਹਾ? ਜਿਨ੍ਹਾਂ ਦੇ ਅੰਦਰ ਮਾਇਆ ਵਾਲੀ ਸੋਚ ਹੈ, ਜਿਨ੍ਹਾਂ ਦੇ ਅੰਦਰ ਮਾਇਆ ਵਾਲੀ ਸੋਚ ਹੈ, ਔਰ ਜਿਹੜੇ ਕੇਵਲ ਦੀਨ ਇਮਾਨ ਨੂੰ ਛੱਡ ਕੇ ਤੇ ਕੇਵਲ ਪਦਾਰਥਾਂ ਦੇ ਪਿੱਛੇ ਵਿਚਰ ਰਹੇ ਨੇ, ਯਾਨੀ ਜਿਨ੍ਹਾਂ ਨੇ ਸੱਚ ਦਾ ਤਿਆਗ ਕਰਤਾ, ਉਹਨਾਂ ਦਾ ਜੀਵਨ ਬੇਕਾਰ ਹੋ ਜਾਂਦਾ। 29 ਨੰਬਰ ਸ਼ਲੋਕ ਵਿੱਚ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਜੋ ਪ੍ਰਾਨੀ ਨਿਸਤਿਨ ਭਜੈ ਰੂਪ ਰਾਮ ਤਿਹ ਜਾਨ। ਹੁਣ ਸਾਨੂੰ ਕਿਵੇਂ ਪਤਾ ਲੱਗੇ ਕਿ ਬੰਦਾ ਰੱਬ ਦੇ ਵਿੱਚ ਮਿਲ ਗਿਆ ਹੈ, ਬੰਦੇ ਨੂੰ ਰੱਬ ਦੀ ਪ੍ਰਾਪਤੀ ਹੋ ਗਈ ਹੈ? ਉਹਦਾ ਸਾਨੂੰ ਪਤਾ ਕਿਵੇਂ ਲੱਗੇ? ਉਹਦੀ ਖਬਰ ਦੇ ਰਹੇ ਨੇ। ਆਮ ਕਰਕੇ ਜਦੋਂ ਅਸੀਂ ਆਮ ਧਰਮੀ ਲੋਕਾਂ ਨੂੰ ਮਿਲਦੇ ਹਾਂ ਨਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁ ਗਿਣਤੀ ਸਾਨੂੰ ਇਹ ਦੱਸਦੀ ਕਿ ਫਲਾਂ ਬੰਦਾ ਜੀ ਉਹ ਤੇ ਫਰਸ਼ ਤੋਂ ਤਾਂ ਉੱਡ ਜਾਂਦਾ ਹੈ, ਫਲਾਂ ਬੰਦਾ ਉਹਨੇ ਵੇਖਿਆ ਤੇ ਸਾਰੇ ਦੇ ਸਾਰੇ ਕਮਰੇ ਵਿੱਚ ਚਾਨਣ ਹੋ ਗਿਆ। ਮੈਨੂੰ ਵੀ ਇੱਕ ਬੰਦਾ ਇੱਥੇ ਮਿਲਿਆ ਸੀ ਇੱਕ ਵਾਰੀ ਕਰਨਾਲ ਡਿਸਟ੍ਰਿਕਟ ਦੇ ਵਿੱਚ, ਕਹਿਣ ਲੱਗਾ ਜੀ ਮੈਂ ਜਦੋਂ ਬਾਣੀ ਪੜ੍ਹਦਾ ਸਾਂ ਸੁਖਮਨੀ ਸਾਹਿਬ ਤੇ ਮੇਰੇ ਅੰਦਰੋਂ ਇੱਕ ਜੋਤ ਨਿਕਲੀ, ਉਹ ਉਤਾਂ ਨੂੰ ਉੜਦੀ ਗਈ, ਮੈਂ ਉਹਦੇ ਪਿੱਛੇ ਪਿੱਛੇ ਚਲਾ ਗਿਆ ਤੇ ਫਿਰ ਮੈਂ ਦੇਖਿਆ ਵੀ ਕਮਰੇ ਵਿੱਚੋਂ ਲਾਈਟ ਜਿਹੜੀ ਹੈ ਬੰਦ ਹੋ ਗਈ ਹੈ, ਪਰ ਪੂਰਾ ਕਮਰਾ ਜਿਹੜਾ ਸੀ ਚਾਨਣ ਦੇ ਨਾਲ ਭਰਿਆ ਹੋਇਆ ਸੀ ਤੇ ਮੇਰੇ ਮੱਥੇ ਦੇ ਉੱਤੇ ਵੀ ਇਸ ਤਰ੍ਹਾਂ ਚਾਨਣ ਦੇ ਲਿਸ਼ਕਾਰੇ ਪੈਂਦੇ ਰਹਿੰਦੇ ਨੇ। ਤਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ? ਮੈਂ ਕਿਹਾ ਵੀ ਇਹਦੇ ਬਾਰੇ ਮੈਂ ਤਾਂ ਹੀ ਕਹਾਂਗਾ ਵੀ ਤੂੰ ਕਿਸੇ ਦਿਮਾਗ ਵਾਲੇ ਡਾਕਟਰ ਨੂੰ ਵਿਖਾ, ਕੋਈ ਪ੍ਰੋਬਲਮ ਹੋ ਸਕਦੀ ਹੈ। ਯਾਨੀ ਕਹਿਣ ਦਾ ਮਤਲਬ ਸਾਨੂੰ ਕੋਈ ਤੇ ਕਹਿੰਦਾ ਅੰਦਰ ਚਾਨਣ ਦਿਸਦਾ ਹੈ, ਬਾਹਰ ਚਾਨਣ ਹੋ ਜਾਂਦਾ ਹੈ। ਕੋਈ ਸਾਨੂੰ ਇਹ ਕਹਿੰਦਾ ਹੈ ਕਿ ਅੰਦਰ ਬੰਸਰੀ ਦੀ ਆਵਾਜ਼ ਆਉਂਦੀ ਹੈ, ਅੰਦਰ ਛੈਣਿਆਂ ਦੀ ਆਵਾਜ਼ ਆਉਂਦੀ ਹੈ, 5 ਤਰ੍ਹਾਂ ਦੇ ਸਾਜ਼ ਸਾਨੂੰ ਸੁਣਾਈ ਦਿੰਦੇ ਨੇ। ਹੁਣ ਇਹ ਚੀਜ਼ਾਂ ਨਾ ਸੋਚਣ ਵਾਲੀਆਂ ਨੇ, ਕਿਉਂਕਿ ਇਹ ਆਮ ਬੰਦੇ ਦੇ ਹਿੱਸੇ ਤਾਂ ਇਹ ਚੀਜ਼ਾਂ ਆਉਂਦੀਆਂ ਨਹੀਂ, ਨਾ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰੂਵ ਕਰਕੇ ਵਿਖਾ ਸਕਦੇ ਹਾਂ। ਗੁਰੂ ਜੀ ਨੇ ਆਮ ਬੰਦਿਆਂ ਦੀ ਗੱਲ ਕੀਤੀ ਹੈ ਇੱਥੇ, ਜਿਹੜੇ ਆ ਖਾਸ ਆਪਣੇ ਆਪ ਨੂੰ ਸਮਝੀ ਫਿਰਦੇ ਨੇ, ਇਹਨਾਂ ਦੀ ਗੱਲ ਨਹੀਂ। ਬਾਣੀ ਸਾਰਿਆਂ ਵਾਸਤੇ ਸਾਂਝੀ ਹੈ, ਇਹ ਚੀਜ਼ ਸਮਝਣ ਵਾਲੀ ਹੈ ਜਿਹਨੂੰ ਆਮ ਆਦਮੀ ਜੀ ਸਕਦਾ ਹੈ। ਮੈਂ ਥੋੜੀ ਜਿਹੀ ਇੱਥੇ ਆਪ ਦਾ ਟਾਈਮ ਲਵਾਂਗਾ। ਮੰਨ ਲਓ ਕਿ ਕੋਈ ਸਮਾਧੀ ਲਾ ਕੇ ਬਹਿੰਦਾ ਹੈ ਤੇ ਉਹਦੇ ਅੰਦਰ ਜਿਹੜੀ ਹੈ ਦਸਮ ਦੁਆਰ ਵਿੱਚ ਜਿਹਨੂੰ ਕਹਿੰਦੇ ਨੇ, ਉੱਥੇ ਅੰਦਰ ਬੰਸਰੀ ਦੀ ਆਵਾਜ਼ ਉਹਨੂੰ ਸੁਣਦੀ ਹੈ। ਮੰਨ ਲਓ ਸਪੋਜ਼ ਕਿ ਸੁਣ ਗਈ ਤੇ 10 ਸਾਲ ਸਮਾਧੀ ਲਾਉਣ ਤੋਂ ਬਾਅਦ ਸੁਣੀ, ਤਾਂ ਮੈਂ ਸਪਸ਼ਟ ਕਹਿਣਾ ਚਾਹਾਂਗਾ ਕਿ 10 ਸਾਲ ਉਹਨੇ ਬੇਕਾਰ ਗਵਾ ਦਿੱਤੇ। ਚੰਗਾ ਸੀ ਇਹੋ ਜਿਹੀ ਸਮਾਧੀ ਲਾਉਣ ਨਾਲੋਂ ਸੱਚ ਬੋਲਦਾ, 10 ਨਵਾਂ ਦੀ ਕਿਰਤ ਕਰਦਾ, 4 ਪੈਸੇ ਇਕੱਠੇ ਕਰਦਾ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦਾ, ਸਮਾਜ ਦੇ ਅੰਦਰ ਕਿਸੇ ਦਾ ਸਹਿਯੋਗ ਕਰਦਾ। ਬਾਕੀ ਰਹੀ ਬੰਸਰੀ ਦੀ ਆਵਾਜ਼, 2 ਪਾਉਂਡ ਦੀ ਬੰਸਰੀ ਬਾਜ਼ਾਰ ਚੋਂ ਲਿਆ ਕੇ ਆਪ ਵਜਾ ਲੈਂਦਾ, ਟੂੰ ਟੂੰ ਕਰਨਾ ਸੀ ਨਾ, ਜਾਂ ਇੱਥੇ YouTube ਤੇ ਬੰਸਰੀ ਸੁਣ ਲੈਂਦਾ। ਤਾਂ ਕਹਿਣ ਤੋਂ ਭਾਵ ਕਿ ਸਾਨੂੰ ਐਵੇਂ ਦੱਸਦੇ ਨੇ ਲੋਕ, ਕੋਈ ਕਹਿੰਦਾ ਚਾਨਣ ਹੁੰਦਾ ਹੈ, ਕੋਈ ਕਹਿੰਦਾ ਸਾਹਮਣੇ ਸਾਡੇ ਅੰਦਰ ਦਸਮ ਦੁਆਰ ਵਿੱਚ ਵਾਜੇ ਵੱਜਦੇ ਨੇ ਜਾਂ ਕੁਛ, ਪਰ ਇਹ ਚੀਜ਼ਾਂ ਗੁਰਮਤ ਅਨੁਸਾਰ ਨਹੀਂ ਹਨ। ਜਿਹੜੇ ਇਹਨਾਂ ਨੂੰ ਮੰਨਦੇ ਨੇ ਉਹਨਾਂ ਨੂੰ ਪ੍ਰਵਾਨ ਨੇ, ਉਹ ਉਹਨਾਂ ਦੀ ਮਰਜ਼ੀ ਹੈ। ਤਾਂ ਸਾਨੂੰ ਗੁਰੂ ਜੀ ਹੁਣ ਦੱਸ ਰਹੇ ਨੇ, ਜੋ ਪ੍ਰਾਨੀ ਨਿਸਤਿਨ ਭਜੈ। ਨਿਸ ਦਾ ਮਤਲਬ ਰਾਤ ਤੇ ਦਿਨ ਦਾ ਮਤਲਬ ਦਿਨ। ਜਿਹੜਾ ਬੰਦਾ ਦਿਨ ਰਾਤ ਰੱਬ ਦੀ ਸਿਫਤ ਸਲਾਹ ਕਰਦਾ ਹੈ, ਯਾਨੀ ਹਰ ਵਕਤ ਦਿਨ ਰਾਤ ਦਾ ਮਤਲਬ ਹਰ ਸਮੇਂ ਜਿਹਦੀ ਸੁਰਤ ਸੱਚ ਦੇ ਨਾਲ ਜੁੜੀ ਹੈ, ਜਿਹਦੀ ਸੁਰਤ ਗੁਣਾਂ ਦੇ ਨਾਲ ਜੁੜੀ ਹੈ, ਜੋ ਅੱਖਾਂ ਦੇ ਨਾਲ ਹਰ ਇਨਸਾਨ ਵਿੱਚ ਰੱਬ ਨੂੰ ਵੇਖ ਕੇ ਰੱਬ ਵਰਗਾ ਪਿਆਰ ਤੇ ਵਿਹਾਰ ਕਰਦਾ ਹੈ,
ਜੋ ਕੰਨਾਂ ਦੇ ਨਾਲ ਸਿਰਫ ਸੱਚ ਔਰ ਬਾਣੀ ਦੀ ਜਾਂ ਸਿਫਤ ਸਲਾਹ ਦੀ ਗੱਲ ਸੁਣਦਾ ਹੈ, ਜੋ ਜ਼ਬਾਨ ਦੇ ਨਾਲ ਮਿੱਠੇ ਪਿਆਰੇ ਸਕਾਰਾਤਮਕ ਪਰਉਪਕਾਰ ਵਾਲੇ ਰੱਬੀ ਗੁਣਾਂ ਵਾਲੇ ਬੋਲ ਬੋਲਦਾ ਹੈ, ਜੋ ਹੱਥਾਂ ਦੇ ਨਾਲ ਦਸਾਂ ਨਵਾਂ ਦੀ ਕਿਰਤ ਕਮਾਈ ਕਰਦਾ ਹੈ, ਜੋ ਪੈਰਾਂ ਦੇ ਨਾਲ ਧਰਮ ਦੇ ਮਾਰਗ ਤੇ ਚੱਲਦਾ ਹੈ, ਔਰ ਜੋ ਮਨ ਕਰਕੇ ਸੱਚ ਨੂੰ ਸੋਚਦਾ ਹੈ, ਇਹਨੂੰ ਕਹਿੰਦੇ ਨੇ ਦਿਨ ਰਾਤ ਰੱਬ ਦੇ ਗੁਣ ਗਾਣੇ। ਗੁਰੂ ਜੀ ਕਹਿੰਦੇ ਨੇ ਰੂਪ ਰਾਮ ਤੇ ਜਾਨ, ਉਸ ਬੰਦੇ ਨੂੰ ਰੱਬ ਦਾ ਰੂਪ ਸਮਝੋ। ਉਹ ਬੰਦਾ ਰੱਬ ਦਾ ਹੀ ਰੂਪ ਹੈ, ਰੱਬ ਦੇ ਨਾਲੋਂ ਉਹ ਵੱਖਰਾ ਨਹੀਂ ਹੈ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਦੇਖੋ ਕਿੰਨੇ ਪਿਆਰ ਨਾਲ ਸਮਝਾ ਰਹੇ ਨੇ, ਹਰ ਜਨ ਹਰ ਅੰਤਰ ਨਹੀਂ। ਰੱਬ ਦੇ ਪਿਆਰੇ ਵਿੱਚ ਔਰ ਰੱਬ ਦੇ ਅੰਦਰ ਕੋਈ ਫਰਕ ਹੀ ਨਹੀਂ। ਰੱਬ ਦੇ ਪਿਆਰੇ ਰੱਬ ਦਾ ਰੂਪ ਹੁੰਦੇ ਨੇ। ਨਾਨਕ ਸਾਚੀ ਮਾਨ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਗੱਲ ਨੂੰ ਸੱਚੀ ਮੰਨ ਲੈ, ਇਸ ਗੱਲ ਦੇ ਉੱਤੇ ਵਿਸ਼ਵਾਸ ਕਰ ਲੈ, ਇਹ ਚੀਜ਼ ਨੂੰ ਪੱਕਾ ਆਪਣੇ ਅੰਦਰ ਬਿਠਾ ਲੈ ਕਿ ਜੋ ਰੱਬ ਦਾ ਦਾਸ ਹੈ ਨਾ, ਰੱਬੀ ਰਜਾ ਵਿੱਚ ਤੁਰਨ ਵਾਲਾ, ਜੋ ਮਨ ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ, ਉਹ ਰੱਬ ਦਾ ਹੀ ਰੂਪ ਹੈ, ਉਹ ਰੱਬ ਨਾਲੋਂ ਵੱਖਰਾ ਨਹੀਂ ਹੈ। ਤੇ ਇਹ ਗੱਲ ਜਿਹੜੀ ਨਾ ਸਮਝਣ ਵਾਲੀ ਹੈ। ਅਸਲ ਦੇ ਵਿੱਚ ਅਸੀਂ ਸਾਰੇ ਰੱਬ ਦੀ ਅੰਸ਼ ਹਾਂ। ਗੁਰੂ ਜੀ ਦਾ ਪਾਵਨ ਬਚਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਬੂੰਦ ਪਾਣੀ ਔਰ ਸਮੁੰਦਰ ਦੇ ਵਿੱਚ ਕੋਈ ਫਰਕ ਨਹੀਂ ਹੈ। ਉਹ ਬੂੰਦ ਹੈ ਜੋ ਬੂੰਦ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜਿਹੜਾ ਬੰਦਾ ਦਿਨ ਰਾਤ ਰੱਬੀ ਗੁਣਾਂ ਦੇ ਨਾਲ ਜੁੜਿਆ ਹੋਇਆ ਹੈ, ਉਸ ਬੰਦੇ ਨੂੰ ਰੱਬ ਦਾ ਰੂਪ ਸਮਝ, ਉਹ ਰੱਬ ਦੇ ਨਾਲੋਂ ਵੱਖਰਾ ਨਹੀਂ ਹੈ। ਇਹ ਚੀਜ਼ ਨੂੰ ਸੱਚੀ ਆਪਣੇ ਮਨ ਦੇ ਅੰਦਰ ਬਿਠਾ ਲੈ। ਇਹ ਯੂਨੀਵਰਸਲ ਟਰੁੱਥ ਹੈ, ਇਹ ਮਨੋਵਿਗਿਆਨਿਕ ਸੱਚ ਹੈ। ਤਾਂ ਦੇਖੋ ਹੁਣ ਕਿੰਨਾ ਸੌਖਾ ਤਰੀਕਾ ਹੈ ਨਾ, ਇਹਦੇ ਵਿੱਚ ਕਿੰਨਾ ਸੌਖਾ ਤਰੀਕਾ ਹੈ। ਹਾਂਜੀ, ਕੁਛ ਕਹਿ ਰਹੇ? ਕਿੰਨਾ ਸੌਖਾ ਤਰੀਕਾ ਹੈ ਜਿਸ ਕਰਕੇ ਅਸੀਂ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਰੱਬ ਦੇ ਅੰਦਰ ਅਪੇਧ ਹੋ ਕੇ ਰੱਬ ਵਰਗੇ ਹੋ ਸਕਦੇ ਹਾਂ। ਅਗਲਾ ਸ਼ਲੋਕ 30 ਨੰਬਰ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰ ਭਜਨ, ਜੀਵਨ ਕੌਣੇ ਕਾਮ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ। ਹੁਣ ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਔਰ ਗੋਬਿੰਦ ਦਾ ਨਾਮ, ਗੋਬਿੰਦ ਦਾ ਹੁਕਮ ਉਹਨੂੰ ਭੁੱਲਿਆ ਹੋਇਆ ਹੈ। ਚਾਹੀਦਾ ਤੇ ਇਹ ਸੀ, ਗੋਬਿੰਦ ਦਾ ਨਾਮ ਦਾ ਮਤਲਬ ਹੈਗਾ ਰਜਾ ਪਾਣਾ, ਰੱਬੀ ਗੁਣ। ਗੋਬਿੰਦ ਦਾ ਹੁਕਮ ਭੁੱਲ ਗਿਆ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਕਿ ਹਰ ਚੀਜ਼ ਹੁਕਮ ਵਿੱਚ ਹੈ, ਹਰ ਚੀਜ਼ ਲਾ ਆਫ ਨੇਚਰ ਦੇ ਅੰਦਰ ਹੈ। ਜੋ ਕੁਦਰਤ ਦੀ ਨਿਯਮਾਵਲੀ ਹੈ, ਹਰ ਚੀਜ਼ ਉਸ ਨਿਯਮਾਵਲੀ ਦੇ ਅੰਦਰ ਚੱਲ ਰਹੀ ਹੈ, ਉਹਦੇ ਤੋਂ ਬਾਹਰ ਨਹੀਂ ਹੈ। ਹੁਣ ਰੱਬੀ ਗੁਣ ਭੁੱਲ ਗਏ ਨੇ ਤੇ ਮਨ ਮਾਇਆ ਮੈਂ ਫਦ ਰਹਿਓ, ਮਨ ਇਹਦਾ ਮਾਇਆ ਦੇ ਵਿੱਚ ਫਸ ਗਿਆ ਹੈ। ਇਹ ਚੀਜ਼ ਥੋੜੀ ਜਿਹੀ ਅਸੀਂ ਸਮਝਣ ਦਾ ਯਤਨ ਕਰਨਾ ਹੈ। ਅਸੀਂ ਕਹਿੰਦੇ ਹਾਂ ਸਾਨੂੰ ਮਾਇਆ ਨੇ ਫੜਿਆ ਹੋਇਆ। ਅਸਲ ਦੇ ਅੰਦਰ ਮਾਇਆ ਨੇ ਸਾਨੂੰ ਨਹੀਂ ਫੜਿਆ, ਅਸੀਂ ਮਾਇਆ ਨੂੰ ਫੜਿਆ ਹੋਇਆ। ਇਹ ਬੰਧਨ ਨਹੀਂ ਹੈ, ਇਹ ਪਕੜ ਹੈ। ਗੁਰੂ ਜੀ ਨੇ 2 ਮਿਸਾਲਾਂ ਪਾਵਨ ਬਾਣੀ ਵਿੱਚ ਦਿੱਤੀਆਂ ਨੇ, ਮੈਂ ਉਹਨਾਂ ਰਾਹੀਂ ਇਹ ਚੀਜ਼ ਨੂੰ ਸਮਝਣ ਦਾ ਯਤਨ ਕਰਨਾ। ਪਹਿਲੀ ਮਿਸਾਲ ਦਿੱਤੀ ਹੈ, ਕਹਿਣ ਲੱਗੇ ਜਿਉਂ ਨਲਨੀ ਸੂਰਤਾ ਗਹਿਓ ਮਨ ਬਉਰਾਰੇ, ਕਿ ਜਿਵੇਂ ਨਲਨੀ ਨੂੰ, ਸੂਰਤਾ ਦਾ ਮਤਲਬ ਤੋਤੇ ਨੇ ਫੜ ਲਿਆ ਹੁੰਦਾ ਹੈ। ਨਲਨੀ ਹੁੰਦੀ ਇੱਕ ਯੰਤਰ ਤੋਤੇ ਨੂੰ ਫੜਨ ਵਾਲਾ। ਐਵੇਂ 2 ਡੰਡੀਆਂ ਇਕੱਠੀਆਂ ਖੜੀਆਂ ਕਰਕੇ ਇੱਕ ਪਾਈਪ ਦੇ ਅੰਦਰ, ਪਲਾਸਟਿਕ ਦੀ ਪਾਈਪ ਵਿੱਚ ਧਾਗਾ ਪਾ ਕੇ ਤੇ ਇਸ ਤਰ੍ਹਾਂ ਉਹਨੂੰ ਬੰਨ ਦਿੰਦੇ ਨੇ, ਵਿੱਚੋਂ ਪਾਈਪ ਦੇ ਧਾਗਾ ਪਾ ਕੇ ਦੋਵਾਂ ਡੰਡੀਆਂ ਨਾਲ ਐਵੇਂ ਬੰਨ ਦਿੱਤਾ ਜਾਂਦਾ ਹੈ। ਥੱਲੇ ਪਾਣੀ ਦਾ ਬਾਟਾ ਭਰਿਆ ਹੋਇਆ ਹੈ, ਚੁਫੇਰੇ ਦਾਣੇ ਖਿਲਾਰੇ ਨੇ। ਹੁਣ ਤੋਤਾ ਆਣ ਕੇ ਉਸ ਨਲਨੀ ਦੇ ਉੱਤੇ ਬਹਿੰਦਾ ਹੈ, ਲੱਤਾਂ ਦੇ ਨਾਲ ਇਸ ਤਰ੍ਹਾਂ ਫੜ ਲੈਂਦਾ, ਤੇ ਜਦੋਂ ਪਾਈਪ ਤੇ ਭਾਰ ਪੈਂਦਾ ਤੇ ਉਹ ਪਾਈਪ ਘੁੰਮ ਜਾਂਦੀ ਹੈ, ਤੋਤਾ ਥੱਲੇ ਨੂੰ ਲਟਕ ਜਾਂਦਾ ਹੈ। ਤੇ ਤੋਤਾ ਥੱਲੇ ਦੇਖਦਾ ਕਿ ਥੱਲੇ ਪਾਣੀ ਹੈ ਤੇ ਸੋਚਦਾ ਹੈ ਜੇ ਮੈਂ ਇਸ ਪਾਈਪ ਨੂੰ ਛੱਡਾਂਗਾ ਤੇ ਮੈਂ ਪਾਣੀ ਵਿੱਚ ਡੁੱਬ ਕੇ ਮਰ ਜਾਵਾਂਗਾ। ਹਾਲਾਂਕਿ ਮਰਨਾ ਨਹੀਂ, ਇਹ ਤੋਤੇ ਦਾ ਭਰਮ ਹੈ। ਗੁਰੂ ਜੀ ਨੇ ਕਿਹਾ ਹੈ ਨਾ ਪਾਵਨ ਬਾਣੀ ਚ, ਨਿਕਸ ਰੇ ਪੰਖੀ ਸਿਮਰ ਹਰ ਪਾਂਖ, ਕਿ ਤੂੰ ਆਪਣੀ ਖੰਭਾਂ ਦੀ ਤਾਕਤ ਨੂੰ ਯਾਦ ਕਰ। ਤੇਰੇ ਖੰਭਾਂ ਵਿੱਚ ਤਾਕਤ ਹੈ, ਇਹਨਾਂ ਨੂੰ ਫੜ ਫੜਾ ਤੇ ਉੱਡ ਜਾ। ਪਰ ਤੋਤਾ ਛੱਡਦਾ ਨਹੀਂ। ਭਰਮ ਦੇ ਕਾਰਨ
ਬੰਦਾ ਆਣ ਕੇ ਤੋਤੇ ਨੂੰ ਫੜ ਲੈਂਦਾ ਹੈ ਤੇ ਉਹ ਸਾਰੀ ਜ਼ਿੰਦਗੀ ਫਿਰ ਪਿੰਜਰੇ ਵਿੱਚ ਪੈ ਜਾਂਦਾ ਹੈ। ਹੁਣ ਪਿੰਜਰੇ ਵਿੱਚ ਕਿਉਂ ਪੈ ਗਿਆ, ਬੰਧਨ ਵਿੱਚ ਕਿਉਂ ਪੈ ਗਿਆ? ਕਿ ਪਕੜ ਸੀ ਨਾ, ਜੇ ਉਹਨੂੰ ਛੱਡ ਦਿੰਦਾ ਤੇ ਬਚ ਸਕਦਾ ਸੀ। ਦੂਜੀ ਮਿਸਾਲ ਦਿੱਤੀ ਹੈ ਬਾਂਦਰ ਦੀ। ਇੱਕ ਪਿੰਡ ਦੇ ਅੰਦਰ ਬਾਂਦਰ ਨਚਾਉਣ ਵਾਲੇ ਨੇ ਡੁਗਡੁਗੀ ਵਜਾਈ, ਸਾਰਾ ਪਿੰਡ ਇਕੱਠਾ ਹੋ ਗਿਆ। ਉਹਨੇ ਬਾਂਦਰ ਨਚਾਉਣਾ ਸ਼ੁਰੂ ਕੀਤਾ। ਬਾਂਦਰ ਬੜੀਆਂ ਸੋਹਣੀਆਂ ਟਪੂਸੀਆਂ ਲਾ ਰਿਹਾ ਸੀ, ਨੱਚ ਰਿਹਾ ਸੀ। ਸਾਰੇ ਲੋਕ ਖਿੜਖਿੜਾ ਕੇ ਹੱਸ ਰਹੇ ਸਨ। ਤੇ ਇੱਕ ਸਿਆਣਾ ਬਜ਼ੁਰਗ, ਚੌੜਾ ਮੱਥਾ, ਖੁੱਲੇ ਨੇਤਰ, ਲੰਬਾ ਦਾੜਾ, ਗੰਭੀਰ ਚਿਹਰਾ ਤੇ ਛਮ-ਛਮ ਕਰਕੇ ਰੋ ਰਿਹਾ ਸੀ। ਕਿਸੇ ਨੇ ਪੁੱਛਿਆ, ਬਾਪੂ ਤੂੰ ਤੇ ਹਮੇਸ਼ਾ ਖੁਸ਼ ਰਹਿਣ ਵਾਲਾ ਹੈ, ਆ ਦੇਖ ਬਾਂਦਰ ਕਿੰਨੀਆਂ ਸੋਹਣੀਆਂ ਟਪੂਸੀਆਂ ਲਾਂਦਾ ਹੈ ਪਿਆ। ਸਾਰੇ ਪਿੰਡ ਦੇ ਬੱਚੇ, ਨੌਜਵਾਨ, ਬਜ਼ੁਰਗ ਹੱਸ ਰਹੇ ਨੇ ਕਿ ਤੂੰ ਰੋ ਕਿਉਂ ਰਿਹਾ ਹੈ? ਕਹਿਣ ਲੱਗਾ, ਸੱਜਣਾ ਮੈਂ ਕੇਵਲ ਬਾਂਦਰ ਨੂੰ ਵੇਖ ਕੇ ਨਹੀਂ ਰੋ ਰਿਹਾ। ਇਹ ਇਕੱਲੇ ਬਾਂਦਰ ਦੀ ਕਹਾਣੀ ਨਹੀਂ, ਇਹ ਸਾਰੀ ਮਨੁੱਖਤਾ ਦੀ ਕਹਾਣੀ। ਇਹ ਬਾਂਦਰ ਨੇ ਕੁੱਜੀ ਦੇ ਵਿੱਚ ਹੱਥ ਪਾਇਆ ਸੀ, 4 ਦਾਣੇ ਛੋਲਿਆਂ ਦੇ ਫੜੇ ਸਨ, ਤੇ ਜਦੋਂ ਬਾਹਰ ਕੱਢਣ ਲੱਗਾ ਸੀ ਤੇ ਮੁੱਠ ਬੰਦ ਕਰਕੇ ਹੱਥ ਬਾਹਰ ਨਹੀਂ ਸੀ ਆ ਰਿਹਾ। ਜੇ ਉਹ ਦਾਣੇ ਛੱਡ ਦਿੰਦਾ ਤੇ ਹੱਥ ਬਾਹਰ ਆ ਜਾਣਾ ਸੀ। ਇਹਦੇ ਗਲ ਵਿੱਚ ਰੱਸੀ ਨਹੀਂ ਸੀ ਪੈਣੀ, ਇਹਨੂੰ ਘਰ ਘਰ ਅੱਗੇ ਨੱਚਣਾ ਨਹੀਂ ਸੀ ਪੈਣਾ। ਇਹ ਇੱਕ ਮਿਸਾਲ ਹੈ। ਇਸੇ ਤਰ੍ਹਾਂ ਸਾਰੀ ਦੁਨੀਆ ਨੱਚਦੀ ਫਿਰਦੀ ਹੈ, ਲਾਲਚ ਕਰਕੇ, ਵਿਕਾਰਾਂ ਕਰਕੇ। ਬੰਦਾ ਤੜਫਦਾ ਫਿਰਦਾ ਹੈ, ਸਾਰਾ ਕੁਝ ਹੁੰਦਿਆਂ, ਕਦੇ ਮਨ ਇੱਧਰ ਕਦੇ ਉਧਰ, ਕਦੇ ਲੜਾਈ, ਕਦੇ ਦੰਗੇ, ਕਦੇ ਫਿਸਾਦ, ਕਦੇ ਮੇਰ ਤੇਰ ਦੇ ਵਿਤਕਰੇ, ਈਗੋ ਦੇ ਅੰਦਰ ਕਲਪਦਾ ਫਿਰਦਾ ਹੈ, ਨੱਚਦਾ ਫਿਰਦਾ ਹੈ, ਭਟਕਦਾ ਫਿਰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜੇ ਹੁਣ ਉਹ ਬਾਂਦਰ ਛੱਡ ਦਿੰਦਾ ਨਾ ਦਾਣਿਆਂ ਨੂੰ, ਤਾਂ ਉਹਨੂੰ ਬੰਧਨ ਨਹੀਂ ਸੀ ਪੈਣਾ। ਬੰਧਨ ਤਾਂ ਪਿਆ ਕਿਉਂਕਿ ਪਕੜ ਹੈ। ਹੁਣ ਇਸੇ ਤਰ੍ਹਾਂ ਮਾਇਆ ਨੇ ਸਾਨੂੰ ਨਹੀਂ ਬੰਨਿਆ ਹੋਇਆ। ਅਸੀਂ ਕਹਿੰਦੇ ਆ ਸਾਨੂੰ ਮਾਇਆ ਨੇ ਬੰਨਿਆ ਹੋਇਆ। ਮਾਇਆ ਨੇ ਸਾਨੂੰ ਨਹੀਂ ਬੰਨਿਆ, ਸਾਡੀ ਪਕੜ ਹੈ, ਅਸੀਂ ਮਾਇਆ ਨੂੰ ਫੜਿਆ ਹੋਇਆ। ਹੁਣ ਤੁਸੀਂ ਕਹਿੰਦੇ ਹੋ ਕਿ ਮੈਨੂੰ ਗੁੱਸਾ ਆ ਜਾਂਦਾ, ਤੇ ਬੰਦਾ ਕਹਿੰਦਾ, ਕੌਣ ਕਹਿੰਦਾ ਤੈਨੂੰ ਗੁੱਸਾ ਕਰ? ਨਾ ਕਰ। ਗੁੱਸੇ ਨੇ ਸਾਨੂੰ ਥੋੜਾ ਫੜਿਆ ਹੈ, ਅਸੀਂ ਗੁੱਸਾ ਕਰ ਰਹੇ ਹਾਂ, ਛੱਡ ਦੋ। ਲਾਲਚ ਨੇ ਸਾਨੂੰ ਨਹੀਂ ਫੜਿਆ, ਅਸੀਂ ਲਾਲਚ ਦੀ ਪੂਛ ਫੜ ਕੇ ਪਿੱਛੇ ਪਿੱਛੇ ਜਾ ਰਹੇ ਹਾਂ। ਸਾਨੂੰ ਹੰਕਾਰ ਨੇ ਨਹੀਂ ਫੜਿਆ ਹੋਇਆ, ਅਸੀਂ ਹੰਕਾਰ ਨੂੰ ਫੜਿਆ। ਅਸੀਂ ਕਰ ਰਹੇ ਹਾਂ ਹੰਕਾਰ ਦੀ ਚਾਹੀਏ, ਛੱਡ ਸਕਦੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ, ਮਨ ਮਾਇਆ ਮੈਂ ਫਦ ਰਹਿਓ। ਇਹਦਾ ਜਿਹੜਾ ਮਨ ਹੈ ਨਾ, ਮਨੁੱਖ ਦੀ ਸੋਚ ਮਾਇਆ ਦੇ ਵਿੱਚ ਫਸੀ ਹੋਈ ਹੈ, ਮਾਇਆ ਦੀ ਗ੍ਰਿਫਤ ਵਿੱਚ ਆ ਗਈ ਹੈ। ਤੇ ਮਾਇਆ ਕੀ ਹੈ? ਇੱਕ ਸੋਚ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਹੁਣ ਦੇਖੋ, ਅਸੀਂ ਸਾਰੇ ਕਹਿੰਦੇ ਆ, ਜਿੰਨੇ ਵੀਰ ਭੈਣਾਂ ਤੁਸੀਂ ਕਲਾਸ ਵਿੱਚ ਬੈਠੇ ਹੋ ਤੇ ਮੈਂ ਵੀ, ਕਿਉਂਕਿ ਸਾਡਾ ਇੱਕ ਪਰਿਵਾਰ ਹੈ, ਅਸੀਂ ਸਾਰੇ ਭੈਣ ਭਰਾਵਾਂ, ਅਸੀਂ ਸਾਰੇ ਕਹਿੰਦੇ ਆ, ਸਭ ਮਹਿ ਜੋਤ ਜੋਤ ਹੈ ਸੋਈ। ਸਾਰਿਆਂ ਨੂੰ ਯਾਦ ਹੈ ਪੰਕਤੀ ਹੈ, ਪੂਰੀ ਦੁਨੀਆ ਨੂੰ ਯਾਦ ਹੈ। ਔਰ ਇਹਦੇ ਮੀਨਿੰਗ ਦਾ ਵੀ ਸਾਰਿਆਂ ਨੂੰ ਪਤਾ ਹੈ ਕਿ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ, ਜੋ ਦਿਸੈ ਸੋ ਤੇਰਾ ਰੂਪ। ਤੇ ਅਸੀਂ ਇਹਨੂੰ ਮੰਨਦੇ ਨਹੀਂ, ਬਿਲਕੁਲ ਨਹੀਂ ਮੰਨਦੇ। ਇੱਕ ਬੜੀ ਕੌੜੀ ਸੱਚਾਈ। ਕਹਿੰਦੇ ਜ਼ਰੂਰ ਆ, ਸਭ ਮੈਂ ਜੋਤ ਜੋਤ ਹੈ ਸੋਏ, ਤੇ ਜਦੋਂ ਗੁਰਦੁਆਰਿਆਂ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਹੋ, ਉਦੋਂ ਜੋਤ ਕਿੱਥੇ ਜਾਂਦੀ? ਜੇ ਜੋਤ ਦਿਸਦੀ ਹੋਵੇ ਤੇ ਰੱਬ ਦੀ ਪੱਗ ਥੋੜਾ ਲਾਓਗੇ, ਰੱਬ ਨੂੰ ਘਸੁੰਨ ਮਾਰੋਗੇ। ਰੱਬ ਦੀ ਕੋਈ ਜਾਤ ਥੋੜਾ ਹੈ। ਜੇ ਜੋਤ ਤੁਹਾਨੂੰ ਦਿਸਦੀ ਤੇ ਆਪਣੇ ਨਾਮਾਂ ਪਿੱਛੇ ਸਰਨੇਮ ਕਾਹਦੇ ਲਾ ਕੇ ਫਿਰ ਰਹੇ ਹੋ? ਕਿਉਂਕਿ ਜੋਤ ਜਾਣੋ ਜੋਤ, ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਰੱਬ ਨੇ ਤੇ ਬੰਦਾ ਪੈਦਾ ਕੀਤਾ ਸੀ, ਜਾਤਾਂ ਤੇ ਅਸੀਂ ਬਣਾ ਲਈਆਂ। ਅਸੀਂ ਕਹਿ ਰਹੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ, ਇਹਦੇ ਤੇ ਬਿਲਕੁਲ ਅਮਲ ਨਹੀਂ ਕਰ ਰਿਹਾ। ਮਨ ਮਾਇਆ ਵਿੱਚ ਹੀ ਫਸਿਆ ਹੋਇਆ। ਇਹਨੂੰ ਕਹਿੰਦੇ ਨੇ ਰੱਬ ਦਾ ਭੁੱਲ ਜਾਣਾ। ਦੇਖੋ, ਮੈਂ ਤੁਹਾਡਾ ਤੇ ਤੁਸੀਂ ਮੇਰਾ ਰੱਬ ਜੀ ਨਾਲ ਸਤਿਕਾਰ ਥੋੜਾ ਕਰਦੇ ਹਾਂ। ਅਸੀਂ ਤੇ ਆਪਣੇ ਘਰਦਿਆਂ ਨਾਲ ਰੱਬ ਜੀ ਨਾਲ ਪਿਆਰ ਸਤਿਕਾਰ ਨਹੀਂ ਕਰਦੇ, ਘਰ ਦੇ ਸਾਡਾ ਨਹੀਂ ਕਰਦੇ। ਜੇ ਹਰ ਬੰਦਾ ਦੂਜੇ ਬੰਦੇ ਨਾਲ ਰੱਬ ਜੀ ਨਾਲ ਪਿਆਰ ਕਰੇ, ਰੱਬ ਵਰਗਾ ਵਿਹਾਰ ਕਰੇ, ਤਾਂ ਇਸ ਦੁਨੀਆ ਵਿੱਚ ਕੋਈ ਪ੍ਰੋਬਲਮ ਹੀ ਨਹੀਂ ਹੈ। ਤਾਂ ਪ੍ਰੋਬਲਮ ਅਸੀਂ ਕ੍ਰੀਏਟ ਕੀਤੀਆਂ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਮਨ ਮਾਇਆ ਮੈਂ ਫਦ ਰਹਿਓ। ਤੇਰਾ ਮਨ ਜਿਹੜਾ ਹੈ, ਇਸ ਸੋਚ ਦੇ ਅੰਦਰ ਫਸਿਆ ਹੋਇਆ ਹੈ। ਬਿਸਰਿਓ ਗੋਬਿੰਦ ਨਾਮ, ਤੈਨੂੰ ਰੱਬ ਦੇ ਗੁਣ ਭੁੱਲ ਗਏ ਨੇ। ਨਾਮ ਦਾ ਮਤਲਬ ਰੱਬ ਦੇ ਗੁਣ, ਸੱਚਾਈ, ਨਿਰਭੈਤਾ, ਨਿਰਵੈਰਤਾ, ਦਇਆ, ਇਨਸਾਨੀਅਤ, ਪ੍ਰੇਮ, ਮੁਹੱਬਤ, ਇਹ ਤੈਨੂੰ ਭੁੱਲ ਚੁੱਕੇ ਨੇ। ਤੇ ਅਗਲਾ ਬਚਨ ਕਰਦੇ ਨੇ, ਕਹੋ ਨਾਨਕ ਬਿਨ ਹਰ ਭਜਨ, ਜੀਵਨ ਕੌਣ ਨੇ ਕਾਮ। ਕੌਣ ਨੇ ਕਾਮ ਦਾ ਮਤਲਬ ਕਿਹੜੇ ਕੰਮ? ਕਿ ਬੰਦਿਆ ਸੋਚ ਤੇ ਸਹੀ, ਰੱਬੀ ਗੁਣਾ ਤੋਂ ਬਿਨਾ ਇਹ ਜੀਵਨ ਕਿਸ ਕੰਮ ਦਾ ਹੈ?
तेरे कोल बहुत वड्डी कोठी है, बहुत वड्डा तेरे कोल बंगला है, बड़ा वड्डा मकान है, 10 बेडरूम का, 20 बेडरूम का, पर जे उस बेडरूम के अंदर उस वड्डी कोठी विच बह के तू कल्पना पिया, घर दे तेरी गल नहीं मनदे, ਨੂੰਹਾਂ नाल तेरी नहीं बनदी, पत्नी नाल तेरी नहीं बनदी, भरावां नाल तेरी नहीं बनदी, ते किस काम दा तेरा जीवन है? किसे काम दा? मेरी हुण अपने घरदियां नाल नहीं बनदी, घरवाली नाल नहीं, बच्चियां नाल नहीं बनदी, तां मेरा जीवन किस काम दा? ਜਿਹੜਾ मैं अपने बच्चियां नाल, अपने भैन भरावां नाल, रिश्तेदारां नाल नहीं बना सकिया, बाकी विच मैं कित्थे रब नूं वेखना है? रब नूं मैं कित्थे वेखना है? मैनूं ते अपनी मां प्यो च रब नहीं दिस रहा। कढ़ दिता ना मां प्यो नूं बच्चियां ने। मां प्यो अजकल बच्चियां दे नाल नहीं रहना चाहते, मां प्यो बच्चियां तो दूर जा रहे हैं, रिश्ते टुट रहे हैं, परिवार बिखर रहे हैं, मित्रता विच दरारां पै रहीआं ने। ते जीवन किस काम दा है? इहदा फायदा की? ਇਹਦਾ ਲਾਹਾ ਤਾਂ ਹੈ ਅਸੀਂ ਆਪ ਵੀ ਸੁਖੀ ਰਹੀਏ, ਸਾਡਾ ਪਰਿਵਾਰ ਵੀ ਸੁਖੀ ਰਹੇ, ਸਾਡੇ ਕਰਕੇ ਇਸ ਸਮਾਜ ਔਰ ਸੰਸਾਰ ਦੇ ਅੰਦਰ ਵੀ ਸੁਖ ਔਰ ਸ਼ਾਂਤੀ ਪੈਦਾ ਹੋਵੇ। ਜੀਵਨ ਦਾ ਫਾਇਦਾ ਤੇ ਤਾਂ ਸੀ ਨਾ। ਦੇਖਿਆ ਹੈ ਲੋਕਡਾਊਨ ਦੇ ਵਿੱਚ ਪੁਲਿਸ ਕਿਵੇਂ ਕੁੱਟ ਰਹੀ ਹੈ ਲੋਕਾਂ ਨੂੰ ਬੇਦਰਦੀ ਦੇ ਨਾਲ। ਮੈਂ ਪੁਲਿਸ ਦੇ ਖਿਲਾਫ ਨਹੀਂ ਬੋਲ ਰਿਹਾ। ਹੁਣ ਚੱਕਰ ਇਹ ਹੈ ਕਿ ਲੋਕ ਉਸ ਆਰਡਰ ਨੂੰ ਜਿਹੜਾ ਦਿੱਤਾ ਉਹਨੂੰ ਮੰਨ ਨਹੀਂ ਰਹੇ, ਪੁਲਿਸ ਨੂੰ ਡੰਡੇ ਚਲਾਣੇ ਪੈ ਰਹੇ ਨੇ। ਜਦੋਂ ਕਾਨੂੰਨ ਬਣਾ ਦਿੱਤਾ ਹੈ ਵੀ ਇੱਕ ਪ੍ਰੋਬਲਮ ਹੈ ਯਾਰ, ਸਾਰਿਆਂ ਨੂੰ ਇੱਕ ਦੂਜੇ ਤੋਂ ਦੂਜੇ ਨੂੰ ਜਿਹੜਾ ਹੈ ਕਰੋਨਾ ਵਾਇਰਸ ਜਾ ਸਕਦਾ ਹੈ, ਤਾਂ ਤੁਸੀਂ ਦੂਰੀ ਬਣਾ ਕੇ ਰੱਖੋ, ਆਪਣੇ ਘਰਾਂ ਦੇ ਵਿੱਚ ਕੁਝ ਦਿਨ ਵਾਸਤੇ ਬਹਿ ਜਾਓ ਜਿਵੇਂ ਡਾਕਟਰ ਲੋਕ ਦੱਸ ਰਹੇ ਨੇ, ਲੇਕਿਨ ਲੋਕ ਨਹੀਂ ਫੋਲੋ ਕਰ ਰਹੇ। ਤਾਂ ਇਸੇ ਨੂੰ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜੀਵਨ ਕਿਸ ਕੰਮ ਦਾ ਵੀ ਤੈਨੂੰ ਵੀ ਡੰਡੇ ਮਾਰ ਮਾਰ ਕੇ ਡੰਗਰਾਂ ਦੀ ਤਰ੍ਹਾਂ ਬੰਦੇ ਨੂੰ ਸਮਝਾਉਣਾ ਪੈ ਜਾਏ। ਪ੍ਰੋਬਲਮ ਹੈ ਨਾ। ਦੇਖੋ ਸੱਪ ਖਤਰਨਾਕ ਜਾਨਵਰ ਹੈ, ਪਰ ਉਹਨੂੰ ਇੱਕ ਪਿਟਾਰੀ ਚ ਬੰਦ ਬੰਦਾ ਕਰ ਲੈਂਦਾ ਹੈ। ਸ਼ੇਰ ਖਤਰਨਾਕ ਜਾਨਵਰ ਹੈ, ਪਰ ਉਹਨੂੰ ਅਸੀਂ ਪਿੰਜਰੇ ਚ ਬੰਦ ਕਰ ਲੈਂਦੇ ਹਾਂ। ਹਾਥੀ ਖਤਰਨਾਕ ਜਾਨਵਰ ਹੈ, ਪਰ ਉਹਨੂੰ ਬੰਦੇ ਨੇ ਰੱਸੇ ਨਾਲ ਬੰਨ ਲਿਆ ਨਾ। ਪਰ ਬੰਦੇ ਨੂੰ ਕਾਬੂ ਕਰਨ ਵਾਸਤੇ ਬੰਦੂਕਾਂ ਨੇ, ਮਿਜ਼ਾਈਲਾਂ ਨੇ, ਟੈਂਕ ਨੇ, ਤੋਪਾਂ ਨੇ, ਪਰਮਾਣੂ ਬੰਬ ਨੇ, ਹਾਈਡਰੋਜਨ ਬੰਬ ਨੇ, ਬੰਦਾ ਫਿਰ ਵੀ ਕਾਬੂ ਨਹੀਂ ਆਉਂਦਾ। ਇਹਦਾ ਮਤਲਬ ਖਤਰਨਾਕ ਹੈ। ਤਾਂ ਗੁਰੂ ਜੀ ਕਹਿੰਦੇ ਨੇ ਪਿਆਰਿਆ, ਤੇਰਾ ਮਨ ਜਿਹੜਾ ਹੈ, ਤੇਰੀ ਸੋਚ ਮਾੜੇ ਕੰਮਾਂ ਦੇ ਵਿੱਚ ਫਸ ਗਈ ਹੈ, ਤੈਨੂੰ ਰੱਬ ਦੇ ਗੁਣ ਭੁੱਲ ਗਏ ਨੇ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ, ਗੁਣਾ ਤੋਂ ਬਿਨਾ ਰੱਬੀ ਰਜਾ ਵਿੱਚ ਤੁਰੰਤ ਤੋਂ ਬਿਨਾ। ਦੱਸ ਜੀਵਨ ਦਾ ਫਾਇਦਾ ਕੀ, ਕਿਸ ਕੰਮ ਹੈ? ਇਹ ਜੀਵਨ ਕਲਪਣ ਵਾਸਤੇ ਥੋੜਾ ਹੈ। ਇਹ ਜੀਵਨ ਤੇ ਸੁਖ ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ, ਚੜ੍ਹਦੀ ਕਲਾ ਮਾਨਣ ਵਾਸਤੇ ਸੀ, ਸੁਖ ਮਾਨਣ ਵਾਸਤੇ ਸੀ, ਸੁਖ ਦੇਣ ਵਾਸਤੇ ਸੀ। ਤਾਂ ਸਾਡੀ ਜ਼ਿੰਦਗੀ ਔਰ ਸਾਡਾ ਸਮਾਜ ਸੁਖੀ ਔਰ ਸ਼ਾਂਤ ਹੋ ਸਕਦਾ ਹੈ ਜੇ ਅਸੀਂ ਪਾਵਨ ਬਾਣੀ ਨੂੰ ਸਮਝ ਕੇ ਥੋੜਾ ਥੋੜਾ ਆਪਣੇ ਅੰਦਰ ਚੇਂਜਿੰਗ ਕਰਨ ਦਾ ਯਤਨ ਕਰੀਏ। ਕਈ ਵਾਰ ਅਸੀਂ ਕਹਿੰਦੇ ਵੀ ਮੇਰੇ ਇਕੱਲੇ ਦੇ ਬਦਲਣ ਨਾਲ ਕੀ ਹੋਏਗਾ? ਬਹੁਤ ਕੁਝ ਹੋਏਗਾ। ਘੱਟ ਤੋਂ ਘੱਟ ਇੱਕ ਬੰਦਾ ਤੇ ਘਟੇਗਾ ਦੁੱਖ ਦੇਣ ਤੋਂ। ਮੈਂ ਬਦਲਾਂਗਾ, ਮੇਰਾ ਪਰਿਵਾਰ ਬਦਲੇਗਾ। ਇੱਕ ਇੱਕ ਬੰਦਾ ਮਿਲ ਕੇ ਪਰਿਵਾਰ ਬਣਦੇ ਨੇ, ਔਰ ਪਰਿਵਾਰ ਮਿਲ ਕੇ ਸਮਾਜ ਬਣਦਾ ਹੈ। ਮੈਂ ਬਦਲਾਂਗਾ, ਪਰਿਵਾਰ ਬਦਲੇਗਾ, ਪਰਿਵਾਰ ਬਦਲਣਗੇ, ਸਮਾਜ ਬਦਲੇਗਾ। ਇਸ ਲਈ ਸਾਨੂੰ ਇਹ ਭਾਵਨਾ ਲੈ ਕੇ ਆਪਣੇ ਜੀਵਨ ਦੇ ਅੰਦਰ ਇਹ ਜਿਹੜਾ ਹੈ ਤਬਦੀਲੀ ਲਿਆਉਣੀ ਚਾਹੀਦੀ ਹੈ। ਅਗਲਾ ਬਚਨ ਕਰਦੇ ਹਨ, ਪ੍ਰਾਨੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ। ਕਿ ਜਿਹੜਾ ਬੰਦਾ ਹੈ ਰਾਮ ਨਾ ਚੇਤਈ, ਰਮੇ ਹੋਏ ਰੱਬ ਨੂੰ ਨਹੀਂ ਚੇਤਦਾ। ਇਹ ਚੀਜ਼ ਸਮਝਣ ਵਾਲੀ ਹੈ। ਰਾਮ ਦਾ ਮਤਲਬ ਰਮਿਆ ਹੋਇਆ, ਜੋ ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਤਾਂ ਗੁਰੂ ਜੀ ਕਹਿੰਦੇ ਨੇ ਇਹ ਬੰਦਾ ਜਿਹੜਾ ਹੈ ਰਮੇ ਹੋਏ ਰੱਬ ਨੂੰ ਨਹੀਂ ਯਾਦ ਰੱਖਦਾ। ਹੁਣ ਇੱਥੇ ਯਾਦ ਰੱਖਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਇੱਕ ਸ਼ਬਦ ਨੂੰ ਬਾਰ-ਬਾਰ ਰਿਪੀਟ ਕਰੀ ਜਾਓ। ਹੁਣ ਜਿਹੜਾ ਰਮਿਆ ਹੋਇਆ ਹੈ, ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ, ਉਹਨੂੰ ਯਾਦ ਰੱਖਣ ਦਾ ਮਤਲਬ ਕੀ ਹੈ? ਕਿ ਜਦੋਂ ਮੈਂ ਤੁਹਾਡੇ ਨਾਲ ਗੱਲਬਾਤ ਕਰਾਂ ਤਾਂ ਮੈਨੂੰ ਇਹ ਚੀਜ਼ ਯਾਦ ਹੋਣੀ ਚਾਹੀਦੀ ਹੈ ਕਿ ਜੋ ਮੇਰੇ ਸਾਹਮਣੇ ਵੀਰ ਭੈਣਾਂ ਬੈਠੇ ਨੇ, ਇਹ ਰੱਬ ਦਾ ਰੂਪ ਨੇ, ਇਹਨਾਂ ਦੇ ਵਿੱਚ ਰੱਬ ਹੈ। ਤਾਂ ਮੈਂ ਇਹੋ ਜਿਹੇ ਬੋਲ ਬੋਲਣੇ ਨੇ ਜਿਵੇਂ ਮੈਂ ਰੱਬ ਦੇ ਨਾਲ ਗੱਲ ਕਰ ਰਿਹਾ ਹੋਵਾਂ। ਮੈਂ ਤੁਹਾਡੇ ਨਾਲ ਇਹੋ ਜਿਹਾ ਵਿਹਾਰ ਕਰਨਾ ਹੈ ਜਿਹੋ ਜਿਹਾ ਵਿਹਾਰ ਮੈਂ ਰੱਬ ਦੇ ਨਾਲ ਕਰ ਰਿਹਾ ਹੋਵਾਂ। ਜੇ ਤੁਸੀਂ ਮੈਨੂੰ ਕਿਹਾ ਹੈ ਵੀ ਭਾਈ ਸਾਹਿਬ ਪਾਣੀ ਲਿਆਇਓ ਜਾਂ ਪ੍ਰਸ਼ਾਦਾ ਫੜਾਇਓ, ਤਾਂ ਮੈਨੂੰ ਐਵੇਂ ਪਾਣੀ ਪ੍ਰਸ਼ਾਦਾ ਫੜਾਉਣਾ ਚਾਹੀਦਾ ਹੈ ਜਿਵੇਂ ਮੈਂ ਰੱਬ ਨੂੰ ਫੜਾ ਰਿਹਾ ਹਾਂ, ਕਿਉਂਕਿ ਰਮਿਆ ਹੋਇਆ ਨਾ। ਹੁਣ ਜੇ ਹਰ ਬੰਦਾ ਇਸ ਚੀਜ਼ ਨੂੰ ਚੇਤੇ ਰੱਖੇ, ਹਿੰਦੂ,
ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਪੜ੍ਹੇ, ਅਨਪੜ੍ਹ, ਬੱਚੀਆਂ, ਬੱਚੇ, ਜਵਾਨ, ਇਸਤਰੀ, ਪੁਰਸ਼ ਜੋ ਵੀ ਨੇ, ਜੇ ਹਰ ਇਨਸਾਨ ਇਸ ਚੀਜ਼ ਨੂੰ ਯਾਦ ਰੱਖੇ ਕਿ ਯਾਰ ਰੱਬ ਸਾਰਿਆਂ ਦੇ ਵਿੱਚ ਹੈ, ਹਰ ਇਨਸਾਨ ਰੱਬ ਦਾ ਰੂਪ ਹੈ, ਜੋ ਦਿਸਦਾ ਸੋ ਤੇਰਾ ਰੂਪ, ਜੇ ਇਹ ਗੱਲ ਸਾਡੇ ਚਿੱਤ ਵਿੱਚ ਹੋਵੇ, ਚੇਤਨਤਾ ਵਿੱਚ ਹੋਵੇ, ਮੈਂਟੈਲਿਟੀ ਵਿੱਚ ਹੋਵੇ, ਮਾਨਸਿਕਤਾ ਵਿੱਚ ਹੋਵੇ, ਸਾਡੇ ਬੋਲਾਂ ਔਰ ਸਾਡੇ ਵਿਹਾਰ ਦੇ ਅੰਦਰ ਹੋਵੇ, ਤਾਂ ਦੇਖੋ ਇਹ ਸੰਸਾਰ ਕਿੰਨਾ ਸੋਹਣਾ ਬਣ ਜਾਏ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਮੇਰੀ ਮਾਂ ਵਿੱਚ ਵੀ ਤੂੰ ਵਸਣਾ ਹੈ, ਮੇਰੇ ਪਿਓ ਵਿੱਚ ਵੀ ਤੂੰ ਵਸਣਾ ਹੈ, ਮੇਰੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਵਿੱਚ ਵੀ ਤੂੰ ਵਸਣਾ ਹੈ। ਹੁਣ ਬੱਚੇ ਮਾਪਿਆਂ ਦੇ ਨਾਲ ਰੱਬ ਵਰਗਾ ਵਿਹਾਰ ਕਰਨ, ਮਾਪੇ ਬੱਚਿਆਂ ਨਾਲ, ਰਿਸ਼ਤੇਦਾਰਾਂ ਨਾਲ ਰੱਬ ਵਰਗਾ ਵਿਹਾਰ ਕਰਨ ਤੇ ਪਰਿਵਾਰ ਕਿੰਨੇ ਸੋਹਣੇ ਹੋ ਜਾਣਗੇ। ਪਰ ਗੁਰੂ ਜੀ ਕਹਿੰਦੇ ਨੇ ਪ੍ਰਾਣੀ ਰਾਮ ਨਾ ਚੇਤਈ, ਮਦ ਮਾਇਆ ਕੇ ਅੰਧ। ਮਦ ਦਾ ਮਤਲਬ ਨਸ਼ਾ, ਮਾਇਆ ਦੇ ਨਸ਼ੇ ਦੇ ਅੰਦਰ ਅੰਨਾ ਹੋਇਆ ਪਿਆ। ਜਿਵੇਂ ਕੋਈ ਸ਼ਰਾਬ ਵਗੈਰਾ ਪੀ ਲਵੇ ਨਾ, ਤੇ ਸ਼ਰਾਬ ਪੀ ਲਵੇ ਜਾਂ ਭੁੱਕੀ ਫੀਮ ਖਾ ਲਵੇ ਜਾਂ ਭੰਗ ਵਗੈਰਾ ਖਾ ਲਵੇ, ਕੋਈ ਨਸ਼ਾ ਖਾਣ ਤੋਂ ਬਾਅਦ ਬੰਦਾ ਬੌਂਦਲ ਜਾਂਦਾ, ਉਹਨੂੰ ਹੋਸ਼ ਨਹੀਂ ਰਹਿੰਦੀ ਆਪਣੇ ਆਪ ਦੀ। ਸ਼ਰਾਬ ਪੀ ਕੇ ਬੰਦਾ ਆਪਣਿਆਂ ਨੂੰ, ਮਾਂ ਪਿਓ ਨੂੰ ਗਾਲਾਂ ਕੱਢੀ ਜਾਂਦਾ ਹੈ, ਘਰ ਦੇ ਭਾਂਡੇ ਤੋੜੀ ਜਾਂਦਾ ਹੈ, ਕਿਉਂਕਿ ਉਹਨੂੰ ਹੁਣ ਪਤਾ ਨਹੀਂ ਨਾ ਨਸ਼ੇ ਵਿੱਚ ਹੈ। ਤੇ ਜਦੋਂ ਹੋਸ਼ ਵਿੱਚ ਆਉਂਦਾ ਹੈ ਤੇ ਫਿਰ ਮੁਆਫੀਆਂ ਮੰਗਦਾ, ਸੌਰੀ ਮੈਨੂੰ ਨਹੀਂ ਪਤਾ ਮੈਂ ਨਸ਼ੇ ਵਿੱਚ ਕੀ ਬੋਲ ਗਿਆ, ਕੀ ਕਰ ਗਿਆ। ਹੁਣ ਬੰਦਾ ਮਾਇਆ ਦੇ ਨਸ਼ੇ ਵਿੱਚ ਹੈ। ਹੁਣ ਇਹ ਗੱਲ ਸਮਝਣ ਵਾਲੀ ਹੈ। ਕਈ ਵਾਰੀ ਅਸੀਂ ਅਮੀਰ ਲੋਕਾਂ ਨੂੰ ਮਾਇਆਧਾਰੀ ਕਹਿ ਕੇ ਭੰਡਦੇ ਹਾਂ। ਜ਼ਰੂਰੀ ਨਹੀਂ ਕਿ ਸਾਰੇ ਅਮੀਰ ਮਾਇਆਧਾਰੀ ਹੋਣ, ਤੇ ਜ਼ਰੂਰੀ ਨਹੀਂ ਕਿ ਸਾਰੇ ਗਰੀਬ ਰੱਬ ਦੇ ਭਗਤ ਹੋਣ। ਮਾਇਆਧਾਰੀ ਦਾ ਮਤਲਬ ਹੈ ਜਿਹਦੀ ਸੋਚ ਦੇ ਅੰਦਰ ਮਾਇਆ ਹੈ। ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ, ਜਦੋਂ ਵੀ ਮਾਇਆ ਸ਼ਬਦ ਆਵੇ ਇਹ ਚੀਜ਼ ਯਾਦ ਰੱਖਣ ਵਾਲੀ ਹੈ ਕਿ ਮਾਇਆ ਇੱਕ ਬਿਰਤੀ ਦਾ ਨਾਮ ਹੈ। ਜਿਹੜੀ ਬਿਰਤੀ ਸਾਨੂੰ ਇੱਕ ਦੂਜੇ ਵਿੱਚ ਰੱਬ ਨਹੀਂ ਵੇਖਣ ਦਿੰਦੀ, ਜਿਹੜੀ ਬਿਰਤੀ ਮੈਨੂੰ ਸੈਲਫਿਸ਼ ਬਣਾਉਂਦੀ ਹੈ, ਜਿਹੜੀ ਬਿਰਤੀ ਮੇਰੇ ਅੰਦਰ ਮੇਰ ਤੇਰ ਦੇ ਵਿਤਕਰੇ ਕਰਦੀ ਹੈ, ਉਹ ਬਿਰਤੀ ਮਾਇਆ ਹੈ। ਤੇ ਗੁਰੂ ਜੀ ਕਹਿੰਦੇ ਨੇ ਇਸ ਨਸ਼ੇ ਦੇ ਅੰਦਰ ਬੰਦਾ ਅੰਨਾ ਹੋਇਆ ਪਿਆ। ਪ੍ਰਾਣੀ ਰਾਮ ਨਾ ਚੇਤਈ, ਮਦ ਮਾਇਆ ਕੇ ਅੰਧ। ਰੱਬੀ ਗੁਣਾਂ ਨੂੰ ਯਾਦ ਨਹੀਂ ਰੱਖਦਾ, ਕਿਉਂ ਕਿ ਇਹ ਮਾਇਆ ਦੇ ਨਸ਼ੇ ਦੇ ਅੰਦਰ ਅੰਨਾ ਹੋਇਆ ਪਿਆ। ਤੇ ਇਹਦਾ ਰਿਜ਼ਲਟ ਕੀ ਨਿਕਲੇਗਾ? ਹੁਣ ਇਹਦਾ ਰਿਜ਼ਲਟ ਦੱਸ ਰਹੇ ਨੇ, ਕਹੋ ਨਾਨਕ ਹਰ ਭਜਨ ਬਿਨ, ਪਰਤ ਤਾਹੇ ਜਮ ਫੰਦ। ਰੱਬ ਦੇ ਭਜਨ ਦਾ ਮਤਲਬ ਸਿਫਤ ਸਲਾਹ। ਰੱਬ ਦੇ ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾਂ ਇਹੋ ਜਿਹੇ ਬੰਦੇ ਨੂੰ ਜਮਾਂ ਦੀਆਂ ਫਾਹੀਆਂ ਪੈ ਜਾਂਦੀਆਂ। ਤੇ ਯਾਦ ਰੱਖਣਾ, ਜਮਾਂ ਦੀਆਂ ਫਾਹੀਆਂ ਮਰਨ ਤੋਂ ਬਾਅਦ ਨਹੀਂ, ਕਿਉਂਕਿ ਅਸੀਂ ਹਰ ਚੀਜ਼ ਨੂੰ ਮਰਨ ਤੋਂ ਬਾਅਦ ਜੋੜਿਆ ਹੈ ਕਿ ਜਿਹੜਾ ਬੰਦਾ ਮਾੜੇ ਕਰਮ ਕਰੇਗਾ ਮਰਨ ਤੋਂ ਬਾਅਦ ਨਰਕਾਂ ਵਿੱਚ ਜਾਏਗਾ, ਚੰਗੇ ਕੰਮ ਕਰਨ ਵਾਲਾ ਸਵਰਗਾਂ 'ਚ ਜਾਏਗਾ। ਮਾੜੇ ਬੰਦੇ ਨੂੰ ਜਮ ਕੁੱਟਦੇ ਕੁੱਟਦੇ ਲੈ ਜਾਣਗੇ ਤੇ ਚੰਗੇ ਬੰਦੇ ਨੂੰ ਦੇਵਤੇ ਲੈਣ ਵਾਸਤੇ ਆਣਗੇ। ਇਹ ਸਾਡੇ ਵਹਿਮ ਨੇ, ਉਹੋ ਜਿਹੇ ਕੋਈ ਜਮ ਨਹੀਂ ਹੈਗੇ। ਅਸਲੀ ਜਮ ਕਿਹੜੇ ਨੇ? ਪਰਤ ਤਾਹੇ ਜਮ ਫੰਦ। ਆ ਜਿੰਨੇ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਇਹਨਾਂ ਨੂੰ ਗੁਰੂ ਜੀ ਨੇ ਜਮ ਆਖਿਆ। ਜਮ ਦਾ ਮਤਲਬ ਜੋ ਸਾਡੀ, ਜਿੰਨਾ ਕਰਕੇ ਆਤਮਕ ਮੌਤ ਹੋ ਜਾਂਦੀ ਹੈ, ਜਿੰਨਾ ਕਰਕੇ ਬੰਦੇ ਦੀ ਜ਼ਮੀਰ ਮਰ ਜਾਂਦੀ ਹੈ। ਜਿਵੇਂ ਮੈਂ ਪਿਛਲੀ ਕਲਾਸ ਵਿੱਚ ਵੀ ਕਿਹਾ ਸੀ ਨਾ, ਮੰਨ ਲਓ ਕਿ ਮੈਂ ਇੱਥੋਂ ਗੋਲਕ ਤੋਂ ਕੋਈ 5 ਪਾਉਂਡ ਜਾਂ 10 ਪਾਉਂਡ ਚੋਰੀ ਚੁੱਕਣਾ। ਹੁਣ ਇੱਥੇ ਕੈਮਰੇ ਨਹੀਂ ਹੈ, ਗੁਰਦੁਆਰੇ ਕੋਈ ਹੋਰ ਬੰਦਾ ਪ੍ਰਬੰਧਕ ਸੰਗਤ ਵੀ ਨਹੀਂ ਹੈ, ਤੇ ਮੈਂ 5 ਪਾਉਂਡ ਚੁੱਕ ਕੇ ਜੇਬ ਚ ਪਾ ਲੈਣਾ, ਚੋਰੀ। ਹੁਣ ਤਾਂ ਚੁੱਕਾਂਗਾ ਨਾ ਜੇ ਮੇਰੀ ਜ਼ਮੀਰ ਮਰੇਗੀ। ਜੇ ਮੇਰੀ ਜ਼ਮੀਰ ਜਿੰਦਾ ਹੈ ਮੈਂ ਚੋਰੀ ਨਹੀਂ ਕਰਾਂਗਾ, ਜ਼ਮੀਰ ਮਰੇਗੀ ਤਾਂ ਚੋਰੀ ਕਰਾਂਗਾ। ਕੋਈ ਨੌਜਵਾਨ ਕਿਸੇ ਦੀ ਧੀ ਭੈਣ ਹੈ, ਉਹਦੇ ਵੱਲ ਬੰਦਾ ਮਾੜੀ ਨਜ਼ਰ ਨਾਲ ਵੇਖਦਾ ਹੈ, ਤਾਂ ਹੀ ਵੇਖੇਗਾ ਨਾ ਜ਼ਮੀਰ ਮਰੇਗੀ। ਤੇ ਜਿੰਦਾ ਜ਼ਮੀਰ ਵਾਲਾ ਤੇ ਹਰ ਇੱਕ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝੇਗਾ ਨਾ। ਤਾਂ ਜਿਹੜੀ ਚੀਜ਼ ਸਾਡੀ ਜ਼ਮੀਰ ਨੂੰ ਮਾਰ ਦੇਵੇ, ਜੋ ਸਾਡੇ ਅੰਦਰੋਂ ਇਨਸਾਨੀਅਤ ਨੂੰ ਮਾਰ ਦੇਵੇ, ਉਹਨੂੰ ਜਮ ਕਹਿੰਦੇ ਨੇ। ਤੇ ਗੁਰੂ ਜੀ ਕਹਿੰਦੇ ਨੇ ਜਿਹੜੇ ਰੱਬੀ ਗੁਣ ਨਹੀਂ ਨਾ ਗਾਉਂਦੇ, ਉਹਨਾਂ ਦੇ ਗਲ ਵਿੱਚ ਜਮ ਦੀਆਂ ਫਾਹੀਆਂ ਪੈ ਜਾਂਦੀਆਂ ਨੇ, ਉਹਨਾਂ ਨੂੰ ਵਿਕਾਰ ਆਣ ਕੇ ਘੇਰ ਲੈਂਦੇ ਨੇ। ਤੇ ਜਿਨ੍ਹਾਂ ਨੂੰ ਵਿਕਾਰ ਘੇਰ ਲੈਣ, ਫਿਰ ਸਾਰੀ ਜ਼ਿੰਦਗੀ ਉਹ ਦੁਖੀ ਹੁੰਦੇ ਨੇ। ਜਿਹਦੇ ਅੰਦਰ ਹੰਕਾਰ ਹੋਏ ਨਾ, ਜਿਉਂ-ਜਿਉਂ ਚੱਲੇ ਚੁਭੇ ਦੁੱਖ ਪਾਵੇਂ। ਹੰਕਾਰ ਦਾ ਕੰਡਾ ਪੈਰ ਵਿੱਚ, ਜਿੱਥੇ ਜਾਣਗੇ ਉਹ ਦੁੱਖ ਪਾਣਗੇ। ਜੇ ਗੁਰਦੁਆਰੇ ਗਏ ਨੇ ਤੇ ਜਾਂਦਿਆਂ ਸਾਰ ਵੀ ਮੈਨੂੰ ਪਹਿਲੋਂ ਲੋਕਾਂ ਨੇ ਫਤਿਹ ਕਿਉਂ ਨਹੀਂ ਬੁਲਾਈ, ਜੇ ਕਿਸੇ ਦੇ ਘਰ ਜਾਣਗੇ ਤੇ ਚਾਹ ਮੈਨੂੰ ਪਹਿਲੋਂ ਕਿਉਂ ਨਹੀਂ ਫੜਾਈ, ਮੈਨੂੰ ਅਗਲੀ ਕਾਰ ਦੀ ਸੀਟ ਤੇ ਕਿਉਂ ਨਹੀਂ ਬਾਇਆ। ਉਹ ਕੰਡਾ ਚੁਭਦਾ ਹੀ ਰਹਿੰਦਾ ਹੈ, ਦੁੱਖ ਪਾਉਂਦੇ ਰਹਿੰਦੇ। ਇਹ ਜਮਾਂ ਦੀ ਫਾਹੀ, ਉਹਨੂੰ ਵਿਕਾਰਾਂ ਦੇ ਜਮਾਂ ਦੀ ਫਾਹੀ ਪੈ ਜਾਏਗੀ।
ਅਗਲਾ ਬਚਨ ਹੁਣ ਗੁਰਦੇਵ ਪਾਤਸ਼ਾਹ ਕਰ ਰਹੇ ਨੇ ਸ਼ਲੋਕ ਕਰਕੇ, ਤੇ ਫਿਰ ਆਪਾਂ ਸਵਾਲ ਜਵਾਬ ਕਰਦੇ ਹਾਂ। ਜੇ ਟਾਈਮ ਹੋਰ ਲਾਣਾ ਹੋਇਆ ਤਾਂ ਤੁਸੀਂ ਦੱਸ ਦਿਓ। ਸੁਖ ਮੈਂ ਬਹੁ ਸੰਗੀ ਭੈ, ਦੁੱਖ ਮੈਂ ਸੰਗ ਨਾ ਕੋਈ। ਗੁਰੂ ਜੀ ਕਹਿੰਦੇ ਨੇ ਸੁਖ ਦੇ ਅੰਦਰ ਬਹੁਤ ਸਾਰੇ ਸੰਗੀ ਸਾਥੀ ਬਣ ਜਾਂਦੇ ਨੇ, ਤੇ ਦੁੱਖ ਦੇ ਅੰਦਰ ਕੋਈ ਸੰਗੀ ਸਾਥੀ ਨਹੀਂ ਬਣਦਾ। ਇਹ ਚੀਜ਼ ਸਮਝਣ ਵਾਲੀ ਹੈ। ਇਸ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਨੇ, ਇੱਕ ਤੇ ਨੇ ਸੱਚੇ ਸਾਥੀ, ਇੱਕ ਨੇ ਝੂਠੇ ਸਾਥੀ। ਜਿਹੜੇ ਸੱਚੇ ਸਾਥੀ ਨੇ ਉਹ ਤੇ ਸੁੱਖ ਔਰ ਦੁੱਖ ਦੇ ਵਿੱਚ ਤੁਹਾਡੇ ਨਾਲ ਨੇ, ਪਰ ਜਿਹੜੇ ਝੂਠੇ ਸਾਥੀ ਨੇ ਉਹ ਸੁੱਖਾਂ ਦੇ ਸਾਥੀ ਨੇ, ਦੁੱਖ ਆਉਂਦਿਆਂ ਹੀ ਤੁਹਾਨੂੰ ਛੱਡ ਦਾਂਗੇ। ਜਦੋਂ ਤੱਕ ਤੁਸੀਂ ਉਹਨਾਂ ਨੂੰ ਖਾਣ ਪੀਣ ਵਾਸਤੇ ਰਸਗੁੱਲੇ, ਗੁਲਾਬ ਜਾਮਨ, ਬਰਫੀ, ਸਮੋਸੇ, ਪਕੌੜੇ, ਚਮਚਮ, ਪੀਜੇ, ਬਰਗਰ ਤੇ ਵੈਜ ਨੌਨ ਵੈਜ ਖਵਾ ਰਹੇ ਹੋ, ਉਦੋਂ ਤੱਕ ਤੇ ਤੁਹਾਡੇ ਕੋਲ ਆ ਰਹੇ ਨੇ। ਤੇ ਜਿੱਦਣ ਤੁਹਾਡੇ ਕੋਲ ਥੋੜੀ ਪ੍ਰੋਪਰਟੀ ਘਟ ਗਈ, ਪੈਸੇ ਨਾ ਰਹੇ, ਉਹਨਾਂ ਲੋਕਾਂ ਤੁਹਾਡਾ ਸਾਥ ਛੱਡ ਜਾਣਾ। ਕਿੰਨੇ ਲੋਕ ਨੇ ਜਿਹੜੇ ਤੁਹਾਡਾ ਸਾਥ ਛੱਡ ਗਏ। ਮੈਂ ਆਪਣੇ ਜੀਵਨ ਨੂੰ ਵੇਖਣਾ, ਸਾਡੇ ਤੇ ਇੱਕ ਟਾਈਮ ਐਸਾ ਆਇਆ ਕਿ 2 ਟਾਈਮ ਰੋਟੀ ਵੀ ਨਹੀਂ ਸੀ ਮਿਲਦੀ, 2 ਦਿਨ ਭੁੱਖੇ ਰਹਿਣਾ ਪੈਂਦਾ ਸੀ। ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਨੇੜੇ ਨਹੀਂ ਸੀ ਝੁਕਦਾ। ਕਹਿਣ ਤੋਂ ਭਾਵ ਕਿ ਜਿੱਥੇ ਸਵਾਰਥ ਹੈ ਉੱਥੇ ਫਿਰ ਸਾਥ ਛੱਡ ਜਾਂਦੇ ਨੇ ਨਾ। ਲੇਕਿਨ ਜਿਹੜੇ ਸੱਚੇ ਸਾਥੀ ਨੇ ਉਹ ਗਰੀਬੀ ਵਿੱਚ ਵੀ ਸਾਥ ਦੇਣਗੇ, ਉਹ ਅਮੀਰੀ ਵਿੱਚ ਵੀ ਸਾਥ ਦੇਣਗੇ। ਇਸ ਲਈ ਗੁਰੂ ਜੀ ਕਹਿੰਦੇ ਨੇ ਝੂਠੇ ਸਾਥੀ ਨੇ ਜਗਤ ਮੈਂ ਝੂਠੀ ਦੇਖੀ ਥੀ। ਦੁੱਖ ਸੁਖ ਮੈਂ ਬਹੁ ਸੰਗੀ ਭੈ, ਦੁੱਖ ਮੈਂ ਸੰਗ ਨਾ ਕੋਏ। ਦੁੱਖ ਦੇ ਅੰਦਰ ਕੋਈ ਸਾਥ ਨਹੀਂ ਦਿੰਦਾ, ਬਹੁਤਾਤ ਗਿਣਤੀ। ਇਸ ਲਈ ਗੁਰੂ ਜੀ ਕਹਿੰਦੇ ਨੇ ਕਹੋ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਏ। ਅੰਤ ਦਾ ਮਤਲਬ ਅਖੀਰ ਨੂੰ ਰੱਬ ਤੇਰਾ ਸਹਾਇਕ ਬਣੇਗਾ। ਜੇ ਤੂੰ ਰੱਬ ਨੂੰ ਯਾਦ ਰੱਖੇ ਨਾ, ਰੱਬੀ ਗੁਣਾਂ ਨੂੰ ਯਾਦ ਰੱਖੇ, ਉਹ ਤੇਰੇ ਸਹਾਇਕ ਨੇ। ਇਹ ਚੀਜ਼ ਸਮਝਣ ਵਾਲੀ ਹੈ, ਰੱਬ ਕਿਵੇਂ ਸਹਾਇਕ ਹੈ। ਜਿਵੇਂ ਮੈਂ ਚੋਰੀ ਕਰਨ ਲੱਗਣਾ ਨਾ, ਤੇ ਜੇ ਮੈਂ ਬਾਣੀ ਦੇ ਨਾਲ ਜੁੜਿਆ ਤੇ ਅੰਦਰੋਂ ਆਵਾਜ਼ ਆਏਗੀ, ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੇ ਨਾ। ਮੈਂ ਚੋਰੀ ਨਹੀਂ ਕਰਾਂਗਾ। ਜਦੋਂ ਮੈਂ ਰੱਬ ਨੂੰ ਯਾਦ ਰੱਖਾਂਗਾ ਨਾ ਕਿ ਰੱਬ ਕਰਤਾ ਪੁਰਖ ਹੈ, ਕਿ ਰੱਬ ਕਰਤਾ ਹੈ, ਉਹ ਕੁਛ ਨਾ ਕੁਛ ਬਣਾ ਰਿਹਾ ਹੈ। ਰੱਬ ਇੱਕ ਪਲ ਵੀ ਵਿਹਲਾ ਨਹੀਂ। ਜੇ ਰੱਬ ਸਿਰਫ 5 ਮਿੰਟ ਆਕਸੀਜਨ ਖਤਮ ਕਰ ਦੇਵੇ ਨਾ ਇਸ ਦੁਨੀਆ 'ਚ, ਸਿਰਫ 5 ਮਿੰਟ, ਤੇ 5 ਮਿੰਟ ਬਾਅਦ ਤੁਸੀਂ ਇਸ ਦੁਨੀਆ ਨੂੰ ਵੇਖ ਨਹੀਂ ਪਾਓਗੇ। ਤੁਹਾਨੂੰ ਸਾਹ ਆਉਣਾ ਬਾਅਦ ਵਿੱਚ ਖਤਮ ਹੋਏਗਾ, ਤੁਹਾਡਾ ਬੰਦ ਹੋਏਗਾ, ਪਹਿਲੋਂ ਇਹ ਸਰੀਰ ਫਟ ਜਾਏਗਾ। 5 ਮਿੰਟਾਂ ਦੇ ਅੰਦਰ ਸਾਰਾ ਸਮੁੰਦਰ ਸੁੱਕ ਜਾਏਗਾ। ਜੇ ਪਾਣੀ ਦੇ ਵਿੱਚੋਂ ਆਕਸੀਜਨ ਵੱਖਰੀ ਕਰ ਦੋ ਨਾ, ਬਾਕੀ ਬਚੇਗੀ ਹਾਈਡਰੋਜਨ। ਤੇ ਹਾਈਡਰੋਜਨ ਬਿਲਕੁਲ ਗੈਸ ਹਲਕੀ, ਉਹਨੇ ਆਕਾਸ਼ ਵਿੱਚ ਉੱਡ ਕੇ ਸਿਰਫ 2-3 ਮਿੰਟ ਦੇ ਅੰਦਰ ਸਮੁੰਦਰ ਖਾਲੀ। 2-3 ਮਿੰਟ ਦੇ ਅੰਦਰ ਸਾਰੀ ਦੀ ਸਾਰੀ ਸ੍ਰਿਸ਼ਟੀ ਖਤਮ, ਔਰ 2-4 ਮਿੰਟ ਦੇ ਅੰਦਰ ਧਰਤੀ ਦੀ ਟੁੱਟ ਫੁੱਟ ਹੋ ਜਾਏਗੀ, ਸਭ ਕੁਝ ਤਬਾਹ ਹੋ ਜਾਏਗਾ। ਜੇ ਸਿਰਫ 5 ਮਿੰਟ ਲਈ ਆਕਸੀਜਨ ਖਤਮ ਹੋ ਜਾਏ ਤਾਂ ਰੱਬ ਕ੍ਰੀਏਟਰ ਹੈ, ਉਹ ਕੁਝ ਕਰ ਰਿਹਾ ਹੈ। ਤੇ ਜਦੋਂ ਮੇਰੇ ਜੀਵਨ ਦੇ ਅੰਦਰ ਕਿਤੇ ਦੁੱਖ ਆਏਗਾ ਨਾ, ਮੇਰੇ ਕੋਲ ਕਿਤੇ ਪਦਾਰਥਾਂ ਦੀ ਕਮੀ ਆ ਗਈ ਜਾਂ ਕੁਝ, ਤਾਂ ਮੈਨੂੰ ਰੱਬ ਯਾਦ ਆਏਗਾ, ਯਾਰ ਰੱਬ ਕਿਰਤ ਕਰ ਰਿਹਾ ਤਾਂ ਮੈਂ ਵੀ ਕਿਰਤ ਕਰਾਂ। ਮੈਂ ਕਿਰਤ ਕਰਕੇ ਆਪਣਾ ਪਦਾਰਥ ਪੈਦਾ ਕਰ ਸਕਣਾ, ਮੈਂ ਗਿਆਨ ਹਾਸਲ ਕਰ ਸਕਣਾ। ਰੱਬ ਮੇਰਾ ਸਹਾਇਕ ਹੈ। ਰੱਬ ਨੇ ਮੈਨੂੰ ਦਿਮਾਗ ਦਿੱਤਾ ਹੈ, ਉਹ ਹਰ ਥਾਂ ਦੇ ਉੱਤੇ ਪਸਤਰਿਆ ਹੋਇਆ ਹੈ। ਰੱਬੀ ਗੁਣ ਜਿਹੜੇ ਨੇ ਉਹ ਸਾਡੇ ਸਹਾਇਕ ਹੋਣਗੇ। ਜਿੱਥੇ ਵੀ ਜਾਓਗੇ ਗੁਣ ਸਹਾਇਕ। ਜੇ ਤੁਸੀਂ ਕੋਈ ਕੰਪਿਊਟਰ ਸਿੱਖਿਆ, ਕਿਸੇ ਵੀ ਦੇਸ਼ ਵਿੱਚ ਚਲੇ ਜਾਓ, ਕੰਪਿਊਟਰ ਵਾਲੀ ਜੌਬ ਮਿਲ ਜਾਏਗੀ। ਜੇ ਕੋਈ ਹਲਵਾਈ ਦਾ ਕੰਮ ਕਰਦਾ, ਜੌਬ ਮਿਲ ਜਾਏਗੀ। ਡਰਾਈਵਿੰਗ ਦਾ ਕੰਮ ਕਰਦਾ, ਜੌਬ ਮਿਲ ਜਾਏਗੀ। ਯਾਨੀ ਜਿਹੜੇ ਇਹ ਗੁਣ ਨੇ ਸਾਨੂੰ ਦੁਨੀਆ ਵਿੱਚ ਕੰਮ ਦਿੰਦੇ ਨੇ ਨਾ, ਤੇ ਜਿਹੜੇ ਰੱਬੀ ਗੁਣ ਨੇ, ਸੱਚਾਈ ਹੈ, ਦਇਆ ਹੈ, ਪ੍ਰੇਮ ਹੈ, ਮੁਹੱਬਤ ਹੈ, ਇਨਸਾਨੀਅਤ ਹੈ, ਕਿਤੇ ਵੀ ਜਾਓ ਉੱਥੇ ਹੀ ਇਹ ਕੰਮ ਆਉਣਗੇ, ਤੁਹਾਡੇ ਸਹਾਇਕ ਹੋਣਗੇ। ਸੁਖ ਮੈਂ ਬਹੁ ਸੰਗੀ ਭੈ, ਦੁੱਖ ਮੈਂ ਸੰਗ ਨਾ ਕੋਏ। ਕਹੋ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਏ। ਸੁੱਖਾਂ ਦੇ ਸਾਰੇ ਸਾਥੀ ਨੇ, ਦੁੱਖਾਂ ਦੇ ਵਿੱਚ ਬਹੁਤੇ ਲੋਕ ਸਾਥ ਛੱਡ ਜਾਂਦੇ ਨੇ, ਪਰ ਰੱਬ ਕਦੇ ਸਾਥ ਨਹੀਂ ਛੱਡਦਾ। ਰੱਬੀ ਗੁਣ ਕਦੇ ਸਾਥ ਨਹੀਂ ਛੱਡਦੇ। ਔਰ ਯਾਦ ਰੱਖਣਾ, ਜਿਸ ਦੀ ਜ਼ਿੰਦਗੀ ਦੇ ਅੰਦਰ ਰੱਬੀ ਗੁਣ ਨੇ, ਉਹਦੀ ਜ਼ਿੰਦਗੀ ਦੇ ਅੰਦਰ ਦੁੱਖ ਪ੍ਰਭਾਵ ਵੀ ਨਹੀਂ ਪਾਉਂਦੇ। ਦੁੱਖ ਆਉਂਦੇ ਜ਼ਰੂਰ ਨੇ ਪਰ ਪ੍ਰਭਾਵ ਨਹੀਂ ਪਾਉਂਦੇ। ਆਰੇ ਦੇ ਨਾਲ ਚਿਰਨਾ ਦੇਖੋ, ਦੁੱਖ ਤੇ ਬੜਾ ਵੱਡਾ ਹੈ। ਆਰੇ ਨਾਲ ਚਿਰਨਾ ਕੋਈ ਸੌਖਾ ਥੋੜਾ, ਪਰ ਦੁੱਖ ਪ੍ਰਭਾਵ ਨਹੀਂ ਪਾ ਰਿਹਾ। ਉਸ ਦੁੱਖ ਅੱਗੇ ਝੁਕ ਨਹੀਂ ਰਹੇ, ਦੁਖੀ ਨਹੀਂ ਹੋ ਰਹੇ, ਸੱਚ ਦਾ ਤਿਆਗ ਨਹੀਂ ਕਰ ਰਹੇ। ਦੇਖੋ ਨਿੱਕੇ ਨਿੱਕੇ ਬੱਚੇ, 6-6 ਮਹੀਨੇ ਦੇ, ਸਾਲ 2-2 ਸਾਲ ਦੇ ਬੱਚੇ, ਤੇ ਮਾਵਾਂ ਦੇ ਸਾਹਮਣੇ ਸੀਨਿਆਂ ਦੇ ਅੰਦਰ ਛੁਰੇ ਮਾਰ ਕੇ ਆਂਦਰਾਂ ਕੱਢ ਕੇ ਮਾਂ ਦੇ ਗਲ ਵਿੱਚ ਪਾ ਦਿੱਤੇ ਜਾਣ। ਇਸ ਤੋਂ ਵੱਡਾ ਦੁੱਖ ਮਾਂ ਲਈ ਕੀ ਹੈ। ਦੁੱਖ ਤੇ ਹੈ, ਪਰ ਦੁੱਖ ਪ੍ਰਭਾਵਿਤ ਨਹੀਂ ਕਰ ਰਿਹਾ, ਕਿਉਂਕਿ
ਉਸ ਤੋਂ ਵੱਡਾ ਵੈਰਾਗ ਅੰਦਰ ਹੈ, ਉਸ ਤੋਂ ਵੱਡਾ ਜਿਹੜਾ ਹੈ ਏਮ ਔਰ ਗੋਲ ਅੰਦਰ ਹੈ, ਉਸ ਗੋਲ ਵਾਲੇ ਪਾਸੇ ਬੰਦਾ ਵੱਧ ਰਿਹਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਰੱਬ ਦੇ ਗੁਣਾਂ ਨੂੰ ਯਾਦ ਕਰ, ਆਖਿਰ ਇਹ ਰੱਬ ਦੇ ਗੁਣ ਹੀ ਤੇਰੇ ਸਹਾਇਕ ਹੋਣਗੇ। ਤਾਂ ਹੁਣ ਇਸ ਵੇਲੇ ਮੇਰੇ ਖਿਆਲ 'ਚ 4:05 ਹੋ ਗਏ ਹਨ। ਗਿਆਨੀ ਜੀ ਸਾਡੇ ਕੋਲ ਹਾਂਜੀ। 10 ਮਿੰਟ ਹੋਰ ਹੈਗੇ, ਜੇ ਤੁਸੀਂ ਇੱਕ ਸ਼ਲੋਕ ਹੋਰ ਕਰਨੀ ਕਥਾ ਹਾਂਜੀ, ਕੋਈ ਗੱਲ ਨਹੀਂ, ਮੈਂ ਕਰ ਮੈਂ ਮਿਹਰਬਾਨੀ। ਤਾਂ ਪੁੱਛਿਆ ਵੀ ਤੁਹਾਡੇ ਟਾਈਮ ਮੁਤਾਬਕ। ਹੈਗਾ ਜੀ, ਠੀਕ ਹੈ। ਕੋਈ ਨਾ, ਅਗਲਾ ਸ਼ਲੋਕ ਕਰਦੇ ਹਾਂ। ਅਗਲਾ ਬਚਨ ਹੈ, ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ, ਕਹੋ ਨਾਨਕ ਹਰਿ ਭਜ ਪਨਾ, ਨਿਰਭੈ ਪਾਵੈ ਬਾਸ। ਜਨਮ ਜਨਮ ਭਰਮਤ ਫਿਰਿਓ, ਜਨਮ ਜਨਮ ਦਾ ਮਤਲਬ ਬਹੁਤ ਮੁੱਦਤ, ਭਰਮਤ ਫਿਰਿਓ ਦਾ ਮਤਲਬ ਹੈ ਬੰਦਾ ਭਟਕਦਾ ਰਿਹਾ। ਮਿਟਿਓ ਨਾ ਜਮ ਕੋ ਤਰਾਸ ਦਾ ਮਤਲਬ ਕਿ ਇਹਦਾ ਜਿਹੜਾ ਜਮ ਦਾ ਤਰਾਸ ਹੈ, ਜਮਾਂ ਦਾ ਡਰ ਹੈ, ਆਤਮਕ ਮੌਤ ਦਾ ਡਰ ਇਹਦੇ ਅੰਦਰੋਂ ਮੁੱਕਦਾ ਨਹੀਂ। ਇਹ ਚੀਜ਼ ਸਮਝਣ ਵਾਲੀ ਹੈ। ਬੰਦਾ ਜਨਮਾਂ ਜਨਮਾਂ ਦੇ ਵਿੱਚ ਕਿਵੇਂ ਭਰਮ ਰਿਹਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕਿੰਨੀਆਂ ਜੂਨਾਂ ਭੁਗਤਦੇ ਹਾਂ। ਮੈਂ ਇਸ ਜਨਮ ਦੀ ਗੱਲ ਕਰ ਰਿਹਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕਿੰਨੀਆਂ ਜੂਨਾਂ ਭੁਗਤਦੇ ਹਾਂ। ਦੇਖੋ, ਕੁੱਤਾ ਜਿਹੜਾ ਹੈ ਲੋਭ ਦਾ ਪ੍ਰਤੀਕ ਹੈ। ਜਿਹੜਾ ਬੰਦਾ ਲੋਭੀ ਹੋਏ ਨਾ, ਅਸੀਂ ਕਹਿ ਦਿੰਦੇ ਹਾਂ ਫਲਾਂ ਬੰਦਾ ਬੜਾ ਕੁੱਤਾ ਹੈ, ਯਾਨੀ ਉਹਦੇ ਅੰਦਰ ਲੋਭ ਹੈ। ਗੁਰਬਾਣੀ ਨੇ ਵੀ ਕੁੱਤੇ ਨੂੰ ਲੋਭ ਦਾ ਪ੍ਰਤੀਕ ਮੰਨਿਆ ਹੈ। ਲੋਭ ਗ੍ਰਸਿਓ ਦਸਹੂ ਦਿਸ ਧਾਵਤ, ਔਰ ਨਾਲ ਕਹਿੰਦੇ ਨੇ ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੇ ਬਿਦਾਰੇ। ਜਿਵੇਂ ਹਲਕਾ ਹੋ ਜਾਏ ਨਾ ਕੁੱਤਾ, ਕੁੱਤਾ ਮਾਲਕ ਦਾ ਸਭ ਤੋਂ ਜ਼ਿਆਦਾ ਵਫਾਦਾਰ ਹੈ, ਪਰ ਜਦੋਂ ਹਲਕਾ ਹੋ ਜਾਏ, ਹਲਕਾਇਆ ਹੋਇਆ ਕੁੱਤਾ ਆਪਣੇ ਹੀ ਮਾਲਕ ਨੂੰ ਵੱਢ ਖਾਂਦਾ। ਤੇ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਲੋਭ ਹੈ ਨਾ, ਉਹ ਕੁੱਤਾ ਲੋਭ ਦਾ ਪ੍ਰਤੀਕ ਹੈ। ਜਦੋਂ ਸਾਡੇ ਵਿੱਚ ਲੋਭ ਹੁੰਦਾ ਹੈ, ਅਸੀਂ ਲੋਭ ਕਰਕੇ ਬੇਗਾਨਾ ਹੱਕ ਖਾਂਦੇ ਹਾਂ, ਉਦੋਂ ਬੰਦਾ ਕੁੱਤੇ ਦੀ ਜੂਨ ਵਿੱਚ ਹੁੰਦਾ ਹੈ, ਬੰਦੇ ਦੀ ਜੂਨ ਵਿੱਚ ਨਹੀਂ, ਉਦੋਂ ਕੁੱਤੇ ਦੀ ਜੂਨ। ਜਦੋਂ ਅਸੀਂ ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਵਿਖਾਉਂਦੇ ਹਾਂ ਤੇ ਆਪ ਉੱਚਾ ਮਹਾਨ ਬਣਨੇ ਆ, ਦੂਜਿਆਂ ਦੀ ਬੇਇੱਜ਼ਤੀ ਕਰਨੇ ਆ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ, ਉਦੋਂ ਅਸੀਂ ਬੰਦੇ ਦੀ ਜੂਨ ਵਿੱਚ ਨਹੀਂ ਹੁੰਦੇ, ਉਦੋਂ ਅਸੀਂ ਹਾਥੀ ਦੀ ਜੂਨ ਵਿੱਚ ਹੁੰਦੇ ਆ। ਮਨ ਤੋਂ ਮੈਗਲ ਹੋਏ ਰਹੋ। ਮੈਗਲ ਦਾ ਮਤਲਬ ਹਾਥੀ, ਹਾਥੀ ਪ੍ਰਤੀਕ ਹੈ ਹੰਕਾਰ ਦਾ। ਤੇ ਜਦੋਂ ਅਸੀਂ ਕਿਸੇ ਦੀ ਚੰਗੀ ਗੱਲ ਨਹੀਂ ਮੰਨਦੇ, ਗੁਰੂ ਦੀ ਗੱਲ ਵੀ ਨਹੀਂ ਮੰਨਦੇ, ਦੇਸ਼ ਦੇ ਕਾਨੂੰਨਾਂ ਨੂੰ ਵੀ ਤੋੜਦੇ ਆ, ਸਮਾਜ ਦੇ ਨਿਯਮਾਂ ਨੂੰ ਤੋੜਦੇ ਆ, ਔਰ ਆਪ ਮੁਹਾਰੇ ਹੋ ਜਾਂਦੇ ਆ, ਆਪ ਖੁਦਰੇ ਹੁੰਦੇ ਆ। ਬੜੇ ਲੋਕ ਨੇ ਆਪ ਖੁਦਰੇ ਮਿਲ ਜਾਂਦੇ ਨੇ। ਤਾਂ ਉਦੋਂ ਬੰਦਾ ਬੰਦੇ ਦੀ ਜੂਨ ਵਿੱਚ ਨਹੀਂ ਹੁੰਦਾ, ਜਿਹਨੂੰ ਵੱਡੇ ਛੋਟੇ ਦਾ ਵੀ ਲਿਹਾਜ਼ ਨਹੀਂ, ਜਿਹੜਾ ਕਿਸੇ ਦੀ ਗੱਲ ਨੂੰ ਮੰਨਦਾ ਹੀ ਨਹੀਂ, ਆਪ ਖੁਦਰਾ ਹੈ, ਮਾੜੇ ਕਰਮ ਕਰਦਾ ਹੈ। ਉਦੋਂ ਬੰਦਾ ਬੰਦੇ ਦੀ ਜੂਨ ਚ ਨਹੀਂ, ਉਦੋਂ ਝੋਟੇ ਦੀ ਜੂਨ ਵਿੱਚ ਹੁੰਦਾ। ਤੁਸੀਂ ਪੰਜਾਬ ਵਿੱਚ ਝੋਟੇ ਵੇਖੇ ਨਾ, ਸਿਆਲ ਦੇ ਦਿਨਾਂ ਚ ਕੰਮ ਘੱਟ ਹੁੰਦਾ ਹੈ, ਤੇ ਝੋਟੇ ਫਿਰ ਜਿਹੜੇ ਨੇ ਭੂਤਰ ਜਾਂਦੇ ਨੇ, ਕਦੇ ਐਸ ਰੂੜੀ ਵਿੱਚ ਸਿੰਘ ਮਾਰ, ਕਦੇ ਕੁੱਪ ਦੇ ਵਿੱਚ ਸਿੰਘ ਮਾਰ, ਭੇੜ ਕਿਸੇ ਦੇ ਨਾਲ ਖਿੱਚੀ ਦਾ ਇਧਰ ਝੋਟੇ ਭੱਜ ਦੂਜੇ ਪਾਸੇ ਜਾਂਦੇ। ਉਦੋਂ ਬੰਦਾ ਝੋਟੇ ਦੀ ਜੂਨ ਵਿੱਚ ਹੁੰਦਾ ਹੈ। ਗੁਰਦੇਵ ਨੇ ਬਾਣੀ ਵਿੱਚ ਵਚਨ ਕੀਤਾ ਹੈ, ਮਾਤਾ ਭੈਂਸਾ ਅਮੂਹਾਂ ਜਾਏ, ਕੁੱਦ ਕੁੱਦ ਚਰੇ ਰਸਾਤਲ ਪਾਏ। ਉਵੇਂ ਸਾਡਾ ਮਨ ਵੀ ਅਮੋੜ ਝੋਟੇ ਦੀ ਤਰ੍ਹਾਂ ਵੀ। ਜਦੋਂ ਅਸੀਂ ਬੇਵਕੂਫੀਆਂ ਕਰਦੇ ਹਾਂ, ਜਾਂਦੇ ਕਿਸੇ ਦਾ ਮੁੱਕਾ ਮਾਰ ਕੇ ਕਾਰ ਦਾ ਸ਼ੀਸ਼ਾ ਭੰਨ ਗਿਆ, ਕਿਸੇ ਦੀ ਕਾਰ ਤੇ ਝਰੀਟ ਪਾ ਗਏ, ਕਿਸੇ ਦੇ ਸਾਈਕਲ ਦੀ ਹਵਾ ਕੱਢ ਗਏ, ਰਾਹ ਦੇ ਵਿੱਚ ਕੱਚ ਖਿਲਾਰ ਗਏ। ਜਦੋਂ ਬੰਦਾ ਇਹੋ ਜਿਹੀਆਂ ਬੇਵਕੂਫੀਆਂ ਕਰਦਾ ਹੈ, ਉਦੋਂ ਬੰਦਾ ਬੰਦੇ ਦੀ ਜੂਨ ਵਿੱਚ ਨਹੀਂ, ਉਦੋਂ ਖੋਤੇ ਦੀ ਜੂਨ ਵਿੱਚ ਹੁੰਦਾ। ਖੋਤਾ ਪ੍ਰਤੀਕ ਹੈ ਨਾ ਮੂਰਖਤਾ ਦਾ। ਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਉਦੋਂ ਅਸੀਂ ਬੰਦੇ ਦੀ ਜੂਨ ਵਿੱਚ ਨਹੀਂ ਹੁੰਦੇ। ਗੁਰ ਮੰਤਰਹੀਣ ਸੇ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸ਼ਟਨੈ, ਕੂਕਰੈ ਸੂਕਰੈ ਗਰਦ ਬੈ, ਕਾਕੈ ਸਰਪਨੈ ਤੁਲ ਖਲੈ। ਇਹਨੂੰ ਕਹਿੰਦੇ ਨੇ ਜਨਮ ਜਨਮ ਭਰਮਤ ਫਿਰਿਓ। ਤੂੰ ਪਸ਼ੂ ਬਿਰਤੀਆਂ ਦੇ ਅੰਦਰ ਭਟਕਦਾ ਫਿਰਦਾ। ਜਨਮ ਜਨਮ ਦਾ ਮਤਲਬ ਪਸ਼ੂ ਬਿਰਤੀਆਂ, ਤੇਰੇ ਅੰਦਰ ਪਸ਼ੂ ਬਿਰਤੀਆਂ ਨੇ। ਚਾਹੀਦੀ ਤੇ ਇਨਸਾਨ ਵਾਲੀ ਬਿਰਤੀ ਹੋਣੀ, ਇਨਸਾਨੀਅਤ ਹੋਣੀ। ਸਰੀਰ ਤੇਰਾ ਇਨਸਾਨਾਂ ਵਾਲਾ ਹੈ, ਕੰਮ ਤੇਰੇ ਪਸ਼ੂਆਂ ਵਾਲਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ। ਤਾਂ ਜਨਮ ਜਨਮ ਭਰਮਤ ਫਿਰਿਓ, ਤੂੰ ਇਹ ਪਸ਼ੂ ਬਿਰਤੀਆਂ ਕਰਕੇ ਭਟਕਦਾ ਫਿਰ ਰਿਹਾ ਸਾਰੀ ਜ਼ਿੰਦਗੀ ਵਿੱਚ। ਮਿਟਿਓ ਨਾ ਜਮ ਕੋ ਤਰਾਸ, ਆਤਮਕ ਮੌਤ ਦਾ ਡਰ ਖਤਮ ਨਹੀਂ ਹੋਇਆ, ਇਹਨਾਂ ਵਿਕਾਰਾਂ ਦਾ ਡਰ ਤੇਰਾ ਖਤਮ ਨਹੀਂ ਹੋਇਆ, ਕਾਮ ਕ੍ਰੋਧ ਦਾ ਡਰ ਖਤਮ ਨਹੀਂ ਹੋਇਆ। ਇਸੇ ਡਰ ਦੇ ਅੰਦਰ ਹੀ ਸਾਰੀ ਜ਼ਿੰਦਗੀ ਬੰਦਾ ਜੀਵੀ ਹੁੰਦਾ।
ਔਰ ਹਰ ਬੰਦਾ ਭੈਭੀਤ ਹੈ। ਹੁਣ ਭੈਭੀਤ ਕਿਉਂ ਹੈ? ਇਹ ਥੋੜੀ ਜਿਹੀ ਚੀਜ਼ ਸਮਝਣ ਵਾਲੀ ਹੈ। ਦੇਖੋ, ਸਾਡੀਆਂ ਅੱਖਾਂ ਨਾ ਬਹੁਤ ਕੁਝ ਬਿਆਨ ਕਰਦੀਆਂ ਨੇ। ਜੇ ਕਿਸੇ ਬੰਦੇ ਨੂੰ ਪੜ੍ਹਨਾ ਹੋਏ ਨਾ, ਇਹਦਾ ਚਿਹਰਾ ਪੜ੍ਹਨਾ ਬੜਾ ਆਸਾਨ ਹੈ। ਜਿਹਨੇ ਥੋੜੀ ਬਹੁਤੀ ਸਾਈਕੋਲੋਜੀ ਪੜ੍ਹੀ ਹੈ ਜਾਂ ਜਿਸ ਨੇ ਬਾਡੀ ਲੈਂਗੁਏਜ ਦੀਆਂ ਕੁਝ ਪੁਸਤਕਾਂ ਪੜ੍ਹੀਆਂ ਨੇ, ਨਾ ਵੀ ਪੜ੍ਹੀਆਂ ਹੁਣ ਤਾਂ ਵੀ ਸਿਆਣਾ ਬੰਦਾ, ਕਿਉਂਕਿ ਅੱਖਾਂ ਨੂੰ ਬੱਚਾ ਵੀ ਸਮਝ ਜਾਂਦਾ। ਅਸੀਂ ਗੁਰਦੁਆਰੇ ਬੈਠੇ ਹੁੰਦੇ ਹਾਂ ਨਾ, ਨਿੱਕੇ ਜਿਹੇ ਬੱਚੇ ਨਾਲ ਪਿਆਰ ਵੱਲ ਵੇਖੋ, ਤੁਹਾਡੀ ਗੋਦ ਵਿੱਚ ਆ ਜਾਏਗਾ, ਤੁਹਾਨੂੰ ਮੁਸਕਰਾ ਕੇ ਵੇਖੇਗਾ। ਤੁਸੀਂ ਥੋੜੀ ਜਿਹੀ ਅੱਖ ਟੇਢੀ ਕਰਕੇ ਵੇਖੋ, ਬੱਚਾ ਪਰੇ ਚਲਾ ਜਾਂਦਾ ਹੈ। ਅੱਖ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਬੰਦੇ ਦੇ ਮਨ ਵਿੱਚ ਮੇਰੇ ਵਾਸਤੇ ਪਿਆਰ ਨਹੀਂ। ਜਦੋਂ ਕਿਸੇ ਔਰਤ ਵੱਲ, ਕਿਸੇ ਪੁਰਸ਼ ਵੱਲ ਵੇਖਦੇ ਹੋ, ਅੱਖਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਹਦੀ ਬਿਰਤੀ ਕੀ ਹੈ। ਅੱਖਾਂ ਸਭ ਕੁਝ ਬਿਆਨ ਕਰਦੀਆਂ ਨੇ। ਸਾਡਾ ਚਿਹਰਾ ਜਿਹੜਾ ਹੈ ਪੜ੍ਹਿਆ ਜਾ ਸਕਦਾ ਹੈ। ਤਾਂ ਜ਼ਰੂਰਤ ਹੈ, ਅਸੀਂ ਜਦੋਂ ਬੰਦੇ ਵੱਲ ਵੇਖਦੇ ਹਾਂ ਨਾ, ਤਾਂ ਬਾਬਾ ਗੁਰਦੇਵ ਪਾਵਨ ਬਾਣੀ ਵਿੱਚ ਬਚਨ ਕਰਦੇ ਨੇ, ਤਿਨਾ ਮੁਖ ਡਰਾਵਣੇ ਜਿਨੀ ਵਿਸਾਰਿਓ ਨਾਉ। ਜਿਨ੍ਹਾਂ ਨੇ ਨਾਮ ਵਿਸਾਰ ਦਿੱਤਾ ਨਾ, ਰੱਬ ਦੇ ਗੁਣ ਵਿਸਾਰ ਦਿੱਤੇ ਨੇ, ਉਹਨਾਂ ਦੇ ਚਿਹਰੇ ਬੜੇ ਡਰਾਵਣੇ ਨੇ। ਉਹਨਾਂ ਦੇ ਚਿਹਰੇ ਭੈਭੀਤ ਕਰ ਦੇਣ ਵਾਲੇ ਨੇ। ਉਹਨਾਂ ਦੇ ਮੂੰਹ ਵੇਖ ਕੇ ਡਰ ਲੱਗਦਾ ਹੈ। ਉਹਨਾਂ ਦੇ ਚਿਹਰੇ ਵੇਖ ਕੇ ਡਰ ਲੱਗਦਾ। ਅਸੀਂ ਕਈ ਵਾਰ ਦੇਖਦੇ ਹਾਂ ਗੁਰਦੁਆਰਾ ਸਾਹਿਬ ਵਿੱਚ ਵੀ ਕਈ ਸਾਰੇ ਬੰਦੇ ਆਉਂਦੇ ਨੇ, ਵੀਰ ਭਰਾ। ਉਹਨਾਂ ਦਾ ਸੁਭਾਅ ਹੁੰਦਾ ਕਿ ਉਹਨਾਂ ਨੇ ਆਉਂਦਿਆਂ ਸਾਰ ਕੋਈ ਨਾ ਕੋਈ ਹੁਕਮ ਚਲਾਉਣਾ ਹੁੰਦਾ ਹੈ, ਔਰ ਉਹਨਾਂ ਨੂੰ ਵੇਖ ਕੇ ਡਰ ਲੱਗਦਾ ਵੀ ਇਹ ਬੰਦਾ ਹੁਣ ਪਤਾ ਨਹੀਂ ਕੀ ਆਣ ਕੇ ਕਰੇ। ਘਰ ਪਰਿਵਾਰ ਵਿੱਚ ਹੁੰਦਾ ਹੈ, ਰਿਸ਼ਤੇਦਾਰਾਂ ਵਿੱਚ ਹੁੰਦਾ ਹੈ, ਸਮਾਜ ਵਿੱਚ। ਕਿੰਨਾ ਡਰਾਵਣਾ ਹੈ ਇਸ ਮਨੁੱਖ ਦਾ ਚਿਹਰਾ। ਇਹਨੇ ਏਡੇ ਵੱਡੇ ਵੱਡੇ ਕਲੰਕ ਆਪਣੇ ਚਿਹਰੇ ਤੇ ਲਵਾ ਲੈਣੇ ਮਨੁੱਖਤਾ ਦੇ ਚਿਹਰੇ ਤੇ, ਜਿਹੜੇ ਧੁੱਪਣੇ ਬੜੇ ਮੁਸ਼ਕਿਲ ਨੇ। ਅੱਜ ਤੋਂ ਕੋਈ 8-10 ਸਾਲ ਪਹਿਲਾਂ ਇੱਕ ਖਬਰ ਛਪੀ ਸੀ, ਪਾਤੜਾਂ ਦੇ, ਪਟਿਆਲੇ ਦੇ ਕੋਲ ਪਾਤੜਾਂ ਸ਼ਹਿਰ ਹੈ, ਉੱਥੇ ਖੂਹੀ ਦੇ ਵਿੱਚ ਬੱਚੀਆਂ ਦੀਆਂ ਹੱਡੀਆਂ ਨਿਕਲੀਆਂ ਸਨ, ਛੋਟੀਆਂ ਛੋਟੀਆਂ ਬੱਚੀਆਂ, ਜਿਨ੍ਹਾਂ ਨੂੰ ਜਨਮ ਤੋਂ ਪਹਿਲਾਂ ਮਾਰ ਦਿੱਤਾ ਗਿਆ। ਜਨਮ ਤੋਂ ਪਹਿਲਾਂ। ਹੁਣ ਕਿੰਨਾ ਡਰਾਵਣਾ ਚਿਹਰਾ ਹੈ ਨਾ ਬੰਦੇ ਦਾ, ਕਿਤਨਾ ਭੈਭੀਤ ਕਰਨ ਵਾਲਾ ਬੰਦਾ ਜੋ ਆਪਣੇ ਹੀ ਬੱਚਿਆਂ ਨੂੰ ਜਨਮ ਤੋਂ ਪਹਿਲਾਂ ਮਾਰ ਦੇ। ਇੰਡੀਆ ਦੇ ਅੰਦਰ ਹਰ ਕਰੋਨਾ ਕਰਕੇ ਹੁਣ ਥੋੜੀ ਠੱਲ ਪਈ ਹੈ, ਕਿਉਂਕਿ ਲੋਕ ਹੀ ਅੰਦਰ ਨੇ, ਨਹੀਂ ਤੇ ਹਰ ਰੋਜ਼ ਜਬਰ ਜਨਾਹ ਦੀਆਂ ਘਟਨਾਵਾਂ ਹੋ ਰਹੀਆਂ ਨੇ। 2-2 ਸਾਲ ਦੀਆਂ ਬੱਚੀਆਂ ਦੇ ਨਾਲ ਜਬਰ ਜਨਾਹ, ਜਿਨ੍ਹਾਂ ਬੱਚੀਆਂ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਕੁੜੀ ਆ ਕਿ ਮੁੰਡਾ ਵਾਂ। ਹੁਣ ਇਸ ਤੋਂ ਵੱਡਾ ਭਿਆਨਕ ਡਰਾਵਣਾ ਜਿਹੜਾ ਕਿਹੜਾ ਹੋਏਗਾ? ਸਿੰਥੈਟਿਕ ਦੁੱਧ ਬਣਾਉਣਾ, ਸਿੰਥੈਟਿਕ ਖੋਇਆ ਬਣਾਉਣਾ, ਡੁਪਲੀਕੇਟ ਦਵਾਈਆਂ ਵੇਚਣੀਆਂ। ਪਿੱਛੇ ਕਿਡਨੀ ਕੇਸ ਹੋਇਆ ਸੀ ਨਾ, ਕਿਸੇ ਬੰਦੇ ਦੀ ਕਿਡਨੀ ਹੀ ਡਾਕਟਰਾਂ ਨੇ ਕੱਢ ਲਈ। ਇਸ ਤੋਂ ਵੱਡਾ ਭਿਆਨਕ ਬੰਦੇ ਦੇ ਬਣਾਏ ਐਟਮ ਬੰਬਾਂ ਵੱਲ ਧਿਆਨ ਮਾਰੋ। ਇਹ ਬੰਬ ਜਿਹੜੇ ਨੇ, ਐਟਮੀ ਹਥਿਆਰ, ਧੂਣੀਆਂ ਸੇਕਣ ਵਾਸਤੇ ਤੇ ਹੈ ਨਹੀਂ, ਤੇ ਜਦੋਂ ਇਹ ਚੱਲਣਗੇ ਤੇ ਮਨੁੱਖਤਾ ਦਾ ਕੀ ਹਾਲ ਹੋਏਗਾ? ਕਿੰਨਾ ਡਰਾਵਣਾ ਚਿਹਰਾ ਹੈ ਨਾ ਬੰਦੇ ਦਾ, ਕਿਤਨਾ ਭਿਆਨਕ ਚਿਹਰਾ ਹੈ। ਔਰ ਇਹ ਅੱਖਾਂ ਤੋਂ ਤੁਸੀਂ ਕਿਸੇ ਬੰਦੇ ਦੇ ਚਿਹਰੇ ਵੱਲ ਦੇਖੋ, ਅੱਜ ਬੰਦੇ ਦੇ ਚਿਹਰੇ ਤੇ ਨੂਰ ਨਹੀਂ ਰਿਹਾ, ਅੱਖਾਂ ਵਿੱਚ ਚਮਕ ਨਹੀਂ ਰਹੀ, ਬੁੱਲਾਂ ਤੇ ਮੁਸਕਰਾਹਟ ਨਹੀਂ ਰਹੀ। ਆਪਣੇ ਇਹਦੇ ਹਾਸੇ ਗਵਾਚ ਗਏ ਨੇ। ਤੇ ਜੇ ਕੋਈ ਖਿੜਖਿੜਾ ਕੇ ਹੱਸੇ ਨਾ, ਧੀ ਭੈਣ ਜਾਂ ਵੀਰ ਜਾਂ ਬਜ਼ੁਰਗ ਕੋਈ ਖਿੜਖਿੜਾ ਕੇ ਹੱਸੇ, ਲੋਕ ਕਹਿੰਦੇ ਨੇ ਯਾਰ ਬੜਾ ਮੂਰਖ ਬੰਦਾ, ਹਿੜ ਕਰਕੇ ਹੱਸਦਾ। ਬੰਦਾ ਪੁੱਛੇ ਵੀ ਤੈਨੂੰ ਵੇਖ ਕੇ ਢਾਹਾਂ ਮਾਰੇ। ਜਿੱਥੇ ਹਾਸਿਆਂ ਨੂੰ ਵੀ ਬੇਵਕੂਫੀ ਸਮਝ ਲਈ ਜਾਏ, ਉਸ ਸਮਾਜ ਨੂੰ ਸੁਖੀ ਕੌਣ ਕਰੇਗਾ? ਕਿੰਨਾ ਡਰਾਵਣਾ ਚਿਹਰਾ ਹੈ ਰਾਜਨੀਤਿਕਾਂ ਦਾ, ਕਿੰਨਾ ਡਰਾਵਣਾ ਚਿਹਰਾ ਹੈ ਕੁਝ ਧਰਮੀ ਲੋਕਾਂ ਦਾ, ਜੋ ਧਰਮ ਦੇ ਨਾਮ ਤੇ ਇਮੋਸ਼ਨਲ ਬਲੈਕਮੇਲ ਕਰ ਰਹੇ ਨੇ। ਭੂਤ ਪ੍ਰੇਤ ਹੈ ਹੀ ਨਹੀਂ, ਉਹਨਾਂ ਦੇ ਨਾਮ ਤੇ ਕਿੱਡਾ ਵੱਡਾ ਵਪਾਰ ਚਲਾ ਰਹੇ ਨੇ। ਆ ਜੋਤਸ਼ੀ ਜਿਹੜੇ ਦੱਸਦੇ ਨੇ ਵੀ ਇੰਨਾ ਕੁਛ ਹੋਏਗਾ, ਹੁਣ ਉਹਨਾਂ ਤੋਂ ਪੁੱਛੋ ਲੋਕਾਂ ਤੋਂ ਵੀ ਜਿਨ੍ਹਾਂ ਦੇ ਵਿਆਹਾਂ ਦੇ ਸਾਹੇ ਕੱਢੇ ਸਨ ਕਰੋਨਾ ਦੇ ਵਿੱਚ, ਹੁਣ ਉਹ ਸਾਹੇ ਕਿੱਥੇ ਗਏ? ਪਰ ਲੋਕੀ ਹਾਲੇ ਵੀ ਜੋਤਸ਼ਾਂ ਦੇ ਕੋਲ ਜਾ ਰਹੇ ਨੇ। ਇਹ ਡਰਾਵਣਾ ਚਿਹਰਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ, ਤੂੰ ਪਸ਼ੂ ਬਿਰਤੀਆਂ ਕਰਕੇ ਭਟਕਦਾ ਹੈ ਪਿਆ। ਜਮਾਂ ਦਾ ਤਰਾਸ ਖਤਮ ਨਹੀਂ ਹੋਇਆ, ਇਸ ਤਰ੍ਹਾਂ ਜਮਾਂ ਦਾ ਡਰ ਖਤਮ ਨਹੀਂ ਹੁੰਦਾ। ਤੂੰ ਆਪ ਵੀ ਡਰਿਆ ਹੋਇਆ ਹੈ, ਲੋਕਾਂ ਦੇ ਅੰਦਰ ਵੀ ਡਰ ਪੈਦਾ ਕਰ ਰਿਹਾ ਹੈ। ਚਾਹੀਦਾ ਤੇ ਇਹ ਸੀ ਕਿ ਬੰਦੇ ਨੂੰ ਬੰਦਾ ਵੇਖ ਕੇ ਗਲੇ ਦੇ ਨਾਲ ਲਾਂਦਾ, ਬੰਦੇ ਨੂੰ ਬੰਦਾ ਵੇਖ ਕੇ ਚਾਹ ਚੜ ਜਾਂਦਾ। ਪਰ ਅੱਜ ਤੇ ਅਸੀਂ ਬਾਹਰ ਜਾਈਏ ਤੇ ਬੱਚਿਆਂ ਨੂੰ ਕਹੀਦਾ ਸੱਜਣੋਂ ਬੂਹਾ ਨਾ ਖੋਲ ਦਿਆ ਜੀ, ਕਿਉਂਕਿ ਦਰਵਾਜ਼ਾ ਖੋਲ ਕੇ ਕੌਣ ਕਦੋਂ ਆਣ ਕੇ ਲੁੱਟ ਲਵੇ, ਸਾਡੀ ਜਾਨ ਲੈ ਲਵੇ, ਸਾਡੀ ਇੱਜ਼ਤ ਦਾ ਬੇਪੱਤੀ ਕਰ ਦੇਵੇ, ਵਿਸ਼ਵਾਸ ਨਹੀਂ ਨਾ ਰਿਹਾ ਬੰਦੇ ਦਾ। ਇਸੇ ਕਰਕੇ ਗੁਰਦੁਆਰਿਆਂ ਵਿੱਚ, ਮੰਦਰਾਂ ਮਸੀਤਾਂ ਵਿੱਚ ਕੈਮਰੇ ਲਗਾਉਣੇ ਪੈ ਰਹੇ ਨੇ, ਬਾਜ਼ਾਰਾਂ ਵਿੱਚ ਕੈਮਰੇ ਲਗਵਾਉਣੇ ਪੈ ਰਹੇ ਨੇ। ਇਹ ਪਸ਼ੂਆਂ ਕਰਕੇ ਥੋੜਾ, ਬੰਦਿਆਂ ਕਰਕੇ ਡਰ ਨਹੀਂ ਨਾ ਮਿਟਿਆ। ਬੰਦੇ ਤੋਂ ਡਰ ਹੈ ਬੰਦੇ ਨੂੰ।
ਇਹਦਾ ਰੀਜ਼ਨ ਇਹ ਹੈ ਕਿ ਜਨਮ ਜਨਮ ਭਰਮਤ ਫਿਰਿਓ, ਵੀ ਤੂੰ ਪਸ਼ੂ ਬਿਰਤੀਆਂ ਦੇ ਵਿੱਚ ਭਰਮ ਰਿਹਾ ਹੈ। ਤੇਰੇ ਮਨ ਦੇ ਅੰਦਰ ਪਸ਼ੂ ਬਿਰਤੀਆਂ ਨੇ, ਤੇਰੀ ਸੋਚ ਵਿੱਚ ਪਸ਼ੂ ਬਿਰਤੀ ਹੈ। ਇਸ ਪਸ਼ੂ ਬਿਰਤੀ ਕਰਕੇ ਬੰਦਾ ਭਟਕਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਸਾਨੂੰ ਕਹਿ ਰਹੇ ਨੇ ਕਿ ਤੇਰਾ ਇਹ ਤਰਾਸ ਮਿਟ ਸਕਦਾ ਹੈ। ਤੇਰੀ ਜ਼ਿੰਦਗੀ ਵਿੱਚ ਇਨਸਾਨੀਅਤ ਪੈਦਾ ਹੋ ਸਕਦੀ ਹੈ। ਕਿਵੇਂ? ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਕਿ ਹੇ ਮੇਰੇ ਮਨਾ, ਹਰ ਭਜ ਦਾ ਮਤਲਬ ਉਹਨੂੰ ਜਾਣ, ਉਹਨੂੰ ਸਮਝ, ਉਹਦੇ ਗੁਣਾਂ ਨੂੰ ਗਾ, ਸਿਫਤ ਸਲਾਹ ਕਰ। ਤੇਰੀ ਮੈਂਟੈਲਿਟੀ ਦੇ ਅੰਦਰ ਸ਼ੁਭ ਗੁਣ ਹੋਣ, ਸੱਚ ਹੋਵੇ, ਤੇਰੇ ਬੋਲ ਸੱਚੇ ਹੋਣ, ਤੇਰਾ ਵਿਹਾਰ ਸੱਚਾ ਹੋਵੇ। ਫਿਰ ਨਿਰਭੈ ਪਾਵੇਂ ਬਾਸ ਦਾ ਮਤਲਬ ਟਿਕਾਣਾ, ਤੇਰੇ ਮਨ ਨੂੰ ਨਿਰਭੈਤਾ ਵਾਲਾ ਟਿਕਾਣਾ ਮਿਲ ਜਾਏਗਾ। ਫਿਰ ਤੇਰੀ ਜ਼ਿੰਦਗੀ ਵਿੱਚ ਡਰ ਨਹੀਂ ਰਹੇਗਾ। ਹੁਣ ਅਸੀਂ ਵੇਖਦੇ ਹਾਂ ਕਈ ਲੋਕ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਨੇ, ਭਾਈ ਸਾਹਿਬ ਮੈਂ ਨਹੀਂ ਡਰਦਾ ਕਿਸੇ ਦੇ ਪਿਓ ਤੋਂ, ਬਈ ਬੜਾ ਚੰਗਾ ਕੰਮ ਹੈ, ਤਾਂ ਬਹਾਦਰਾਂ ਵਾਲਾ ਕੰਮ ਹੈ ਵੀ ਕਿਸੇ ਤੋਂ ਨਹੀਂ ਡਰਦਾ, ਬਹੁਤ ਵਧੀਆ। ਮੈਂ ਨਹੀਂ ਡਰਦਾ ਕਿਸੇ ਦੇ ਪਿਓ ਤੋਂ। ਪਰ ਭਲੇ ਪੁਰਸ਼ਾ, ਤੂੰ ਡਰਦਾ ਤੇ ਨਹੀਂ, ਪਰ ਲੋਕਾਂ ਨੂੰ ਤੇ ਡਰਾਨਾ ਹੈ ਨਾ। ਜੇ ਆਪ ਨਹੀਂ ਡਰਦਾ ਤਾਂ ਲੋਕਾਂ ਨੂੰ ਵੀ ਨਾ ਡਰਾ। ਜ਼ੁਲਮ ਨਾ ਕਰ। ਜ਼ੁਲਮ ਕਰਨਾ ਔਰ ਜ਼ੁਲਮ ਸਹਾਰਨਾ ਦੋਵੇਂ ਹੀ ਗਲਤ ਨੇ। ਇਸ ਲਈ ਆਪ ਵੀ ਜੀਓ ਤੇ ਦੂਜਿਆਂ ਨੂੰ ਵੀ ਜਿਉਣ ਦਿਓ। ਦੂਜਿਆਂ ਦਾ ਜਿਉਣਾ ਹਰਾਮ ਨਾ ਕਰੋ। ਨਿਰਭੈ ਪਦਵੀ ਮਿਲ ਸਕਦੀ ਹੈ, ਇਸ ਸੰਸਾਰ ਵਿੱਚ ਨਿਰਭੈਤਾ ਆ ਸਕਦੀ ਹੈ। ਬੇਗਮਪੁਰਾ ਇਹ ਸੰਸਾਰ ਹੋ ਸਕਦਾ ਹੈ, ਪੋਸੀਬਿਲਿਟੀ ਹੈ। ਮੇਰੇ ਵਿੱਚ ਔਰ ਤੁਹਾਡੇ ਸਾਰਿਆਂ ਵਿੱਚ ਸੰਭਾਵਨਾ ਹੈ, ਕਿਉਂਕਿ ਸਾਰੇ ਰੱਬ ਦਾ ਰੂਪ ਹੈ ਨਾ। ਮਨ ਤੂੰ ਜੋਤ ਸਰੂਪ ਹੈ। ਹਰ ਬੂੰਦ ਸਾਗਰ ਹੋ ਸਕਦੀ ਹੈ। ਹਰ ਇਨਸਾਨ ਰੱਬ ਵਰਗਾ ਹੋ ਕੇ ਜੀ ਸਕਦਾ ਹੈ। ਇਹ ਪੋਸੀਬਿਲਿਟੀ ਸਾਰਿਆਂ ਦੇ ਵਿੱਚ ਹੈ। ਸਿਰਫ ਲੋੜ ਆਪਣੀ ਸੋਚ ਨੂੰ ਬਦਲਣ ਦੀ ਹੈ। ਜੇ ਅਸੀਂ ਆਪਣੇ ਮਨ ਦੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਵੀਏ, ਤਾਂ ਇੱਕ ਪਲ ਦੇ ਅੰਦਰ ਹੀ ਜ਼ਿੰਦਗੀ ਬਦਲ ਜਾਏਗੀ, ਹੁਣੇ ਹੀ ਬਦਲ ਜਾਏਗੀ। ਸੋਚ ਬਦਲ ਲਓ, ਬਸ ਖਤਮ। ਸੱਚ ਦੇ ਨਾਲ ਜੁੜ ਜਾਓ, ਬਸ ਖਤਮ। ਇਨਸਾਨੀਅਤ ਦੇ ਨਾਲ ਜੁੜ ਜਾਓ, ਬਾਕੀ ਕੰਮ ਖਤਮ। ਆਪਣੀ ਮੱਤ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਜ਼ਿੰਦਗੀ ਜੀਣਾ ਸ਼ੁਰੂ ਕਰ ਦਿਓ, ਜੀਵਨ ਦਾ ਰਾਹ ਸੁੱਖਾਂ ਵਾਲਾ ਹੋ ਜਾਏਗਾ। ਇੰਨੀ ਕੁ ਗੱਲ ਹੈ। ਦੇਖੋ, ਕਮਰੇ ਦੇ ਅੰਦਰ ਹਨੇਰਾ ਹੈ 8-10 ਸਾਲ ਤੋਂ, ਤੇ ਜੇ ਮਕਾਨ ਮਾਲਕ 10 ਸਾਲ ਬਾਅਦ ਜਾਏ ਤੇ ਕਮਰੇ ਦੇ ਅੰਦਰ ਲਾਈਟ ਦੀ ਫਿਟਿੰਗ ਹੋਵੇ, ਲਾਈਟ ਵੀ ਹੋਵੇ, ਬਲਬ ਸਵਿਚ ਸਾਰਾ ਕੁਝ ਹੋਵੇ, ਤੇ ਕਿੰਨੀ ਕੁ ਦੇਰ ਲੱਗੇਗੀ ਚਾਨਣ ਹੋਣ? ਬਲਬ ਜਗਾਉਂਦਿਆਂ ਸਾਰ ਹੋ ਜਾਏਗੀ ਨਾ। ਬੇਸ਼ੱਕ 10 ਸਾਲ ਤੋਂ ਹਨੇਰਾ ਹੈ। ਹੁਣ ਹਨੇਰੇ ਨੇ ਇਹ ਨਹੀਂ ਕਹਿਣਾ ਕਿ ਮੈਂ 10 ਸਾਲ ਤੋਂ ਕਾਬਜ ਹਾਂ, ਮੇਰਾ ਕਬਜ਼ਾ ਹੈ, 10 ਸਾਲ ਮੈਂ ਇੱਥੇ ਰਿਹਾ, ਪਹਿਲਾਂ 10 ਸਾਲ ਲਾਈਟ ਜਗਾਓ ਤਾਂ ਮੈਂ ਨਿਕਲਾਂਗਾ। ਨਾ, ਲਾਈਟ ਔਨ ਕਰਦਿਆਂ ਸਾਰ ਹਨੇਰਾ ਖਤਮ ਹੋ ਜਾਏਗਾ। ਪਰ ਹੋਏਗਾ ਉਦੋਂ ਜਦੋਂ ਲਾਈਟ ਔਨ ਕਰੋਗੇ। ਜੇ 10 ਦਿਨ ਲਾਈਟ ਨਾ ਔਨ ਕਰੋਗੇ, 10 ਦਿਨ ਹੋਰ ਹਨੇਰਾ ਰਹੇਗਾ। ਐਵੇਂ ਸਾਡੇ ਜ਼ਿੰਦਗੀ ਦੇ ਅੰਦਰ ਚਾਨਣਾ ਹੁਣੇ ਹੀ ਹੋ ਜਾਏਗਾ। ਸਾਡੀ ਜ਼ਿੰਦਗੀ ਹੁਣੇ ਬਦਲ ਜਾਏਗੀ। ਸੁੱਖ ਹੁਣੇ ਹੀ ਆ ਜਾਣਗੇ। ਜੇ ਅਸੀਂ ਹੁਣੇ ਹੀ ਗੁਰੂ ਦੀ ਪਾਵਨ ਬਾਣੀ ਮੁਤਾਬਕ ਸੋਚਣਾ ਸ਼ੁਰੂ ਕਰ ਦਈਏ, ਸੁੱਖ ਹੁਣੇ ਆ ਜਾਣਗੇ। ਜੇ ਘੰਟੇ ਬਾਅਦ ਕਰਾਂਗੇ, ਸੁੱਖ ਘੰਟੇ ਬਾਅਦ ਆਉਣਗੇ। ਜੇ 10 ਦਿਨ ਬਾਅਦ ਕਰਾਂਗੇ, ਸੁੱਖ 10 ਦਿਨ ਬਾਅਦ ਆਉਣਗੇ। ਜੇ ਸਾਰੀ ਜ਼ਿੰਦਗੀ ਅਸੀਂ ਨਹੀਂ ਸ਼ੁਰੂ ਕਰਾਂਗੇ ਤੇ ਕਦੇ ਵੀ ਸੁੱਖ ਨਹੀਂ ਆਉਣਾ। ਜੇ ਅਸੀਂ ਕਮਰੇ ਦੇ ਬਾਹਰ ਖਲੋ ਕੇ ਕਹੀ ਜਾਈਏ ਕਿ ਸਵਿਚ ਔਨ ਕੀਤਿਆਂ ਹਨੇਰਾ ਹੋ ਜਾਂਦਾ, ਚਾਨਣ ਹੋ ਜਾਂਦਾ ਹੈ, ਬਲਬ ਜਗਾਇਆ ਚਾਨਣ ਹੋ ਜਾਂਦਾ ਹੈ, ਬਲਬ ਜਗਾਇਆ ਚਾਨਣ ਹੋ ਜਾਂਦਾ ਹੈ, ਪਰ ਬਲਬ ਜਗਾਈਏ ਨਾ ਤਾਂ ਚਾਨਣ ਨਹੀਂ ਨਾ ਹੋਣਾ। ਜ਼ਰੂਰਤ ਹੈ ਗੁਰੂ ਦੀ ਪਾਵਨ ਬਾਣੀ ਵਿੱਚ ਜੋ ਸਿਧਾਂਤ ਸਾਨੂੰ ਦੱਸੇ ਗਏ ਨੇ। ਜੇ ਅਸੀਂ ਸਾਰੇ ਭੈਣ ਭਰਾ ਜਿੰਨੇ ਵੀ ਅਸੀਂ ਕਲਾਸ ਵਿੱਚ ਹਾਂ, ਜਾਂ ਜੋ ਵੀ ਗੁਰਦੁਆਰੇ ਸਾਹਿਬਾਨ ਵਿੱਚ ਆਉਂਦੇ ਨੇ, ਭਾਈ ਗ੍ਰੰਥੀ ਨੇ, ਰਾਗੀ ਸਾਹਿਬਾਨ, ਕਥਾਵਾਚਕ, ਪਾਠੀ, ਗੁਰਦੁਆਰੇ ਵਿੱਚ ਆਉਣ ਵਾਲੀਆਂ ਸੰਗਤਾਂ, ਪ੍ਰਬੰਧਕ, ਜੋ ਵੀ ਗੁਰੂ ਦੇ ਨਾਲ ਜੁੜੇ ਨੇ, ਜੇ ਅਸੀਂ ਆਪਣੇ ਜੀਵਨ ਨੂੰ ਬਦਲ ਲਵੀ ਨਾ, ਅੱਜ ਪ੍ਰੋਮਿਸ ਕਰ ਲਵੀ ਕਿ ਅੱਜ ਤੋਂ ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ, ਤਾਂ ਇੱਕ ਨਵਾਂ ਰਾਹ ਸ਼ੁਰੂ ਹੋ ਜਾਏਗਾ। ਇਹ ਦੁਨੀਆ ਸਵਰਗ ਬਣ ਜਾਏਗੀ। ਔਰ ਅਸੀਂ ਸਾਰੇ ਭੈਣ ਭਰਾ ਮਿਲ ਕੇ ਇਸ ਦੁਨੀਆ ਨੂੰ ਸਵਰਗ ਜਿਹੜਾ ਹੈ ਉਹ ਬਣਾ ਸਕਦੇ ਹਾਂ। ਜੇ ਅੱਗੇ ਕਰਨੀ ਵਿਚਾਰ ਤੇ ਕਰ ਲੈਂਦੇ ਹਾਂ। ਬਾਕੀ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਵੇ, ਜਿਹੜੇ ਸ਼ਲੋਕ ਅਸੀਂ ਵਿਚਾਰੇ ਨੇ ਇਹਨਾਂ ਸੰਬੰਧੀ ਕੋਈ ਸਵਾਲ ਹੋਏ ਤਾਂ ਆਪ ਸਵਾਲ ਕਰ ਸਕਦੇ। ਤੇ ਜੇ ਅੱਗੇ ਕੰਟੀਨਿਊ ਰੱਖਣਾ ਤਾਂ ਵੀ ਤੁਸੀਂ ਦੇਖ ਲਓ, ਤੁਹਾਡੇ ਕੋਲ ਟਾਈਮ ਕਿੰਨਾ। ਠੀਕ ਹੈ ਜੀ, ਅੱਜ ਇੱਥੇ ਕਰ ਦੇਵਾਂ, ਸਮਾਪਤੀ ਕਰ ਦਿੰਦੇ ਹਾਂ ਆਪਾਂ। ਸਵਾਲ ਜਵਾਬ ਜਿੱਦਾਂ ਤੁਸੀਂ ਕਹਿੰਦੇ ਆ ਉਹ ਲੈ ਲੈਂਦੇ ਆ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ। ਤੇ ਹਮੇਸ਼ਾ ਦੀ ਤਰ੍ਹਾਂ ਆਪ ਜੀ ਨੇ ਬਹੁਤ ਵਧੀਆ ਢੰਗ ਦੇ ਨਾਲ ਮਹਾਰਾਜ ਦੇ ਸ਼ਲੋਕਾਂ ਦੀ ਜਿਹੜੀ ਵਿਆਖਿਆ ਕੀਤੀ, ਬਹੁਤ ਬਹੁਤ ਧੰਨਵਾਦ ਆਪ ਜੀ ਦੇ।
ਤੇ ਇੱਕ ਦੋ ਬੇਨਤੀਆਂ ਸੀਗੀਆਂ ਜੀ। ਜਿੱਦਾਂ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ NHS ਵਾਸਤੇ ਜਿਹੜਾ ਫੂਡ ਵੁਲਿਚ ਗੁਰਦੁਆਰੇ ਤੇ ਜਿਹੜੇ ਸਿੱਖ ਯੂਥ ਸਾਡੇ ਹੈਗੇ ਆ ਬੱਚੇ, ਉਹਨਾਂ ਨੇ ਰਲ ਕੇ ਪ੍ਰਬੰਧ ਕੀਤਾ ਆ ਤੇ ਉਹਦੇ ਵਿੱਚ 100 ਖਾਣਾ ਜਾਂਦਾ ਵੁਲਿਚ ਕੁਈਨ ਐਲਿਜ਼abeth ਹਸਪੀਟਲ ਨੂੰ ਤੇ 100 ਖਾਣਾ ਜਾਂਦਾ ਲੂਸ਼ਮ ਹਸਪੀਟਲ ਨੂੰ। ਇੱਕ ਰਿਕੁਐਸਟ ਹੋਰ ਵੀ ਆਈ ਸੀਗੀ ਸਾਨੂੰ, ਉਹਦੇ ਬਾਰੇ ਅਸੀਂ ਸੋਚ ਰਹੇ ਹਾਂ। ਉਹਦੇ ਵਾਸਤੇ ਸਾਨੂੰ ਦੋ ਚੀਜ਼ਾਂ ਦੀ ਲੋੜ ਹੈ ਜੀ। ਇੱਕ ਹੈਗੀ ਆ ਡੋਨੇਸ਼ਨਸ ਦੀ, ਕਿਸੇ ਨੇ ਕੋਈ ਸੇਵਾ ਕਰਨੀ ਹੋਵੇ ਤਾਂ ਉਹ ਮੈਂ ਆਪ ਜੀ ਨੂੰ ਨੰਬਰ ਦੇ ਦਊਂਗਾ। ਇੱਕ ਸਾਡੇ ਵਿੱਚੋਂ ਇੱਕ ਸੇਵਾਦਾਰ ਹੈ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਚੱਕੀ ਹੈ ਤੇ ਜਿਹਦੇ ਵਿੱਚ ਟੈਲੀਫੋਨ ਨੰਬਰ ਮੈਂ ਦੇ ਦਿੰਦਾ। ਇਹ ਹੈਗਾ ਜੀ 07788441396 07788441396 ਤੇ ਇਸ ਟੈਲੀਫੋਨ ਨੰਬਰ ਤੇ ਤੁਸੀਂ ਨਰਿੰਦਰ ਸਿੰਘ ਦੇ ਨਾਲ ਗੱਲ ਕਰ ਸਕਦੇ ਆ। ਉਹ ਤੁਹਾਨੂੰ ਸਾਰੀ ਡਿਟੇਲ ਦੇ ਦੋਗੇ ਕਿ ਜੇ ਕਿਸੇ ਨੇ ਕੋਈ ਡੋਨੇਸ਼ਨ ਕਰਨੀ ਹੋਵੇ ਤਾਂ ਉਹਦੇ ਵਿੱਚ ਤੁਸੀਂ ਕਰ ਸਕਦੇ। ਦੂਸਰਾ ਹੈਗਾ ਸਾਨੂੰ ਵੋਲੰਟੀਅਰਸ ਦੀ ਵੀ ਲੋੜ ਹੈ, ਯੰਗ ਵੋਲੰਟੀਅਰਸ ਦੀ, ਤੇ ਕੋਈ ਇਹਦੇ ਵਿੱਚ ਕੁਕਿੰਗ ਦੇ ਵਿੱਚ, ਕਲੀਨਿੰਗ ਦੇ ਵਿੱਚ ਇਦਾਂ ਹਿੱਸਾ ਪਾਉਣਾ ਚਾਹੇ ਤਾਂ ਉਹ ਵੀ ਸੰਪਰਕ ਕਰ ਸਕਦੇ ਆ ਜੀ। ਤੇ ਇਹ ਦੋ ਬੇਨਤੀਆਂ ਸੀਗੀਆਂ ਜੀ। ਤੇ ਹੁਣ ਇੱਕ ਹੋਰ ਮੈਂ ਕਹਿਣਾ ਸੀਗਾ ਜੀ, ਸਾਡੀ ਭੈਣ ਰਿਸ਼ਪਾਲ ਕੌਰ ਜਿਨ੍ਹਾਂ ਨੇ ਪਹਿਲਾਂ ਵੀ ਸੇਵਾ ਕੀਤੀ ਹੈ, ਅੱਜ ਉਹਨਾਂ ਨੇ ਹੋਰ 100 ਪਾਉਂਡ ਡੋਨੇਸ਼ਨ ਦਿੱਤੀ ਹੈਗੀ ਆ, ਉਹਨਾਂ ਦੇ ਬਹੁਤ ਬਹੁਤ ਧੰਨਵਾਦ। ਤੇ ਹੁਣ ਅਸੀਂ ਆਪ ਜੀ ਨੂੰ ਬੇਨਤੀ ਇਹ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਕਿਸੇ ਨੇ ਕੋਈ ਅੱਜ ਦੀ ਜਿਹੜੀ ਕਥਾ ਹੋਈ ਹੈ ਉਹਦੇ ਵਿੱਚੋਂ ਜਾਂ ਅਦਰਵਾਈਜ਼ ਕੋਈ ਦਿਮਾਗ ਦੇ ਵਿੱਚ ਕੋਈ ਕੁਐਸਚਨ ਆਉਂਦਾ ਹੋਵੇ, ਗਿਆਨੀ ਜੀ ਸਾਡੇ ਨਾਲ ਹੀ ਜੁੜੇ ਆ ਤੇ ਉਹਦੇ ਬਾਅਦ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਜਿਹਨੇ ਵੀ ਗੱਲ ਕਰਨੀ ਪਲੀਜ਼ ਆਪੇ ਆਪ ਅਨਮਿਊਟ ਹੋ ਜਾਓ ਤੇ ਫਿਰ ਉਹਦਾ ਨਾਂ ਲੈ ਕੇ ਆਪਾਂ ਅੱਗੇ ਚੱਲਾਂਗੇ। ਇਸ ਵੇਲੇ ਸਾਡੇ ਨਾਲ ਨਰਿੰਦਰ ਸਿੰਘ ਹੈਗੇ ਆ ਜਿਹੜੇ ਉਹਨਾਂ ਨੇ ਸ਼ਾਇਦ ਅਨਮਿਊਟ ਕੀਤਾ, ਉਹਨਾਂ ਨੇ ਸ਼ਾਇਦ ਗੱਲਬਾਤ ਕਰਨੀ ਕੋਈ, ਤੇ ਮੈਂ ਉਹਨਾਂ ਨੂੰ ਪਹਿਲਾਂ ਬੇਨਤੀ ਕਰਦਾ ਤੇ ਇੱਕ ਵਾਰੀ ਤੁਸੀਂ ਨੰਬਰ ਵੀ ਹੋਰ ਦੇ ਦਿਓ ਤੇ ਬਾਅਦ ਚ ਤੁਸੀਂ ਆਪਣਾ ਦੱਸ ਦਿਓ ਜੋ ਕੁਝ ਪੁੱਛਣਾ ਜਾਂ ਦੱਸਣਾ। ਥੈਂਕ ਯੂ ਜੀ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਤੁਸੀਂ ਇਹ NHS ਮੀਲਸ ਦੇ ਲਈ ਕੰਟਰੀਬਿਊਸ਼ਨ ਕਰ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਮੈਨੂੰ ਕਦੋਂ ਵੀ, ਜਦੋਂ ਵੀ ਤੁਹਾਨੂੰ ਟਾਈਮ ਲੱਗੇ ਜਾਂ ਤੁਹਾਡੇ ਕੋਲੇ ਮਾਇਆ ਦਾ ਤੁਸੀਂ ਡੋਨੇਸ਼ਨ ਕਰਨੀ ਹੋਵੇ, ਮੈਨੂੰ ਕੰਟੈਕਟ ਕਰ ਸਕਦੇ ਹੋ ਵਿੱਚ। ਥੈਂਕ ਯੂ। ਤੇ ਅੱਜ ਦੇ ਕੁਐਸਚਨਸ ਬਾਰੇ ਮੇਰਾ ਕੋਈ ਕੁਐਸਚਨ ਨਹੀਂ ਜੀ। ਬਹੁਤ ਹੀ ਸ਼ਲਾਘਾਯੋਗ ਤੁਸੀਂ ਵਿਆਖਿਆ ਕੀਤੀ ਹੈਗੀ ਹੈ ਤੇ ਸਾਨੂੰ ਇਹ ਗੁਣ ਸਾਰਿਆਂ ਨੂੰ ਅਪਣਾਉਣੇ ਚਾਹੀਦੇ ਨੇ, ਕਿਉਂਕਿ ਜਿਹੜੇ ਆਪਣੇ ਹਲੇ ਵੀ ਪਸ਼ੂ ਵਿਅਕਤੀਆਂ ਆਪਣੇ ਦਿਮਾਗਾਂ ਦੇ ਵਿੱਚ ਪੜੀਆਂ ਹੋਈਆਂ ਨੇ, ਜੇ ਆਪਾਂ ਉਹਨਾਂ ਚੋਂ ਬਾਹਰ ਨਿਕਲਾਂਗੇ ਤਾਂ ਹੀ ਆਪਾਂ ਸਹੀ ਮਨੁੱਖ ਬਣ ਸਕਦੇ ਤੇ ਇਨਸਾਨੀਅਤ ਦੇ ਕੰਮ ਆ ਸਕਦੇ। ਥੈਂਕ ਯੂ ਜੀ। ਇੱਕ ਵਾਰੀ ਨੰਬਰ ਦੇ ਦਿਓ ਜੀ ਫਿਰ ਆਪਣਾ ਨੰਬਰ। ਮੇਰਾ ਨੰਬਰ ਹੈਗਾ ਜੀ 07788441396। ਮਿਹਰਬਾਨੀ। 07788441396। ਥੈਂਕ ਯੂ ਜੀ। ਬਹੁਤ ਬਹੁਤ ਮਿਹਰਬਾਨੀ। ਸਤਨਾਮ ਸਿੰਘ ਜੀ ਤੁਸੀਂ ਕੁਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ ਬਹੁਤ ਹੀ ਸੁਚੱਜੇ ਢੰਗ ਨਾਲ ਆਪਨੇ ਕਥਾ ਨੌਵੇਂ ਮਿਲ ਸ਼ਲੋਕ ਕੀਤੀ ਹੈ। ਤੇ ਦੂਸਰਾ ਜਿਹੜਾ ਤੁਸੀਂ ਆਪ ਨੇ ਦੱਸਿਆ, ਐਗਜ਼ਾਮਪਲ ਦਿੱਤੀ ਹੈ 5 ਮਿੰਟ ਆਕਸੀਜਨ ਬੰਦ ਕੀਤੀ ਜਾਵੇ ਤੇ ਸਾਰਾ ਸੰਸਾਰ ਇੱਥੋਂ ਭਸਮ ਹੋ ਸਕਦਾ। ਇਸ ਤਰ੍ਹਾਂ ਬਹੁਤ ਹੀ ਆਪਨੇ ਬਹੁਤ ਚੰਗੇ ਸੁਚੱਜੇ ਢੰਗ ਨਾਲ ਕਥਾ ਸੁਣਾਈ। ਕੋਈ ਕੁਐਸਚਨ ਨਹੀਂ। ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ। ਆਪਣੇ ਪ੍ਰਧਾਨ ਜੀ ਮੈਂ ਅਨਮਿਊਟ ਕਰਤਾ ਤੁਹਾਨੂੰ, ਜੇ ਤੁਸੀਂ ਆਉਣਾ ਤਾਂ। ਪ੍ਰਧਾਨ ਸਾਹਿਬ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅੱਜ ਥੋੜਾ ਲੇਟ ਹੈਗਾ ਜੁਆਇਨ ਕੀਤਾ ਤੇ ਇਸ ਕਰਕੇ ਜਿੰਨੇ ਕਿ ਮੈਂ ਸੁਣਿਆ ਬਹੁਤ ਸੋਹਣਾ, ਧੰਨਵਾਦ ਤੁਹਾਡਾ। ਕੋਈ ਕਮੈਂਟਸ ਕੋਈ ਨਹੀਂ, ਬਹੁਤ ਇਸੇ ਤਰ੍ਹਾਂ ਅੱਗੋਂ ਦੀ ਹੈਗਾ ਆਪਣੇ ਕਥਾ ਕਰਦੇ ਰਹੋ, ਚੜ੍ਹਦੇ ਰਹਿਣਾ ਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਕਿਸੇ ਨੇ ਵੀ ਅਨਮਿਊਟ ਨਹੀਂ ਕੀਤਾ, ਇਸ ਕਰਕੇ ਮੈਨੂੰ ਹੁਣ ਪਤਾ ਨਹੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦਾ ਜਾਂ ਨਹੀਂ। ਤੇ ਜੇ ਨਹੀਂ ਤਾਂ ਹੈਗਾ, ਇੱਕ ਮੇਰਾ ਕੁਐਸਚਨ ਹੈ ਜੀ ਯਾਨੀ ਜੀ, ਤੁਸੀਂ ਕਲੀਅਰ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਦਿੱਤਾ ਆ। ਜਿਹੜਾ ਸੀਗਾ ਜੀ ਜਨਮ, ਜਿਹੜਾ ਲਾਸਟ ਸ਼ਲੋਕ ਸੀਗਾ, ਜਨਮ ਭਰਮਤ ਫਿਰਿਓ, ਉਹਦੇ ਵਿੱਚ ਤੁਸੀਂ ਜਨਮ ਦੀ ਜਿਹੜੀ ਗੱਲ ਕੀਤੀ ਆ ਨਾ, ਇਹ ਮਨ ਦੀ ਸਥਿਤੀ, ਰੋਜ਼ ਦੀ ਜਿਹੜੀ ਤੁਹਾਡੀ ਸਥਿਤੀ ਬਣਦੀ ਹੈ, ਉਹਦੇ ਬਾਰੇ ਤੁਸੀਂ ਬਹੁਤ ਵਧੀਆ ਐਕਸਪਲੇਨ ਕਰ ਦਿੱਤਾ ਜੀ। ਤੇ ਮੈਂ ਇਹ ਪੁੱਛਣਾ ਜੀ ਵੀ ਇਹ ਤਾਂ ਠੀਕ ਹੈ ਕਿ ਜਨਮ ਜਿਹੜਾ ਇਸ ਵੇਲੇ ਤੁਹਾਡੀ ਜ਼ਿੰਦਗੀ ਹੈ, ਇਹਦੇ ਵਿੱਚ ਰੋਜ਼ ਦੀ ਸਥਿਤੀ ਬਦਲਦੀ, ਉਹ ਤੁਹਾਡੇ ਜਨਮਾਂ ਦੇ
ਚਾਹੇ ਉਹ ਕੋਈ ਕੋਤਾ ਖਰਾ ਜੋ ਵੀ ਤੁਸੀਂ ਐਕਸਪਲੇਨ ਕੀਤਾ। ਪਰ ਜਿਹੜੇ ਸਾਡੇ ਜਿੱਦਾਂ ਸਾਨੂੰ ਦੱਸਿਆ ਜਾਂਦਾ ਜਿਹੜੇ ਜਨਮ ਅਗਲੇ ਪਿਛਲੇ ਆਉਣੇ ਵਾਲੇ ਜਾਂ ਉਹਨਾਂ ਬਾਰੇ ਕੋਈ ਜਗ੍ਹਾ ਹੈਗੀ ਜੀ ਸਾਡੇ? ਵੀਰ ਜੀ ਅਸਲ ਦੇ ਵਿੱਚ ਇਹ ਚੀਜ਼ਾਂ ਪੁਜਾਰੀ ਵਰਗ ਵੱਲੋਂ ਸਾਡੇ ਵਿੱਚ ਆਈਆਂ ਨੇ। ਜਦੋਂ ਅਸੀਂ ਨਾ ਇੱਕ ਸ਼ਬਦ ਮੈਂ ਤੁਹਾਡੇ ਨਾਲ ਇੱਥੋਂ ਕੱਢ ਕੇ ਸਾਂਝਾ ਕਰਦਾ ਜਿਸ ਦੇ ਨਾਲ ਸਾਨੂੰ ਸਮਝ ਆ ਜਾਏਗੀ। ਪਵਨ ਮਹਿ ਪਵਨ ਸਮਾਇਆ। ਸੌਰੀ ਮੈਂ ਆਪਣੇ ਭਾਈ ਸਾਹਿਬ ਸੌਰੀ ਮੈਂ 1 ਮਿੰਟ ਇੰਟਰਰਪਟ ਕਰਦਾ ਹਾਂ ਜੀ। ਹਾਂਜੀ ਕੋਈ ਨਾ। ਤਰਲੋਚਨ ਸਿੰਘ ਜੀ ਆਪਣੇ ਇੱਕ ਹੋਰ ਕੋਈ ਜੁੜਿਆ ਆ ਹਾਂਜੀ ਜਿਹਨੇ ਮੈਸੇਜ ਵੀ ਪਾਇਆ, ਮੈਂ ਹੁਣੇ ਦੇਖਿਆ ਜੀ। ਉਹ ਟੀ ਆ ਮੇਰੇ ਖਿਆਲ, ਤੁਸੀਂ ਉਹਨੂੰ ਜਿਸ ਕਰਕੇ ਉਹ ਹੋਰ ਹੀ ਕੋਈ ਜੁੜ ਗਿਆ, ਮੇਰੇ ਖਿਆਲ ਉਹਨੂੰ ਰਿਜੈਕਟ ਕਰ ਦਿਓ ਕਰਕੇ ਕੋਈ ਗਲਤੀ ਨਾ ਹੋ ਜਾਵੇ ਉਹ ਤੋਂ। ਹਾਂਜੀ ਹਾਂਜੀ ਇੱਕ ਨਾ ਸ਼ਬਦ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ 885 ਅੰਗ ਦੇ ਉੱਤੇ ਪਵਨੇ ਮੈਂ ਪਵਨ ਸਮਾਇਆ। ਦੇਖੋ ਜਿਸ ਤਰ੍ਹਾਂ ਪਦਾਰਥ ਦੇ ਅੰਦਰ ਨਾ 3 ਰੂਪ ਹੁੰਦੇ ਨੇ ਪਦਾਰਥ ਦੇ, ਗੈਸ, ਠੋਸ ਔਰ ਦਰਵ। ਜਿਵੇਂ ਪਾਣੀ ਹੈ, ਪਾਣੀ ਨੂੰ ਅਸੀਂ ਬਰਫ਼ ਫ੍ਰਿਜ ਵਿੱਚ ਰੱਖੀਏ ਤਾਂ ਬਰਫ਼ ਬਣ ਜਾਂਦੀ ਹੈ। ਜੇ ਉਸ ਬਰਫ਼ ਨੂੰ ਬਾਹਰ ਕੱਢ ਕੇ ਰੱਖਾਂਗੇ ਤਾਂ ਉਹ ਬਰਫ਼ ਖਤਮ ਹੋ ਜਾਏਗੀ। ਤੇ ਮੈਂ ਕਹਾਂਗਾ ਕਿ ਬਰਫ਼ ਖਤਮ ਹੋ ਗਈ, ਪਰ ਇੱਕ ਸਾਇੰਸ ਦਾ ਵਿਦਿਆਰਥੀ ਕਹੇਗਾ ਵੀ ਅੰਕਲ ਬਰਫ਼ ਖਤਮ ਨਹੀਂ ਹੋਈ, ਬਰਫ਼ ਪਾਣੀ ਵਿੱਚ ਕਨਵਰਟ ਹੋਈ ਹੈ ਕਿਉਂਕਿ ਉਹ ਪਾਣੀ ਮਾਈਨਸ ਤੇ ਜਾ ਕੇ ਬਰਫ਼ ਬਣ ਗਿਆ ਸੀ। ਤੇ ਜੇ ਮੈਂ ਪਾਣੀ ਨੂੰ ਅੱਗ ਦੇ ਉੱਤੇ ਰੱਖ ਦੇਵਾਂ ਤਾਂ ਉਹ ਅੱਗ ਦੇ ਉੱਤੇ ਉਬਲ ਕੇ ਪਾਣੀ ਖਤਮ ਹੋ ਜਾਏਗਾ ਤੇ ਮੈਂ ਕਹਾਂਗਾ ਕਿ ਪਾਣੀ ਖਤਮ ਹੋ ਗਿਆ, ਮਰ ਗਿਆ ਜਾਂ ਖਤਮ ਹੋ ਗਿਆ, ਹੈ ਨਾ। ਤਾਂ ਜਿਹੜਾ ਸਾਇੰਸ ਦਾ ਵਿਦਿਆਰਥੀ ਕਹਿਣਾ, ਉਹਨੇ ਕਹਿਣਾ ਕਿ ਅੰਕਲ ਪਾਣੀ ਖਤਮ ਨਹੀਂ ਹੋਇਆ, ਉਹ ਸਟੀਮ ਬਣ ਕੇ ਹਵਾ ਵਿੱਚ ਉੱਡ ਗਿਆ, ਆਪਣਾ ਰੂਪ ਕਨਵਰਟ ਕੀਤਾ ਉਹਨੇ। ਜਦੋਂ ਉਸ ਪਾਣੀ ਨੂੰ ਠੰਡ ਮਿਲੇਗੀ ਉਹ ਫਿਰ ਪਾਣੀ ਬਣ ਜਾਏਗਾ, ਪਾਣੀ ਨੂੰ ਠੰਡ ਮਿਲੇਗੀ ਉਹ ਫਿਰ ਬਰਫ਼ ਬਣ ਜਾਏਗਾ। ਇਹ ਤਾਂ ਹੈਗਾ ਪਦਾਰਥ ਦੀ ਗੱਲ। ਥੋੜਾ ਜਿਹਾ ਤੁਹਾਨੂੰ ਹੋਰ ਵੇਟ ਕਰਨੀ ਪੈਣੀ ਇਸ ਚੀਜ਼ ਦੀ। ਦੂਜੀ ਹੈਗੀ ਐਨਰਜੀ ਦੇ ਜਿਹੜੇ ਨਿਯਮ ਨੇ। ਐਨਰਜੀ ਨੂੰ ਅਸੀਂ ਨਾ ਪੈਦਾ ਕਰ ਸਕਦੇ ਹਾਂ ਔਰ ਨਾ ਅਸੀਂ ਖਤਮ ਕਰ ਸਕਦੇ ਹਾਂ। ਜਿਵੇਂ ਪਾਣੀ ਆ ਰਿਹਾ ਨਦੀ ਦੇ ਵਿੱਚੋਂ ਹੈ ਤਾਂ ਪਾਣੀ ਦੇ ਵਿੱਚ ਐਨਰਜੀ ਹੈ ਜਿਹੜਾ ਹਰ ਚੀਜ਼ ਨੂੰ ਅੱਗੇ ਇਹਨੂੰ ਰੋੜਦਾ, ਇਹਨੂੰ ਅਸੀਂ ਕਹਿੰਦੇ ਹਾਂ ਮੈਟੀਰੀਅਲ ਐਨਰਜੀ। ਪਰ ਜਦੋਂ ਅਸੀਂ ਪਾਣੀ ਨੂੰ ਥੱਲੇ ਨੂੰ ਸੁੱਟਦੇ ਹਾਂ ਔਰ ਥੱਲੇ ਉਹਦੇ ਟਰਬਾਈਨ ਲਗਾ ਦਿੱਤੀ ਤਾਂ ਪਾਣੀ ਨੇ ਟਰਬਾਈਨ ਨੂੰ ਘੁਮਾਉਣਾ ਸ਼ੁਰੂ ਕੀਤਾ। ਹੁਣ ਉਹ ਜਿਹੜੀ ਪਾਣੀ ਦੀ ਮੈਟੀਰੀਅਲ ਐਨਰਜੀ ਉਹ ਖਤਮ ਨਹੀਂ ਹੋਈ, ਉਹ ਮੈਕੈਨੀਕਲ ਐਨਰਜੀ ਦੇ ਅੰਦਰ ਕਨਵਰਟ ਹੋ ਗਈ ਔਰ ਅਸੀਂ ਉਹਨੂੰ ਜਨਰੇਟਰ ਦੇ ਨਾਲ ਅੱਗੇ ਜੋੜ ਦਿੱਤਾ। ਉਸ ਟਰਬਾਈਨ ਨੇ ਜਨਰੇਟਰ ਨੂੰ ਘੁਮਾਇਆ ਤਾਂ ਉੱਥੇ ਬਿਜਲੀ ਪੈਦਾ ਹੋ ਗਈ, ਯਾਨੀ ਜੋ ਮੈਕੈਨੀਕਲ ਐਨਰਜੀ ਸੀ ਉਹ ਇਲੈਕਟ੍ਰੋਨਿਕ ਐਨਰਜੀ ਦੇ ਅੰਦਰ ਕਨਵਰਟ ਹੋ ਗਈ। ਅਸੀਂ ਉਸ ਇਲੈਕਟ੍ਰੋਨਿਕ ਐਨਰਜੀ ਦੇ ਨਾਲ ਇੱਕ ਪੱਖਾ ਚਲਾ ਦਿੱਤਾ ਉੱਤੇ ਛੱਤ ਤੇ, ਤਾਂ ਉਹ ਐਨਰਜੀ ਖਤਮ ਨਹੀਂ ਹੋਈ, ਉਹ ਮੈਕੈਨੀਕਲ ਐਨਰਜੀ ਵਿੱਚ ਕਨਵਰਟ ਹੋ ਗਈ। ਤੇ ਫਿਰ ਉਸ ਪੱਖੇ ਨੇ ਹਵਾ ਨੂੰ ਥੱਲੇ ਨੂੰ ਧੱਕ ਦਿੱਤਾ, ਉਹ ਐਨਰਜੀ ਜਿਹੜੀ ਹੈ ਫਿਰ ਮੈਟੀਰੀਅਲ ਐਨਰਜੀ ਵਿੱਚ ਕਨਵਰਟ ਹੋ ਗਈ। ਇਸ ਤਰ੍ਹਾਂ ਜਿਹੜੀ ਐਨਰਜੀ ਹੈ ਉਹ ਵੀ ਆਪਣਾ ਰੂਪ ਬਦਲ ਫਿਰ ਕਿਸੇ ਖਾਸ ਹਾਲਾਤਾਂ ਦੇ ਵਿੱਚ ਜਾ ਕੇ ਐਨਰਜੀ ਮੈਟੀਰੀਅਲ ਦਾ ਰੂਪ ਧਾਰਨ ਕਰ ਲੈਂਦੀ ਹੈ ਔਰ ਕਿਸੇ ਖਾਸ ਹਾਲਾਤਾਂ ਵਿੱਚ ਮੈਟੀਰੀਅਲ ਐਨਰਜੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇੱਥੇ ਮਰਦਾ ਕੁਛ ਨਹੀਂ ਹੈ, ਹਰ ਚੀਜ਼ ਰੀਸਾਈਕਲਿੰਗ ਹੁੰਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਹੁਣ ਇਸ ਸ਼ਬਦ ਨੂੰ ਧਿਆਨ ਦੇ ਨਾਲ ਅਸੀਂ ਪੜ੍ਹਨ ਦਾ ਯਤਨ ਕਰੀਏ। ਪਵਨੇ ਮੈਂ ਪਵਨ ਸਮਾਇਆ। ਮੇਰਾ ਸਰੀਰ 5 ਤੱਤਾਂ ਤੋਂ ਬਣਿਆ। ਜਿਸ ਦਿਨ ਮੇਰੇ ਸਰੀਰ ਨੂੰ ਜਲਾਇਆ ਜਾਏਗਾ ਤਾਂ ਮੇਰੇ ਸਰੀਰ ਅੰਦਰ ਜੋ 70, 72, 75% ਪਾਣੀ ਹੈ ਉਹ ਵਾਸ਼ਪ ਬਣ ਕੇ ਪਾਣੀ ਵਿੱਚ ਮਿਲ ਜਾਏਗਾ। ਮੇਰੇ ਸਰੀਰ ਦੇ ਅੰਦਰ ਜੋ ਕੈਲਸ਼ੀਅਮ, ਆਇਰਨ ਵਗੈਰਾ ਵਗੈਰਾ ਮਿੱਟੀ ਦੇ ਤੱਤ ਨੇ ਉਹ ਜਲ ਕੇ ਮਿੱਟੀ ਵਿੱਚ ਮਿਲ ਜਾਏ। ਮੇਰਾ ਆਕਾਸ਼ ਦਾ ਹਿੱਸਾ ਆਕਾਸ਼ ਵਿੱਚ, ਅੱਗ ਵਿੱਚ ਔਰ ਹਵਾ ਦੇ ਅੰਦਰ ਮਿਲ ਜਾਏਗੀ। ਐਨਰਜੀ ਵਿੱਚ ਮਿਲ ਜਾਏਗੀ। ਪਵਨੇ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ। ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਹੁਣ ਗੁਰੂ ਜੀ ਕਹਿੰਦੇ ਨੇ ਜਿਹੜਾ ਮੋਏ ਹੋਏ ਨੂੰ ਰੋ ਰਿਹਾ ਹੈ ਉਹ ਕਿਹਨੂੰ ਰੋ ਰਿਹਾ, ਉਹਦੀ ਬੇਸ ਕੀ ਹੈ? ਕਿਉਂਕਿ ਪਾਣੀ ਵਿੱਚ ਮਿਲ ਗਿਆ, ਮਿੱਟੀ ਵਿੱਚ ਮਿਲ ਗਈ, ਰੋਣ ਵਾਲਾ ਕਿਹਨੂੰ ਰੋ ਰਿਹਾ? ਅਗਲਾ ਕਹਿੰਦੇ ਨੇ ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚੱਲ ਪਿਆ ਵੀ ਮਰਿਆ ਕੌਣ ਹੈ? ਇਸ ਰੱਬ ਦੇ ਨਾਲ, ਰੱਬ ਨੂੰ ਜਾਣਨ ਵਾਲੇ ਦੇ ਨਾਲ ਵਿਚਾਰ ਕਰੋ। ਇਹ ਤਾਂ ਰੱਬ ਦੀ ਇੱਕ ਖੇਡ ਹੈ, ਖੇਡ ਖਤਮ ਹੋਈ ਹੈ। ਅਗਲੀ ਕਿਛ ਖਬਰ ਨਾ ਪਾਈ। ਗੁਰੂ ਜੀ ਕਹਿੰਦੇ ਨੇ ਵੀ ਅੱਗੇ ਕੀ ਹੈ ਇਹਦੀ ਕਿਸੇ ਨੂੰ ਕੋਈ ਖਬਰ ਨਹੀਂ ਹੈ। ਰੋਵਨ ਹਾਰ ਪੀ ਊਟ ਸਿਧਾਈ, ਜਿਹੜਾ ਰੋਣ ਵਾਲਾ ਉਹਨੇ ਵੀ ਇੱਕ ਦਿਨ ਚਲੇ ਜਾਣਾ। ਭਰਮ ਮੋਹ ਕੇ ਬੰਧ ਹੈ ਬੰਧ,
ਜੀਵਾਂ ਨੇ ਭਰਮ ਔਰ ਮੋਹ ਦੇ ਬੰਧਨ ਬੰਨੇ ਹੋਏ ਨੇ, ਸੁਪਨ ਭਇਆ ਪਖਲਾਏ ਅੰਧ। ਇਹ ਤੇ ਇੱਕ ਸੁਪਨਾ ਖਤਮ ਹੋਣ ਦੇ ਬਰਾਬਰ ਹੈ, ਜਿਵੇਂ ਸੁਪਨੇ ਦੇ ਅੰਦਰ ਬੰਦਾ ਵੜ ਜਾਂਦਾ ਹੈ। ਇਹ ਤੋਂ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ। ਇਹ ਤਾਂ ਸੰਸਾਰ ਦਾ ਕਰਤਾਰ ਦਾ ਇੱਕ ਹੁਕਮ ਹੈ। ਆਵਤ ਜਾਵਤ ਦਾ ਮਤਲਬ ਜਿਹੜਾ ਆਉਂਦਾ ਹੈ ਉਹ ਚਲਾ ਜਾਂਦਾ ਹੈ, ਭਾਵ ਜਿਹੜਾ ਜੰਮਿਆ ਹੈ ਉਹ ਮਰ ਜਾਂਦਾ ਹੈ। ਇਹ ਅਪਾਰ ਰੱਬ ਦੇ ਹੁਕਮ ਦੇ ਵਿੱਚ ਜਿਹੜਾ ਜੰਮਿਆ ਹੈ ਉਹਨੇ ਮਰ ਜਾਣਾ ਹੈ। ਪਰ ਨਹਿ ਕੋ ਮੂਆ ਨਾ ਮਰਨੇ ਜੋਗ, ਉਂਝ ਕੋਈ ਵੀ ਨਾ ਕਦੇ ਮਰਦਾ ਹੈ ਤੇ ਨਾ ਹੀ ਕੋਈ ਮਰਨ ਵਾਲਾ ਹੈ। ਨਹਿ ਬਿਨਸ ਹੈ ਅਵਿਨਾਸ਼ੀ ਹੋਗ, ਇਹ ਕਦੇ ਬਿਨਸਦਾ ਨਹੀਂ, ਇਹ ਸਦਾ ਵਾਸਤੇ ਅਵਿਨਾਸ਼ੀ ਹੈ। ਜੋ ਇਹ ਜਾਣੋ ਸੋ ਇਹ ਨਾ ਹੈ, ਜੋ ਤੁਸੀਂ ਇਹਨੂੰ ਸਮਝਦੇ ਹੋ ਇਹ ਉਹ ਨਹੀਂ ਹੈ। ਜਾਣਨ ਹਾਰੇ ਕੋ ਬਲ ਜਾਓ, ਉਸ ਮਨੁੱਖ ਤੋਂ ਕੁਰਬਾਨ ਜਾਂਦਾ ਜਿਹੜਾ ਇਸ ਅਸਲੀਅਤ ਨੂੰ ਜਾਣ ਲੈਂਦਾ ਹੈ। ਕਹੋ ਨਾਨਕ ਗੁਰ ਭਰਮ ਚੁਕਾਇਆ, ਗੁਰੂ ਜੀ ਕਹਿੰਦੇ ਨੇ ਵੀ ਜਿੰਨੇ ਕਿਸੇ ਦਾ ਭਰਮ ਦੂਰ ਕਰਤਾ ਨਾ ਗੁਰੂ ਨੇ, ਜਿਹਦਾ ਨਾ ਕੋਈ ਮਰੇ ਨਾ ਆਵੇ ਜਾਇਆ, ਉਹ ਨਾ ਕੋਈ ਮਰਦਾ ਨਾ ਕੋਈ ਜੰਮਦਾ, ਉਹਨੂੰ ਸਮਝ ਪੈ ਜਾਂਦੀ ਵੀ ਕੋਈ ਮਰਦਾ ਨਹੀਂ, ਕੋਈ ਜੰਮਦਾ ਨਹੀਂ, ਕੋਈ ਆਉਂਦਾ ਨਹੀਂ, ਕੋਈ ਜਾਂਦਾ ਨਹੀਂ। ਉਹਨੂੰ ਇਹ ਸਮਝ ਪੈ ਜਾਂਦੀ ਵੀ ਇਹ ਰੀਸਾਈਕਲਿੰਗ ਹੋ ਰਹੀ ਹੈ, ਇੱਥੇ ਕੁਝ ਵੀ ਮਰਦਾ ਨਹੀਂ ਹੈ, ਕੋਈ ਵੀ ਆਉਂਦਾ ਨਹੀਂ, ਕੋਈ ਵੀ ਜਾਂਦਾ। ਇਸ ਲਈ ਅਸੀਂ ਇਸ ਦੁਨੀਆ ਦੇ ਵਿੱਚ ਹੀ ਜੂਨਾਂ ਜਿਹੜੀਆਂ ਨੇ ਅਸੀਂ ਭੋਗ ਰਹੇ ਹਾਂ ਪਸ਼ੂ ਬਿਰਤੀਆਂ ਕਰਕੇ। ਮੇਰਾ ਮੰਨਣਾ ਇਹ ਹੈ। ਠੀਕ ਹੈ ਗਿਆਨੀ ਜੀ, ਬਹੁਤ ਬਹੁਤ ਧੰਨਵਾਦ। ਸਤਨਾਮ ਸਿੰਘ ਜੀ ਤੁਸੀਂ ਅਨਮਿਊਟ ਆ, ਤੁਸੀਂ ਗੱਲ ਕਰਨੀ ਕੋਈ ਹੋਰ? ਠੀਕ ਹੈ ਜੀ, ਨਹੀਂ ਬਹੁਤ ਠੀਕ ਹੈ ਜੀ। ਠੀਕ ਹੈ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ ਕਰੋ ਜੀ ਗੱਲ। ਮੈਂ ਇੱਕ ਮੇਰਾ ਆਪਣਾ ਵਿਚਾਰ ਮੇਰਾ ਵੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਚੀਜ਼ ਜਿਹੜੀ ਮਟੀਰੀਅਲ ਹਰ ਚੀਜ਼ ਇੱਕ ਜਿਹਦਾ ਮਿਕਸਅਪ ਹੋ ਜਾਂਦਾ ਆ, ਤੇ ਅੱਗੋਂ ਲਿਖੀ ਕਿੱਥੇ ਕੀ ਹੁੰਦਾ ਕਿਵੇਂ ਨਹੀਂ, ਕਿ ਜੀ ਇਹ ਦੋਨਾਂ ਜਾਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਭਰਮ ਜਿਹੀ ਆ। ਪਰ ਮੇਰਾ ਕਹਿਣ ਦਾ ਖਿਆਲ, ਆਪਾਂ ਆਪਣੇ ਝਾਤੀ ਮਾਰੇ ਆਪਾਂ ਕਿੱਥੋਂ ਆਏ, ਕਿਵੇਂ ਆਏ ਆ। ਜਦ ਬੱਚਾ ਜੰਮਦਾ ਤਾਂ ਉਹ ਇਸੇ ਮਟੀਰੀਅਲ ਤੋਂ ਜੰਮਦਾ, ਮੁੜ ਕੇ ਇਹਨਾਂ ਜੂਨਾਂ ਵਿੱਚ ਹੀ ਮੁੜ ਕੇ ਆਉਂਦਾ, ਜਾਂਦਾ ਕਿਤੇ ਇਹਨਾਂ ਜੂਨਾਂ ਵਿੱਚ ਹੀ ਆਉਂਦਾ। ਮੇਰਾ ਖਿਆਲ ਇਹ ਆ। ਤੇ ਜਿਹੜੇ ਹੈਗਾ ਕੁਛ ਸੰਸਕਾਰ ਜਿਹੜੇ ਆ, ਜਿੱਦਾਂ ਹੁਣ ਆਪਾਂ ਜੂਨ ਦੇ ਵਿੱਚ ਹੈ, ਜੇ ਮੈਂ ਮਾੜੇ ਕਰੀ ਜਾਊਂਗਾ ਤੇ ਹੈਗਾ ਮਾੜਿਆਂ ਦੇ ਨਾਲ ਉਸੇ ਮਟੀਰੀਅਲ ਤੋਂ, ਜਿਸ ਤਰ੍ਹਾਂ ਮਟੀਰੀਅਲ 'ਚ ਸਾਰੇ ਮਿਕਸਅਪ ਹੋਏ ਆ, ਉਸੇ ਮਟੀਰੀਅਲ ਦੇ ਰਾਹੀਂ ਅਸੀਂ ਹੈਗਾ ਉਹ ਜਿਹੜੇ ਮਟੀਰੀਅਲ ਦੇ ਜਿਹੜੇ ਸੰਸਕਾਰ ਨਾਲ ਆਏ ਆ, ਉਸੇ ਜੋੜ ਕੇ ਫਿਰ ਆਦਮੀ ਦੀ ਜਾਂ ਪਸ਼ੂ ਦੀ ਜੂਨ ਦੇ ਵਿੱਚ ਪੈਣਾ। ਤੇ ਮੇਰਾ ਖਿਆਲ ਹੈ ਰੀਸਾਈਕਲਿੰਗ ਇਸ ਸ਼ਕਲ ਦੇ ਵਿੱਚ ਹੁੰਦਾ, ਨਾ ਕਿ ਹੈਗਾ ਕਿ ਮਟੀਰੀਅਲ ਰਹਿਦਾ ਮੁੜ ਕੇ ਫਿਰ ਤਾਂ ਦੁਨੀਆ ਖਤਮ ਹੋ ਜਾਊਗੀ। ਨਹੀਂ, ਖਤਮ ਨਹੀਂ ਹੁੰਦੀ ਜੀ। ਦੇਖੋ, ਜਿਹੜਾ ਮੈਂ ਆ ਨਾ, ਮੇਰਾ ਪਿਤਾ ਮਾਤਾ ਮੇਰੇ ਰੂਪ ਵਿੱਚ ਜੀ ਰਹੇ ਨੇ, ਤੇ ਅੱਗੋਂ ਜਿਹੜੇ ਮੇਰੇ ਬੱਚੇ ਨੇ ਉਹ ਮੈਂ ਉਹਨਾਂ ਦੇ ਰੂਪ ਵਿੱਚ ਜੀ ਰਿਹਾ ਹੋਵਾਂਗਾ, ਕਿਉਂਕਿ ਮੇਰੇ ਪਿਤਾ ਜੀ ਦਾ ਮੇਰੇ ਮਾਤਾ ਜੀ ਦਾ ਰਕਤ ਬਿੰਦ ਜਿਹੜਾ ਉਹ ਮਿਲ ਕੇ ਹੀ ਮੈਂ ਬਣਿਆ ਵਾਂ। ਤੇ ਅੱਗੋਂ ਸਾਡਾ ਬੱਚੇ ਇਸ ਤਰ੍ਹਾਂ ਚੱਲੀ ਜਾਂਦਾ ਹੈ ਕੰਟੀਨਿਊ। ਤੇ ਇਸ ਤਰ੍ਹਾਂ ਜਿਹੜੇ ਸਾਡੇ ਸੁਭਾਅ ਵਗੈਰਾ ਨੇ, ਇਹਦੇ ਵਿੱਚ ਕੁਛ DNA ਦੇ ਅੰਦਰ ਜੋ ਸਾਡੇ ਜੀਨਸ ਵਗੈਰਾ ਆ ਜਾਂਦੇ ਨੇ, ਔਰ ਕੁਝ ਸੰਗਤ ਦੇ ਵਿੱਚੋਂ ਮਿਲਦੇ ਨੇ। ਔਰ ਅੱਜ ਤਾਂ ਇਹ ਚੀਜ਼ ਹੈਗੀ ਵੀ ਬੰਦਾ ਇਹਨਾਂ ਚੀਜ਼ਾਂ ਤੋਂ ਆਪਣਾ ਸੁਭਾਅ ਇੱਕ ਵੱਖਰਾ ਵੀ ਬਣਾ ਸਕਦਾ। ਤਾਂ ਇਹ ਹੀ ਹੈਗਾ ਕਿ ਅਸੀਂ ਮਾਤਾ ਪਿਤਾ ਰਾਹੀਂ, ਜਿਵੇਂ ਤੁਸੀਂ ਹੋ, ਤੁਹਾਡੇ ਮਾਤਾ ਪਿਤਾ ਤੁਹਾਡੇ ਰੂਪ ਵਿੱਚ ਜੀ ਰਹੇ ਨੇ, ਅੱਗੋਂ ਤੁਹਾਡੇ ਬੱਚੇ ਤੁਹਾਡੇ ਰੂਪ ਵਿੱਚ ਹੋਣਗੇ, ਤੁਸੀਂ ਆਪਣੇ ਮਾਤਾ ਪਿਤਾ ਦੇ ਰੂਪ ਵਿੱਚ ਹੋ। ਤੁਹਾਡੇ ਮਾਂ ਪਿਓ ਤੁਹਾਡੇ ਵਿੱਚ ਨੇ, ਅੱਧਾ ਮਾਂ ਔਰ ਅੱਧਾ ਪਿਓ। ਇਸੇ ਤਰ੍ਹਾਂ ਮੇਰੇ ਵਿੱਚ ਅੱਧੀ ਮੇਰੀ ਮਾਂ ਤੇ ਅੱਧਾ ਮੇਰਾ ਪਿਓ, ਅੱਗੇ ਮੇਰੇ ਬੱਚਿਆਂ ਦੇ ਵਿੱਚ ਅੱਗੇ ਗਏ, ਜੋ ਮੈਨੂੰ ਸਮਝ ਪਏ। ਹਾਂ ਠੀਕ ਹੈ, ਤੁਸੀਂ ਆਪਣੀ ਸੋਚ ਦੇ ਮੁਤਾਬਕ ਬਹੁਤ ਹੀ ਟੌਪ ਦਾ ਜਿਹਨੇ ਖਿਆਲ ਦਿੱਤੇ ਆ, ਨਵੇਂ ਖਿਆਲ ਹੈ। ਪਰ ਮੇਰੇ ਆਪਣੇ ਖਿਆਲ ਹੈ, ਤੇ ਮੈਂ ਇਸ ਸ਼ਕਲ ਦੇ ਵਿੱਚ ਸੋਚਦਾ ਕਿ ਜਿਹੜਾ ਬੱਚਾ ਹੈ, ਭਾਵੇਂ ਮਾਂ-ਬਾਪ ਦੇ ਰੂਪ ਦੇ ਵਿੱਚ ਹੀ ਆ, ਮੈਂ ਭਾਵੇਂ ਆਪਣੇ ਮਾਂ-ਬਾਪ ਦੇ ਰੂਪ ਦੇ ਵਿੱਚ ਹੀ ਆਇਆ, ਪਰ ਇਹ ਜਿਹੜੀ ਰੂਪ ਬਣਿਆ ਉਹ ਕਿਸ ਚੀਜ਼ ਤੋਂ ਬਣਿਆ? ਉਹ ਜਿਹੜੀ ਦੋ ਚੀਜ਼ਾਂ ਜਿਹੜੀਆਂ ਆਪਾਂ ਦੋ ਚੀਜ਼ਾਂ ਤੋਂ ਇਹ ਬਣਿਆ ਜਿਹੜਾ ਆ, ਉਹ ਮਟੀਰੀਅਲ ਤੋਂ ਜਿਹੜਾ ਬਣਿਆ ਨਾ, ਬਾਣੀ ਵਿੱਚ ਇੱਕ ਤੋਂ ਕਹਿੰਦੀ, ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਥਰੀ। ਰੰਚਕ ਰੇਤ ਦਾ ਮਤਲਬ ਰੰਚਕ ਮਾਤਰ ਇੱਕ ਬੂੰਦ ਪਿਤਾ ਦੀ ਵੀਰਜ। ਹਾਂ, ਰੰਚਕ ਰੇਤ ਖੇਤ ਤਨ ਨਿਰਮਿਤ, ਮਾਂ ਦੇ ਖੇਤ ਵਿੱਚ ਪਾ ਦਿੱਤੀ, ਤੇ ਉਹਦੇ ਨਾਲ ਤੇਰੀ ਇਹ ਦੁਰਲਭ ਦੇਹੀ ਜਿਹੜੀ ਹੈ ਉਹ ਬਣ ਗਈ। ਹਾਂ, ਮੈਂ ਕਹਿੰਦਾ ਉਹ ਮਾਂ ਕੀ ਰਕਤ, ਦੇਖੋ ਨਾ, ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਮੈਂ ਸਮਝਦਾ ਜੀ, ਮੈਂ ਸਮਝਦਾ ਇਸ, ਪਰ ਲੇਕਿਨ ਜਿਹੜੀ ਨਾ ਉਹ ਦੇਹ ਆਈ ਆ ਜਾਂ ਰੂਪ ਬਣਿਆ, ਤੇ ਉਹਦੇ ਵਿੱਚ ਜਾਨ ਜਿਹੜੀ ਪਈ ਆ, ਮੁੜ ਕੇ ਫੇਰ ਜਿਹੜੀ ਜਾਨ ਪਈ, ਜਿੱਥੇ ਤੁਸੀਂ ਐਨਰਜੀ ਜੇ ਜਾਨ ਪਈ ਹੈ, ਉਦੋਂ ਸੋਝੀ ਜਿਹੜੀ ਪਿੱਛੋਂ ਆਈ ਹੈ,
ਜਿੱਦਾਂ ਤੁਹਾਡੀ ਆਪਣੀ ਸੋਚ ਹੈ, ਮੇਰੀ ਆਪਣੀ ਸੋਚ ਹੈ, ਸਾਡੇ ਮਾਂ-ਪਿਓ ਦੀ ਆਪਣੀ ਆਪਣੀ ਸੋਚ ਸੀ, ਉਹ ਜਿਹੜੀ ਸੋਚ ਅਗਰ ਮੇਰੇ 'ਚ ਆਈ ਹੈ, ਉਹ ਸੋਚ ਜੇ ਦੇਣ ਵਾਲਾ ਕੋਈ ਹੈ ਕੋਈ ਸੰਬੰਧ ਕਿ ਉਹ ਇਸ ਨਵੇਂ ਰੂਪ ਨੂੰ ਇੱਕ ਨਵੀਂ ਸੋਝੀ ਦੀ ਦੇਖੋ ਜੋ ਮੈਨੂੰ ਸਮਝ ਪੈਂਦਾ ਨਾ, ਜਿਵੇਂ ਹੁਣ ਮੈਂ ਔਰ ਤੁਸੀਂ ਪੰਜਾਬੀ ਬੋਲ ਰਹੇ ਆ, ਕੋਈ ਇੰਗਲਿਸ਼ ਬੋਲ ਰਿਹਾ, ਜੇ ਬੱਚਾ ਜੰਮਦਾ ਹੈ ਜਦੋਂ ਉਸ ਬੱਚੇ ਨੂੰ ਜੰਗਲ ਵਿੱਚ ਛੱਡ ਦਿੱਤਾ ਜਾਏ ਤੇ ਉਹ ਜੰਗਲੀ ਜਾਨਵਰਾਂ ਦੇ ਉਹਦੇ ਵਿੱਚ ਹੀ ਪਲੇ, ਯਾਨੀ ਉਹਨੂੰ ਕਿਸੇ ਕਮਰੇ ਵਿੱਚ ਉਹਨੂੰ ਦੁੱਧ ਵਗੈਰਾ ਦੇਈ ਜਾਓ, ਉਹਦੇ ਨਾਲ ਬੋਲੋ ਨਾ, ਔਰ ਜੰਗਲੀ ਜਾਨਵਰਾਂ ਵਿੱਚ ਛੱਡ ਦੋ ਤੇ ਉਹਦੇ ਵਿੱਚ ਕਿਹੜੀ ਸਭਿਅਤਾ ਆਏਗੀ, ਕਿਹੜੀ ਉਹ ਬੋਲੀ ਬੋਲੇਗਾ? ਕੋਈ ਵੀ ਨਹੀਂ ਬੋਲਣੀ ਉਹਨੇ, ਕਿਉਂਕਿ ਅਸੀਂ ਸਾਰਾ ਕੁਝ ਇੱਥੋਂ ਸਿੱਖਦੇ ਹਾਂ। ਦੇਖੋ ਜੀ ਗੱਲ ਇਹ ਹੈ, ਔਰ ਜੇ ਥੋੜਾ ਜਿਹਾ ਹੋਰ ਪਿੱਛੇ ਜਾਓਗੇ ਨਾ, ਦੇਖੋ ਉਸ ਤਰ੍ਹਾਂ ਹੁੰਦਾ ਵੀ ਜਿਵੇਂ ਪਿਤਾ ਜੀ ਦੇ ਸ਼ੁਕਰਾਣੂ ਨੇ, ਜਿਵੇਂ ਅਸੀਂ ਕਹਿੰਦੇ ਨਾ ਬਾਅਦ ਵਿੱਚ ਜਿੰਦ ਪੈਂਦੀ ਹੈ ਬੰਦੇ ਵਿੱਚ, ਬਾਅਦ ਵਿੱਚ ਨਹੀਂ ਪੈਂਦੀ। ਜੇ ਸ਼ੁਕਰਾਣੂ ਮਰੇ ਹੋਣਗੇ ਤਾਂ ਉਹ ਬੱਚਾ ਪੈਦਾ ਨਹੀਂ ਹੋਏਗਾ। ਦੇਖੋ ਕਰੀਬ ਮੈਨੂੰ ਜਿੰਨਾ ਮੈਂ ਪੱਕਾ ਨਹੀਂ ਪਤਾ ਗਿਣਤੀ ਦਾ, 18 ਕਰੋੜ ਦੇ ਕਰੀਬ ਜਾਂ ਕਿੰਨੇ ਕਹਿੰਦੇ ਨੇ ਸ਼ੁਕਰਾਣੂ ਇੱਕ ਟਾਈਮ ਵਿੱਚ ਨਿਕਲਦੇ ਨੇ ਜਦੋਂ ਬੰਦਾ ਫਿਜ਼ੀਕਲੀ ਰਿਲੇਸ਼ਨ ਆਪਣੀ ਔਰਤ ਦੇ ਨਾਲ ਬਣਾਉਂਦਾ ਹੈ। ਤੇ ਉਹਨਾਂ ਕਰੋੜਾਂ ਸ਼ੁਕਰਾਣੂਆਂ ਦੇ ਵਿੱਚੋਂ 4 ਜਾਂ 5 ਮਾਂ ਦੇ ਅੰਡੇ ਤੱਕ ਪਹੁੰਚਦੇ ਨੇ। ਉਹਨਾਂ ਦੇ ਵਿੱਚੋਂ ਇੱਕ ਕੋਈ ਸ਼ੁਕਰਾਣੂ ਮਾਂ ਦੇ ਅੰਡੇ ਵਿੱਚ ਪ੍ਰਵੇਸ਼ ਕਰਦਾ ਤੇ ਉਹ ਬੱਚਾ ਬਣ ਕੇ ਜੰਮਦਾ, ਠੀਕ ਹੈ ਨਾ। YX ਮਿਲਣ ਤੇ ਮੁੰਡਾ ਹੁੰਦਾ ਹੈ, XX ਮਿਲ ਜਾਣ ਕੁੜੀ, ਜਿਵੇਂ ਐਵੇਂ ਕਿਸੇ ਦੋ ਵੀ ਹੁੰਦਾ। ਤਾਂ ਉਹ ਜਿਹੜੇ ਸ਼ੁਕਰਾਣੂ ਨੇ ਜੇ ਜਿਉਂਦੇ ਨੇ, ਉਹਨਾਂ ਵਿੱਚ ਜਾਨ ਹੈ ਤਾਂ ਹੀ ਉਹ ਅੱਗੇ ਬੱਚਾ ਜਨਮੇਗਾ, ਜੇ ਜਾਨ ਨਹੀਂ ਹੈ ਤਾਂ ਫਿਰ ਉਹ ਬੱਚਾ ਹੀ ਨਹੀਂ ਜੰਮੇਗਾ। ਇਹਦਾ ਮਤਲਬ ਵੀ ਬਾਅਦ ਵਿੱਚ ਜਾਨ ਨਹੀਂ ਪਈ, ਜਾਨ ਤੇ ਪਹਿਲੀ ਐਨਰਜੀ ਤਾਂ ਥਾਂ ਥਾਂ ਦੇ ਉੱਤੇ ਅਣੂ ਪਰਮਾਣੂ ਦੇ ਵਿੱਚ ਰਮੀ ਹੋਈ ਹੈ। ਜਦੋਂ ਤੁਸੀਂ ਇੱਕ ਨਿੱਕੇ ਜਿਹੇ ਕਣ ਨੂੰ ਵੀ ਤੋੜਦੇ ਹੋ ਨਾ, ਉਹਨੂੰ ਤੋੜੀ ਜਾਓ, ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ, ਉਹਦੇ ਵਿੱਚ ਵੀ ਤੁਹਾਡੇ ਵਾਲਾ ਜਿਹੜਾ DNA ਵਗੈਰਾ ਸਾਰਾ ਕੁਝ ਉਹਦੇ ਵਿੱਚ ਵੀ ਆ ਜਾਂਦਾ। ਇਹ ਹਰ ਪਰਮਾਣੂ, ਇਹ ਚੀਜ਼ ਨਾ ਸਮਝਣ ਵਾਲੀ ਹੈ, ਕਿਉਂਕਿ ਇੱਕ ਓੰਕਾਰ ਦਾ ਮਤਲਬ ਕਿ ਇੱਕ ਜਿਹੜਾ ਪਸਰਿਆ ਹੋਇਆ ਹੈ, ਰਮਿਆ ਹੋਇਆ, ਇੱਕੋ ਦਾ ਪਸਾਰਾ ਹੈ, ਇਹਦੇ ਵਿੱਚ 2-3 ਹੈ ਨਹੀਂ। ਅਸਲ ਦੇ ਵਿੱਚ ਨਾ ਸਾਡਾ, ਮੈਨੂੰ ਜੋ ਫੀਲ ਹੁੰਦਾ ਹੈ, ਮਤਲਬ ਮੈਂ ਕੋਈ ਇਹ ਚੀਜ਼ ਥੋਪ ਨਹੀਂ ਰਿਹਾ, ਆਪਣੇ ਵਿਚਾਰ ਦੇ ਰਿਹਾ ਸਿਰਫ, ਮੈਨੂੰ ਜੋ ਫੀਲ ਹੁੰਦਾ ਹੈ ਕਿ ਸਾਡੀ ਜੋ ਐਕਸਪਲੇਨੇਸ਼ਨ ਅਸੀਂ ਸੁਣੀ ਉਹ ਜ਼ਿਆਦੀ ਹਿੰਦੂ ਵੀਰਾਂ ਤੋਂ, ਤੇ ਉਹਦਾ ਪ੍ਰਭਾਵ ਸਾਡੇ ਉੱਤੇ ਮਤਲਬ ਜ਼ਿਆਦਾ ਹੈ। ਜਿਹੜੀਆਂ ਚੀਜ਼ਾਂ ਮਾਂ-ਬਾਪ ਤੋਂ, ਭੈਣ ਭਰਾਵਾਂ ਤੋਂ, ਰੇਡੀਓ ਤੋਂ, TV ਤੋਂ, ਅਖਬਾਰਾਂ ਤੋਂ ਪੜ੍ਹੀਆਂ, ਤਾਂ ਉਹਨਾਂ ਦਾ ਪ੍ਰਭਾਵ ਸਾਡੇ ਅੰਦਰ ਹੈ, ਤੇ ਉਹਦੇ ਆਧਾਰ ਦੇ ਉੱਤੇ ਸਾਡੀ ਵੀ ਮੈਂਟੈਲਿਟੀ ਇਸ ਟਾਈਪ ਦੀ ਡਿਵੈਲਪ ਹੋ ਗਈ। ਨਹੀਂ, ਮੈਂ ਤਾਂ ਆਪਣੇ ਵੀਰ ਜੀ ਹੈਗਾ ਵੀ ਮੈਂ ਤੱਤਾਂ ਦੇ ਹਿਸਾਬ ਦੇ ਨਾਲ ਹੀ ਗੱਲ ਕਰ ਰਿਹਾ ਕਿ ਹੈਗਾ ਕਿਸੇ ਸੁਣਤੇ ਤੇ ਮੈਂ ਵੀ ਬਹੁਤਾ ਬਿਲੀਵ ਨਹੀਂ ਕਰਦਾ, ਇਸ ਕਰਕੇ ਮੈਂ ਥੋੜੇ ਹੈਗਾ ਸਵਾਲਾਂ ਦਾ ਜਵਾਬ ਦੇ ਰਿਹਾ ਕਿ ਹੈਗਾ ਜਿਹੜੀਆਂ ਚੀਜ਼ਾਂ, ਜਿਹੜੀ ਹੈਗਾ ਜਿੰਦ ਹੈ, ਪਾਵਰ ਹੈ, ਪਿੱਛੇ ਆ। ਹੁਣ ਇੱਕ ਹੈਗਾ ਮੈਂ ਹੈਗਾ, ਮੇਰਾ ਫਾਦਰ ਜਾਂ ਮਦਰ ਜਿਹੜੇ ਆ ਬੜੇ ਸਿਆਣੇ, ਤੇ ਮੈਂ ਇੱਕ ਸ਼ਰਾਬੀ ਕਬਾਬੀ ਨਿਕਲਦਾ, ਸ਼ਰਾਬੀ ਕਬਾਬੀ, ਤੇ ਮਤਲਬ ਹੈ ਕਿ ਉਹ ਜਿਹੜੇ ਕਿਉਂ ਮੈਂ ਸ਼ਰਾਬੀ ਕਬਾਬੀ ਹੋ ਗਿਆ, ਮੇਰੇ ਵਿੱਚ ਤਾਂ ਉਹੀ ਗੁਣ ਹੋਣੇ ਚਾਹੀਦੇ ਸੀਗੇ। ਪਰ ਜਿੱਦਾਂ ਦਾ ਦੇ ਨਾ ਜਿਹੜੇ ਹੈਗਾ, ਜਿੱਦਾਂ ਦਾ ਜਾਨੀ ਪਿੱਛੇ ਸੋਚ ਹੈ, ਸੋਚ ਜਿਹੜੀ ਬਣੀ, ਉਹ ਜਿਹੜੀ ਹੈ ਸੋਚ ਨਾਲ ਲੈ ਕੇ ਕੋਈ ਵੀ ਕਿਤੇ ਜਿਹੜੇ ਕਹਿੰਦੇ ਆ ਵੀ ਥੋੜੇ ਮਾੜੇ ਚੰਗੇ ਕਰਮ ਜਿਹੜੇ ਆ, ਉਹ ਤੇ ਮਾੜੇ ਚੰਗੇ ਜੇ ਇਹ ਚੀਜ਼ਾਂ ਨਾ ਹੋਣ ਤੇ ਫਿਰ ਤੇ ਦੁਨੀਆ ਦੇ ਵਿੱਚ ਹੈਗਾ ਆ ਜਿਹੜਾ ਜੀਵਨ ਕਾਲ ਹੈ ਜਿਹੜਾ ਆ, ਇਹਨੂੰ ਕੰਟਰੋਲ ਕਰਨ ਵਾਲਾ ਵੀ ਕੋਈ ਹੈਗਾ, ਮਾੜਾ ਵਾਇਰਸ ਆਇਆ ਦੁਨੀਆ ਕਰਤਾ ਵੀ ਕੰਟਰੋਲ। ਜਿਹੜੇ ਨਾ ਅਸਲ ਦੇ ਵਿੱਚ ਜਿਹੜਾ ਕੰਟਰੋਲ ਕਰਨ ਵਾਲਾ ਨਾ, ਵਾਸਤਵ ਦੇ ਵਿੱਚ ਕੰਟਰੋਲਰ ਹੈਗਾ, ਲੇਕਿਨ ਉਹ ਜਿਹੜਾ ਕੰਟਰੋਲਰ ਹੈਗਾ ਉਹ ਇਸ ਦੁਨੀਆ ਤੋਂ ਵੱਖਰਾ ਨਹੀਂ ਹੈ। ਇਹ ਨਹੀਂ ਕਿ ਉੱਤੇ ਅਸਮਾਨਾਂ ਵਿੱਚ ਕਿਤੇ ਸੱਚਖੰਡ ਵਿੱਚ ਬੈਠਾ ਹੈ, ਵੱਖਰਾ। ਹਾਂ, ਉਹ ਰਮਿਆ ਵੱਖਰਾ ਨਹੀਂ। ਉਹ ਦੇਖੋ ਚੀਜ਼, ਥੋੜੀ ਜਿਹੀ ਮੇਰੀ ਗੱਲ ਸੁਣੋ, ਥੋੜੀ ਜਿਹੀ ਮੇਰੀ ਬੇਨਤੀ ਸਰਵਣ ਕਰੋ। ਦੇਖੋ ਬਾਣੀ ਵਿੱਚ ਨਾ ਇੱਕ ਤੁਕ ਆਉਂਦੀ ਹੈ, ਜੋ ਦਿਸੈ ਸੋ ਤੇਰਾ ਰੂਪ, ਜਾਂ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ। ਹਾਂ, ਮੈਂ ਤੁਹਾਨੂੰ ਦੱਸਦਾ ਥੋੜਾ ਜਿਹਾ। ਜਿਵੇਂ ਮੈਂ ਤੁਹਾਡੇ ਸਾਹਮਣੇ ਬੈਠਾ ਜੀ, ਮੇਰਾ ਨਾਮ ਕੀ ਹੈਗਾ? ਮੋਰ ਸਿੰਘ। ਤੁਹਾਡੇ ਸਾਹਮਣੇ ਕੌਣ ਬੈਠਾ ਹੈ? ਮੋਰ ਸਿੰਘ। ਹੁਣ ਸਾਰੇ ਵੀਰ ਭੈਣ ਨਾ ਧਿਆਨ ਦਿਓ, ਜੇ ਮੈਂ ਪੁੱਛਾਂ ਵੀ ਇਹ ਕੀ ਹੈ, ਇਹ ਮੋਰ ਸਿੰਘ, ਤੁਸੀਂ ਕਹਿਣਾ ਨਹੀਂ ਮੋਰ ਸਿੰਘ ਨਹੀਂ, ਇਹ ਤਾਂ ਸਿਰ ਹੈ। ਇਹ ਕੀ ਨੇ? ਇਹ ਬਾਹਾਂ ਨੇ। ਮੋਰ ਸਿੰਘ ਤਾਂ ਨਹੀਂ ਹੈਗਾ ਨਾ, ਬਾਹਾਂ ਨੇ। ਇਹ ਕੀ ਹੈ? ਇਹ ਧੜ ਹੈ। ਮੋਰ ਸਿੰਘ ਤਾਂ ਨਹੀਂ। ਇਹ ਕੀ ਨੇ? ਇਹ ਲੱਤਾਂ ਨੇ। ਮੋਰ ਸਿੰਘ ਤਾਂ ਨਹੀਂ। ਤੇ ਫਿਰ ਮੋਰ ਸਿੰਘ ਕਿੱਥੇ ਗਿਆ? ਧਿਆਨ ਦਿਓ, ਇਹ ਚੀਜ਼ ਨੂੰ ਨਾ ਸਮਝਿਓ। ਦੇਖੋ ਜੀ, ਮੋਰ ਸਿੰਘ ਦਾ ਜਿਹੜੇ ਨਾਂ ਰੱਖੇ ਆ ਜੀ, ਨਹੀਂ ਥੋੜਾ ਪ੍ਰਧਾਨ ਜੀ ਇੱਕ ਸਕਿੰਟ ਲਈ ਉਹਨਾਂ ਨੂੰ ਐਕਸਪਲੇਨ ਕਰ ਲੈਣ ਦਿਓ। ਥੈਂਕ ਯੂ। ਥੋੜਾ ਜਿਹਾ ਸੁਣੋ, 2 ਮਿੰਟ ਨਾ ਪਿਆਰ ਨਾਲ, ਮਤਲਬ ਸੁਣੋ।
ਜੇ ਇਹ ਸਾਰੇ ਸਰੀਰ ਨੂੰ ਮਿਲਾ ਕੇ ਦੇਖੋਗੇ ਫਿਰ ਇਹ ਹੈਗਾ ਮੋਰ ਸਿੰਘ। ਜੇ ਕੱਲੇ ਕੱਲੇ ਨੂੰ ਵੇਖੋਗੇ, ਦੇਖੋ ਇਹ ਉਂਗਲੀ ਹੈ, ਇਹ ਅੰਗੂਠਾ ਹੈ, ਇਹ ਮੇਰਾ ਪੰਜਾ ਹੈ, ਇਹ ਮੇਰੀ ਅਰਕ ਹੈ। ਜੇ ਕੱਲੇ ਕੱਲੇ ਨੂੰ ਵੇਖੋਗੇ ਵੱਖਰੇ ਵੱਖਰੇ ਅੰਗ ਨੇ, ਜੇ ਸਾਰਿਆਂ ਨੂੰ ਮਿਲਾ ਕੇ ਵੇਖੋਗੇ ਫਿਰ ਮੋਰ ਸਿੰਘ ਹੈ। ਐਸੇ ਤਰ੍ਹਾਂ ਇਹ ਸਾਰਾ ਯੂਨੀਵਰਸ ਟੋਟਲ ਦਿਸਦਾ ਅਣਦਿਸਦਾ ਜਗਤ ਸਾਰੇ ਨੂੰ ਮਿਲਾ ਕੇ ਵੇਖੋਗੇ ਤੇ ਰੱਬ ਹੈ। ਜੇ ਕੱਲੇ ਕੱਲੇ ਨੂੰ ਵੇਖੋਗੇ ਧਰਤੀ ਹੈ, ਚੰਦਰਮਾ ਹੈ, ਸੂਰਜ ਹੈ, ਗ੍ਰਹਿ ਨਕਸ਼ਤਰ ਨੇ, ਬੰਦੇ ਨੇ, ਪਸ਼ੂ ਨੇ, ਪੰਛੀ ਨੇ, ਫਿਰ ਇਹ ਅਲੱਗ-ਅਲੱਗ ਦਿਸਣਗੇ। ਅਸਲ ਦੇ ਅੰਦਰ ਜਦੋਂ ਅਸੀਂ ਸਾਰੇ ਬ੍ਰਹਿਮੰਡ ਨੂੰ ਮਿਲਾ ਕੇ ਵੇਖਦੇ ਹਾਂ, ਇਹ ਹੀ ਰੱਬ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹੁਣ ਅਸੀਂ ਵੇਖ ਰਹੇ ਹਾਂ ਵੱਖਰਾ ਵੱਖਰਾ, ਤੁਸੀਂ ਆਪਣੇ ਆਪ ਨੂੰ ਵੱਖਰਾ, ਮੈਨੂੰ ਵੱਖਰਾ ਵੇਖ ਰਹੇ ਹੋ, ਪਰ ਜਦੋਂ ਇਹਦੇ ਪਿੱਛੇ ਜਾਓਗੇ ਤਾਂ ਇੱਕੋ ਹੀ ਚੀਜ਼ ਹੈ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਜਦੋਂ ਅਸੀਂ ਇੱਕ ਓੰਕਾਰ ਦੀ ਗੱਲ ਕਰਦੇ ਹਾਂ ਨਾ, ਇੱਕ ਓੰਕਾਰ ਦਾ ਮਤਲਬ ਹੈਗਾ ਕਿ ਇੱਕੋ ਹੀ ਜਿਹੜਾ ਪਸਰਿਆ ਹੋਇਆ ਹੈ। ਇਹਦੇ ਵਿੱਚ ਨਾ ਇੱਕ ਸ਼ਬਦ ਹੈਗਾ, ਜਦੋਂ ਗਹੁ ਨਾਲ ਪੜੋਗੇ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਦੇਖ ਦਿਖਲਾਈ, ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕ ਕੰਕਾਰਾ, कवन रूप दृष्टि बिनसायो, कते गयो कते आयो, जलते उठे अनेक तरंगा, कनिक पूखन कीने बहुरंगा, बीज बीज देखो बहु प्रकारा, फल पाके ते एकंकारा, सहस कटा में एक आकाश, घट फूटे ते ਉਹੀ ਪ੍ਰਗਾਸ। ਹੁਣ ਅਖੀਰ ਵਿੱਚ ਕਹਿੰਦੇ ਨੇ ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਛੂਟੇ ਤੇ ਏਕੰਕਾਰ। ਜਦੋਂ ਭਰਮ ਖਤਮ ਹੋ ਗਿਆ, ਇੱਕੋ ਹੀ ਹੈ, ਅਲੱਗ-ਅਲੱਗ ਕੁਛ ਨਹੀਂ ਹੈ, ਇੱਕ ਸਿਸਟਮ ਹੈ। ਇਹਨੂੰ ਨਾ ਇੰਝ ਸਮਝੋ ਕਿ ਸਾਡੇ ਅੰਦਰੋਂ ਕੀ ਚੀਜ਼ ਨਿਕਲਦੀ ਜਦੋਂ ਅਸੀਂ ਮਰਦੇ ਹਾਂ, ਕੀ ਨਿਕਲਦੀ? ਕੁਛ ਨਹੀਂ ਨਿਕਲਦਾ। ਤੁਹਾਡੀ ਨਾ ਕਾਰ ਹੈ ਤੇ ਤੁਹਾਡੀ ਕਾਰ ਦੀ ਬੈਟਰੀ ਦੇ ਉੱਤੋਂ ਤਾਰ ਥੋੜੀ ਲੈ ਜਾਂਦੀ ਹੈ, ਅਲੱਗ ਹੋ ਜਾਂਦੀ ਹੈ ਸਟੱਡ ਤੋਂ, ਕਾਰ ਦੀ ਬੈਟਰੀ ਤੋਂ ਤਾਰ ਅਲੱਗ ਹੋ ਗਈ। ਤੁਸੀਂ ਹੁਣ ਸੈਲਫ ਮਾਰ ਰਹੇ ਹੋ ਤੇ ਕਾਰ ਸਟਾਰਟ ਨਹੀਂ ਹੋ ਰਹੀ। ਤੁਹਾਡੀ ਕਾਰ ਦੇ ਵਿੱਚੋਂ ਕਿਹੜੀ ਚੀਜ਼ ਨਿਕਲ ਗਈ? ਨਿਕਲੀ ਤੇ ਕੁਛ ਵੀ ਨਹੀਂ ਹੈ, ਕਿਉਂਕਿ ਬੈਟਰੀ ਵੀ ਅੰਦਰ ਹੈ, ਤਾਰ ਵੀ ਅੰਦਰ ਹੈ, ਸਿਰਫ ਵੱਖਰੀ ਹੋ ਗਈ ਹੈ ਥੋੜੀ ਜਿਹੀ ਨਾ ਤਾਰ। ਇਹਦਾ ਮਤਲਬ ਨਿਕਲਿਆ ਕੁਛ ਨਹੀਂ, ਸਿਸਟਮ ਫੇਲ ਹੋਇਆ ਹੈ। ਸਾਰਾ ਸਿਸਟਮ ਮਿਲਾ ਕੇ ਕਾਰ ਨੂੰ ਚਲਾਉਂਦਾ ਹੈ। ਐਵੇਂ ਸਾਡੇ ਅੰਦਰ ਕੋਈ ਇਹੋ ਜਿਹੀ ਵੱਖਰੀ ਸ਼ਕਤੀ ਨਹੀਂ, ਸ਼ਕਤੀ ਹਰ ਅਣੂ ਪਰਮਾਣੂ ਦੇ ਵਿੱਚ, ਹਰ ਸੈੱਲ ਦੇ ਵਿੱਚ ਹੈ। ਸਾਡਾ ਸਾਰਾ ਸਿਸਟਮ ਮਿਲ ਕੇ ਇਹਨੂੰ ਚਲਾ ਰਿਹਾ ਹੈ। ਦਿਲ, ਫੇਫੜੇ, ਖੂਨ, ਕਿਡਨੀ ਵਗੈਰਾ ਵਗੈਰਾ, ਇਹ ਸਾਰੀਆਂ ਚੀਜ਼ਾਂ ਮਿਲ ਕੇ ਇਸ ਸਿਸਟਮ ਨੂੰ ਚਲਾਉਂਦੀਆਂ ਨੇ। ਜਦੋਂ ਸਿਸਟਮ ਫੇਲ ਹੋ ਜਾਂਦਾ ਹੈ ਉਦੋਂ ਅਸੀਂ ਮਰ ਜਾਂਦੇ ਹਾਂ, ਕਿਉਂਕਿ ਸਿਸਟਮ ਫੇਲ ਹੋ ਗਿਆ। ਇਸ ਤਰ੍ਹਾਂ ਵਿੱਚੋਂ ਕੋਈ ਚੀਜ਼ ਨਿਕਲਦੀ ਨਹੀਂ, ਸਿਰਫ ਸਿਸਟਮ। ਬਣਦੇ ਜ਼ਿਆਦਾ ਨੇ, ਮਰਦੇ ਘੱਟ ਨੇ। 50 ਤੇ ਆ ਕੇ ਸੈੱਲ ਮਰਨ ਔਰ ਬਣਨ ਦੀ ਗਿਣਤੀ ਬਰਾਬਰ ਬਰਾਬਰ ਹੋ ਜਾਂਦੀ ਹੈ। 50 ਤੋਂ ਉੱਤੇ ਜਾ ਕੇ ਸੈੱਲ ਮਰਨ ਜ਼ਿਆਦਾ ਲੱਗ ਜਾਂਦੇ ਨੇ, ਬਣਦੇ ਘੱਟ ਨੇ। ਹੌਲੀ ਹੌਲੀ ਅਸੀਂ ਰੋਗੀ ਹੋ ਕੇ ਖਤਮ ਹੋ ਜਾਂਦੇ ਹਾਂ। ਸਿਸਟਮ ਫੇਲ ਹੁੰਦਾ, ਹੋਰ ਕੁਛ ਨਹੀਂ ਹੈ। ਮੇਰਾ ਮੰਨਣਾ ਇਹ ਹੈ, ਬਾਕੀ ਮੈਂ ਤੁਹਾਡੇ ਤੇ ਚੀਜ਼ਾਂ ਥੋਪ ਨਹੀਂ ਰਿਹਾ। ਹਾਂਜੀ ਠੀਕ ਹੈ ਪ੍ਰਧਾਨ ਜੀ, ਤੁਸੀਂ ਜੇ ਕੋਈ ਹਾਂਜੀ ਠੀਕ ਹੈ। ਡਿਸਕਸ਼ਨ ਤਾਂ ਬਹੁਤ ਲੰਮੀ ਹੋ ਸਕਦੀ ਹੈ ਜੀ, ਕਿਉਂਕਿ ਹੁਣ ਕਾਫੀ ਚਲੋ ਕੋਈ ਨਾ, ਆਪਾਂ ਨਾ ਇਸ ਤਰ੍ਹਾਂ ਕਰਾਂਗੇ, ਜਦੋਂ ਆ ਕਿਤੇ ਖੁੱਲਦਾ ਨਾ ਆਪਣਾ ਕਰੋਨਾ ਵਾਇਰਸ, ਫਿਰ ਕਿਸ ਦਿਨ ਗੁਰਦੁਆਰੇ ਸਾਹਿਬ ਨਾ ਕਲਾਸ ਲਗਾ ਕੇ ਵੱਖਰੀ, ਬਲੈਕ ਬੋਰਡ ਵਗੈਰਾ ਲੈ ਕੇ, ਫਿਰ ਉੱਥੇ ਇਹ ਚੀਜ਼ ਜ਼ਿਆਦਾ ਸਪਸ਼ਟ ਸਮਝੀ ਜਾ ਸਕਦੀ ਹੈ। ਕੋਈ ਗੱਲ ਨਹੀਂ ਜੀ, ਆਪਾਂ ਜਿੱਦਾਂ ਹੁਣ ਇਸ ਵੇਲੇ ਜੁੜੇ ਹੋ, ਇਦਾਂ ਵੀ ਆਪਾਂ ਸ਼ਾਇਦ ਇੱਕ ਦਿਨ ਇਦਾਂ ਹੀ ਪ੍ਰੋਗਰਾਮ ਰੱਖ ਲਵਾਂਗੇ ਜਿਹਦੇ ਵਿੱਚ ਜੇ ਲੈਂਥੀ ਇਦਾਂ ਹੋਈ ਗੱਲਬਾਤ, ਕਿਉਂਕਿ ਹੁਣ ਕਾਫੀ ਟਾਈਮ ਹੋ ਗਿਆ, ਸਾਡਾ ਅੱਧਾ ਘੰਟਾ ਤਕਰੀਬਨ ਹੋ ਗਿਆ। ਪਰ ਇਹ ਡਿਸਕਸ਼ਨ ਬਹੁਤ ਇੰਟਰਸਟਿੰਗ ਆ ਸਾਰਿਆਂ ਵਾਸਤੇ। ਪ੍ਰਧਾਨ ਉਹਨਾਂ ਦਾ ਪੁਆਇੰਟ ਵੀ ਮੈਂ ਸਮਝਦਾ ਹਾਂ, ਕਿਉਂਕਿ ਜਿਹੜਾ ਬੰਦਾ ਜੰਮਿਆ, ਸਾਨੂੰ ਜੋ ਕੁਝ ਤੁਸੀਂ ਕਹਿੰਦੇ ਨਾ, ਸਾਨੂੰ ਜੋ ਕੁਝ ਅੱਜ ਤਾਈਂ ਦੱਸਿਆ ਗਿਆ ਉਹ ਇਹੀ ਹੈ ਕਿ ਪਿੱਛੋਂ ਭਟਕਦਾ ਆਇਆ ਬੰਦਾ, ਇਸ ਜਨਮ ਚ ਆਇਆ, ਇਹਦੇ ਜਿਹੜੇ ਕੰਮ ਕੀਤੇ ਹੋਣੇ ਆ ਉਹ ਚੰਗੇ ਹੋਣਗੇ ਤਾਂ ਚੰਗੀ ਜੂਨ ਮਿਲ ਜਾਊਗੀ, ਅੱਗੇ ਜਾ ਕੇ ਮਾੜੇ ਹੋਣ ਤਾਂ ਮਾੜੀ ਜੂਨ ਮਿਲ ਜਾਊਗੀ। ਠੀਕ ਹੈ ਜੀ, ਤੇ ਉਹਦੇ ਵਿੱਚ ਸਾਨੂੰ ਪ੍ਰੇਰਨਾ ਮਿਲਦੀ ਹੈ ਵੀ ਤੁਸੀਂ ਚੰਗੇ ਕੰਮ ਕਰੋ ਤਾਂ ਕਿ ਤੁਸੀਂ ਚੰਗੀ ਹੋ ਜਾਵੇ ਜੂਨ ਗਾਹਾਂ ਦੀ, ਤੇ ਅਖੀਰ ਦੇ ਵਿੱਚ ਤੁਸੀਂ ਰੱਬ ਦੇ ਨਾਲ ਮਿਲਣ ਵਾਸਤੇ ਤੁਹਾਡੀ ਇਹ ਸਿਹਤ ਬਣਨੀ ਹੈ ਕਿ ਅਗਲੀ ਵਾਰੀ ਜਿਹੜੀ ਹੈ ਤੁਹਾਨੂੰ ਜਨਮ ਹੋ ਸਕਦਾ ਵੱਖਰੀ ਕੋਈ ਕਿਸੇ ਹੋਰ ਜੂਨ, ਭਾਵੇਂ ਮਨੁੱਖਾ ਜਨਮ ਦੇ ਵਿੱਚ ਵੀ ਹੋਵੇ, ਤੇ ਤੁਹਾਨੂੰ ਦੇਹੀ ਹੋਰ ਮਿਲ ਜਾਣੀ, ਕਿਉਂਕਿ ਪਹਿਲੀ ਦੇਹੀ ਤਾਂ ਇੱਥੇ ਖਤਮ ਹੋ ਗਈ। ਤੇ ਇਸ ਤਰ੍ਹਾਂ ਮੇਰਾ ਖਿਆਲ ਸੀਗਾ ਜੀ। ਪਰ ਚਲੋ ਐਨੀਵੇ, ਥੈਂਕ ਯੂ ਤੁਹਾਡਾ। ਕੋਈ ਨਹੀਂ, ਆਪਣੇ ਵਿਚਾਰ ਨੇ ਵੱਖਰੇ ਵੱਖਰੇ ਦੇ ਵਿੱਚ ਹੋ ਸਕਦਾ। ਦੇਖੋ ਇੱਕ ਨਾ ਕਣਕ ਹੈ ਹਨਾ, ਤੇ ਕਣਕ ਦੇ ਜਿੰਨੇ ਮਰਜ਼ੀ ਮੋਟੇ ਦਾਣੇ ਹੋਣ, ਜਿੰਨਾ ਮਰਜ਼ੀ ਚੰਗਾ ਪਾਣੀ ਦੇ ਲਓ, ਖਾਦ ਦੇ ਲਓ,
ਤੇ ਇਹ ਨਹੀਂ ਹੁੰਦਾ ਵੀ ਕਣਕ ਨੂੰ ਬਹੁਤ ਚੰਗੀ ਖਾਦ ਦਿੱਤੀ ਤੇ ਅਗਲੀ ਵਾਰੀ ਇਹਨਾਂ ਨੂੰ ਛੋਲਿਆਂ ਦੀ ਜਨਮ ਮਿਲ ਜਾਏ। ਕਣਕ ਨੇ ਕਣਕ ਹੀ ਰਹਿਣਾ, ਛੋਲਿਆਂ ਨੇ ਛੋਲੇ ਹੀ ਰਹਿਣਾ, ਬੰਦੇ ਨੇ ਬੰਦੇ ਹੀ ਰਹਿਣਾ ਹੈ, ਹਾਥੀ ਨੇ ਹਾਥੀ ਰਹਿਣਾ। ਇਹ ਨਹੀਂ ਵੀ ਹਾਥੀ ਨੂੰ ਘਿਓ ਖਵਾਓ ਤੇ ਬੰਦਾ ਬਣ ਜਾਏਗਾ। ਠੀਕ ਹੈ ਜੀ, ਬਹੁਤ ਬਹੁਤ ਵਧੀਆ ਡਿਸਕਸ਼ਨ ਹੋਈ ਦੇਖੋ ਹੈ ਜੀ, ਕਿਉਂਕਿ ਪਹਿਲਾਂ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਸੇ ਕਰਕੇ ਕਹਿੰਦੇ ਸੋਚ ਆਪਣੀ ਆਪਣੀ। ਹਾਂਜੀ ਹਾਂਜੀ ਹਾਂਜੀ। ਤੇ ਇਸ ਨੂੰ ਅਗਰ ਕੋਈ ਤੱਤਾਂ ਦੇ ਨਾਲ ਹੀ ਆਧਾਰ ਨਾਲ ਕੋਈ ਸੋਚ ਚੇਂਜ ਹੋ ਸਕਦੀ ਆ। ਜਿੱਦਾਂ ਗੁਰੂ ਨਾਨਕ ਦੇ ਲੋਕਾਂ ਦੀ ਹੈਗਾ ਸੋਚ ਨੂੰ ਸੋਚਿਆ ਸੀ, ਤੇ ਮੈਂ ਇੱਥੇ ਹੈਗਾ ਆਪਣੇ ਆਪੋ ਹੈਗਾ ਕੱਲ ਨੂੰ ਫੇਰ ਕੋਈ ਦੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੇ ਹਾਂਜੀ, ਮੇਰੇ ਵੱਲੋਂ ਬੋਲਦਿਆਂ ਕੋਈ ਗਲਤੀ ਹੋਈ ਹੋਵੇ ਤੇ ਮਾਫੀ। ਬਾਕੀ ਵਿਚਾਰਾਂ ਵਿੱਚ ਮਤਭੇਦ ਹੁੰਦੇ ਨੇ, ਤੇ ਜੇ ਕਿਸੇ ਨੇ ਕੋਈ ਵਿਚਾਰ ਨਾ ਰਲਿਆ ਹੋਵੇ ਤਾਂ ਵੀ ਕੋਈ ਗੱਲ ਨਹੀਂ। ਅਸੀਂ ਸਾਰੇ ਭੈਣ ਭਰਾ, ਸਾਨੂੰ ਵਿਚਾਰ ਰੱਖਣ ਦਾ ਹੱਕ ਹੈ। ਠੀਕ ਹੈ। ਇਹ ਪ੍ਰੋਗਰਾਮ ਦੇਖੋ ਜੀ, ਇੱਥੇ ਡਿਸਕਸ਼ਨ ਪ੍ਰੋਗਰਾਮ ਵੀ ਸੀਗਾ ਆਪਣੇ। ਤੁਸੀਂ ਪਹਿਲਾਂ ਕਥਾ ਕੀਤੀ ਹੈ, ਉਹਦੇ ਬਾਅਦ ਦੇ ਵਿੱਚ ਇਹ ਡਿਸਕਸ਼ਨ ਹੋਈ ਹੈ, ਤੇ ਉਹਦੇ ਵਿੱਚੋਂ ਜੋ ਵੀ ਨਿਕਲੂਗਾ ਚੰਗਾ ਹੀ ਨਿਕਲੂਗਾ ਜੀ। ਕੁਝ ਸਿੱਖ ਕੇ ਜਾਵਾਂਗੇ, ਤੇ ਸਾਰੇ ਜਣੇ ਜੁੜੇ ਹੋਣ ਦਾ ਮਤਲਬ ਇਹ ਹੈ ਜੀ ਕਿ ਅਸੀਂ ਸਾਰੇ ਜਣੇ ਇਹਦੇ ਵਿੱਚ ਹਿੱਸਾ ਲੈਂਦੇ, ਆਪਣੇ ਆਪਣੇ ਵਿਚਾਰ ਦੱਸਦੇ ਆ, ਤੇ ਬੜੇ ਚੰਗੇ ਵਧੀਆ ਤਰੀਕੇ ਦੇ ਨਾਲ ਸਾਰਿਆਂ ਨੇ ਵਿਚਾਰ ਦੱਸਦੇ ਆ। ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਡਿਸਕਸ਼ਨ ਤੋਂ ਲੱਗਦਾ ਸਭ ਕੁਝ। ਇੱਕ ਸਕਿੰਟ ਜੀ, ਮੈਨੂੰ ਲੱਗਦਾ ਸਤਿੰਦਰ ਸਿੰਘ ਜੀ ਨੇ ਅਨਮਿਊਟ ਕੀਤਾ ਹੈ। ਤੁਸੀਂ ਗੱਲ ਕਰਨੀ ਹੈ ਜੀ ਕੋਈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਤੁਸੀਂ ਜਿਹੜੀ ਅੱਜ ਏਕ ਓਂਕਾਰ ਦੀ ਵਿਆਖਿਆ ਕੀਤੀ ਨਾ, ਇੱਕ ਇੱਕ ਖੰਡ ਔਰ ਇੱਕੋ ਨਾਲ ਸਾਰਾ ਬ੍ਰਹਮੰਡ, ਹਾਂਜੀ, ਉਹ ਬੜੀ ਇੰਟਰਸਟਿੰਗ ਸੀਗੀ। ਉਹ ਬਹੁਤ ਇੰਟਰਸਟਿੰਗ ਸੀਗੀ ਬਈ ਅਗਰ ਮੈਂ ਇੱਕ ਸਰੀਰ ਨੂੰ ਦੇਖਾਂਗਾ ਤੇ ਉਹ ਏਕ ਓਂਕਾਰ, ਅਗਰ ਅਲੱਗ-ਅਲੱਗ ਦੇਖਾਂਗਾ ਤਾਂ ਉਹ ਖੰਡ ਹੈ। ਬਿਲਕੁਲ, ਥੈਂਕ ਯੂ ਵੈਰੀ ਮਚ ਜੀ। ਅੱਜ ਸਾਡੀ ਇੱਕ ਦੂਸਰੀ ਕਲਾਸ ਹੈ, ਉਹਦੇ 'ਚ ਏਕ ਓਂਕਾਰ ਦੀ ਡਿਸਕਸ਼ਨ ਚੱਲ ਰਹੀ ਹੈਗੀ ਹੈ। ਅੱਛਾ ਅੱਛਾ। ਤੇ ਉਹ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ, ਗੱਲ ਕੀਤੀ ਸੀ, ਬਟ ਮੈਂ ਵਨਨੈਸ ਨੂੰ ਐਕਸਪਲੇਨ ਕਰ ਪਾ ਰਿਹਾ ਸੀ। ਮੈਂ ਵਨਨੈਸ ਨੂੰ ਐਕਸਪਲੇਨ ਕਰ ਪਾਉਂਗਾ। ਥੈਂਕ ਯੂ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ। ਇੱਕ ਦੂਜੀ ਕਲਾਸ ਕਿਹੜੀ? ਸਤਿੰਦਰ ਸਿੰਘ ਜੀ। ਹਾਂਜੀ, ਦੂਜੀ ਕਲਾਸ ਇੰਡੀਆ ਦੇ ਵਿੱਚ ਹੀ ਹੁੰਦੀ ਹੈ ਸਰ। ਅੱਛਾ ਅੱਛਾ ਜੀ। ਸਾਨੂੰ ਵੀ ਨੰਬਰ ਦੇ ਦਿਓ, ਅਸੀਂ ਵੀ ਨਾਲ ਜੁੜ ਜਾਵਾਂਗੇ। ਸਾਨੂੰ ਵੀ ਦਿਓ ਜੀ, ਅਸੀਂ ਵੀ ਇਦਾਂ ਆਇਆ ਕਰੀਏ ਜੀ। ਤੇ ਉਹ ਕਲਾਸ ਕੌਣ ਲੈ? ਦੁਪਹਿਰੀ ਹੁੰਦੀ। ਉਹ ਕਲਾਸ ਲੈ ਕੌਣ ਰਹੇ ਨੇ? ਆਪਣਾ ਸੱਚ ਖੋਜ ਅਕੈਡਮੀ ਵਾਲੇ ਹੈਗੇ ਨੇ ਕੋਈ। ਅੱਛਾ। ਤੇ ਉਹਨਾਂ ਦੇ ਵਿੱਚ ਜਿਹੜੇ ਪੜ੍ਹੇ ਨੇ ਉਹ ਲੋਕ ਕਰ ਰਹੇ ਨੇ ਸਾਡੇ ਨਾਲ। ਅਮਰੀਕਾ ਚੋਂ ਆ ਰਹੀ ਹੈ ਜੀ? ਸੱਚ ਖੋਜ ਅਮਰੀਕਾ ਦੇ ਵਿੱਚ ਹੈ ਜੀ? ਉਹ ਨਹੀਂ ਸਰ, ਨਹੀਂ, ਇੰਡੀਆ ਵਿੱਚ ਹੋ ਰਹੀ ਹੈ। ਇੰਡੀਆ ਵਿੱਚ। ਅੱਛਾ, ਉਹ ਮੇਰੇ ਖਿਆਲ 'ਚ ਨਿਹੰਗ ਸਿੰਘ ਨੇ ਨਾ। ਉਹ ਸ਼ਾਮੀ 4 ਵਜੇ ਸ਼ੁਰੂ ਹੁੰਦੀ ਹੈ ਸਰ। ਇੰਡੀਆ ਟਾਈਮ ਸ਼ਾਮੀ 4 ਵਜੇ ਸ਼ੁਰੂ ਹੁੰਦੀ ਹੈ। ਮੇਰੇ ਖਿਆਲ 'ਚ ਜਸਵੀਰ ਵੀਰ ਜੀ ਅੱਛੀ ਤਰ੍ਹਾਂ ਜਾਣਦੇ ਨੇ। ਹਾਂਜੀ ਹਾਂਜੀ, ਨਿਹੰਗ ਜਸਵੀਰ ਵੀਰ ਜੀ ਨਹੀਂ ਹੈਗੇ ਤੁਹਾਡੇ ਗੁਰਦੁਆਰੇ? ਹਾਂਜੀ ਹਾਂਜੀ, ਮੈਂ ਸਮਝ ਗਿਆ। ਸੱਚ ਖੋਜ ਅਕੈਡਮੀ ਵਾਲੇ। ਹਾਂਜੀ, ਮੈਂ ਸਮਝ ਗਿਆ। ਜਸਵੀਰ ਸਿੰਘ ਚੱਕਰ ਜਿਹੜੇ ਹੁਣ ਤੁਹਾਡੇ ਉਧਰ ਗ੍ਰੰਥੀ ਹੈਗੇ ਨੇ ਗੁਰਦੁਆਰੇ। ਹਾਂਜੀ ਹਾਂਜੀ, ਉਹ ਵੀ ਜਾਣਦੇ ਨੇ ਉਹਦੇ ਬਾਰੇ। ਹਾਂਜੀ, ਉਹਨਾਂ ਨੂੰ ਮੈਂ ਸਮਝ ਗਿਆ ਤੁਹਾਡੀ ਗੱਲ। ਸੱਚ ਅਕੈਡਮੀ ਵਾਲੇ। ਹਾਂਜੀ 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 ਹਾਂਜੀ, ਨਿਹੰਗ ਸਿੰਘ ਧਰਮ ਸਿੰਘ ਜੀ ਨੇ ਉਹਨਾਂ ਦੇ ਮੇਨ। ਜੀ 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 ਜੀ, ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਅੱਛਾ, ਠੀਕ ਹੈ ਜੀ, ਮੈਂ ਸਮਝ ਗਿਆ ਹੁਣ। ਚਲੋ ਇੱਥੇ ਮੇਰਾ ਖਿਆਲ ਸਮਾਪਤੀ ਕਰਦੇ ਜੀ। ਤੁਹਾਡੇ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ। ਅੱਜ ਜੁੜੇ ਆ ਤੇ ਸਾਰਿਆਂ ਨੇ ਡਿਸਕਸ਼ਨ ਕੀਤੀ ਹੈ, ਬਹੁਤ ਬਹੁਤ ਵਧੀਆ ਵਿਚਾਰ ਦਿੱਤੇ ਆ, ਤੇ ਅਸੀਂ ਕੱਲ ਨੂੰ ਫੇਰ ਇਸੇ ਤਰ੍ਹਾਂ ਹੀ ਲੈ ਕੇ ਆਵਾਂਗੇ ਜੀ ਪ੍ਰੋਗਰਾਮ। ਯਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇੱਥੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।